ਵਾਹਿਗੁਰੂ ਸਾਹਿਬ ਜੀਓ। ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਨਮਾਨਯੋਗ ਗੁਰੂ ਸਵਾਰਿਓ, ਅੱਜ ਦੀ ਗੁਰਮਤਿ ਕਲਾਸ ਵਿੱਚ ਜੋ ਸਿੱਖ ਮਿਸ਼ਨ ਕਾਰਜ ਲੁਧਿਆਣਾ ਵੱਲੋਂ ਲਗਾਤਾਰ ਤਕਰੀਬਨ ਪੌਣੇ 2 ਸਾਲ ਤੋਂ ਚੱਲ ਰਹੀ ਹੈ, ਆਪ ਸਾਰਿਆਂ ਨੂੰ ਜੀ ਆਇਆਂ। ਅੱਜ ਸਾਡੇ ਨਾਲ ਵੀਰ ਹਰਬੰਸ ਸਿੰਘ ਜੀ ਹਾਜ਼ਰ ਹਨ, ਜਿਨ੍ਹਾਂ ਨੇ ਪਿਛਲੇ ਹਫ਼ਤੇ ਟੂਲਸ ਆਫ ਰਿਲੀਜੀਅਸ ਟੀਚਿੰਗ ਦੇ ਵਿਸ਼ੇ ਨੂੰ ਸ਼ੁਰੂ ਕੀਤਾ ਸੀ। ਅੱਜ ਸਿੱਖੀਜ਼ਮ ਵਿੱਚ ਕਿਹੜੇ ਟੂਲਸ ਹਨ, ਉਹਨਾਂ ਦਾ ਇਸਤੇਮਾਲ ਕਿਵੇਂ ਕੀਤਾ ਜਾਏ, ਵਰਤੋਂ ਕਿਵੇਂ ਕੀਤੀ ਜਾਏ, ਸਮੱਸਿਆਵਾਂ ਦਾ ਹੱਲ ਕੀ ਹੈ, ਕੁਝ ਵਿਚਾਰ ਆਪ ਜੀ ਦੇ ਨਾਲ ਸਾਂਝੇ ਕਰਨਗੇ। ਤਾਂ ਮੈਂ ਬੇਨਤੀ ਕਰ ਰਿਹਾ ਹਾਂ ਵੀਰ ਹਰਬੰਸ ਸਿੰਘ ਜੀ ਨੂੰ ਅੱਜ ਦੀ ਵਿਚਾਰ ਆਰੰਭ ਕਰਨ। ਵੀਰ ਹਰਬੰਸ ਸਿੰਘ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਵਿਚਾਰਧਾਰਾ ਨੂੰ ਸਮਰਪਿਤ ਸਾਰੇ ਮਿਸ਼ਨਰੀ ਵੀਰ ਭੈਣ ਤੇ ਹੋਰ ਸੰਗਤਾਂ, ਸਭ ਤੋਂ ਪਹਿਲੇ ਫਤਿਹ ਦੀ ਸਾਂਝ ਪਾਓ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੇਰੀ ਆਵਾਜ਼ ਆ ਰਹੀ ਜੀ? ਕਰੀ ਚਲੋ, ਆਵਾਜ਼ ਆ ਰਹੀ, ਵਿੱਚ ਰਿਕਾਰਡਿੰਗ 'ਚ ਜਾਂਦੀ ਸਾਰੀ ਗੱਲ। ਠੀਕ ਹੈ। ਸੋ ਪਿਛਲੇ ਵਾਰ ਆਪਾਂ ਜੋ ਧਰਮ ਪ੍ਰਚਾਰ ਦੇ ਲਈ ਜਿਹੜੇ ਟੂਲਸ, ਜਿਹੜੇ ਸਾਧਨ ਕੌਮਾਂ ਅਪਣਾਉਂਦੀਆਂ, 3 ਵੱਡੇ ਧਰਮਾਂ ਨੇ ਜਿਹੜੇ ਸਾਧਨ ਅਪਣਾਏ, ਉਹਨਾਂ ਦਾ ਸੰਖੇਪ ਦੇ ਵਿੱਚ ਆਪਾਂ ਜ਼ਿਕਰ ਕੀਤਾ ਸੀਗਾ। ਤੇ ਅੱਜ ਆਪਾਂ ਸਿੱਖ ਧਰਮ ਦੀ ਗੱਲ ਕਰਨੀ ਆ ਕਿ ਸਿੱਖ ਧਰਮ ਕਿਹੜੇ ਟੂਲ ਅਪਣਾਉਂਦਾ ਰਿਹਾ ਤੇ ਅਗਾਂਹ ਆਉਣ ਵਾਲੇ ਸਮੇਂ ਦੇ ਲਈ ਧਰਮ ਦੇ ਪ੍ਰਚਾਰ ਦੇ ਲਈ ਕਿਹੜੇ ਟੂਲ ਜਿਹੜੇ ਆ ਉਹ ਸਾਡੇ ਲਈ ਯੋਗ ਹੋ ਸਕਦੇ ਆ। ਸਿੱਖ ਧਰਮ ਦਾ ਪ੍ਰਚਾਰ ਤੇ ਪ੍ਰਸਾਰ ਦੇ ਵਿੱਚ ਜਦੋਂ ਵੀ ਆਪਾਂ ਗੱਲ ਕਰਾਂਗੇ, ਉਸ ਵਕਤ ਇਹਨੂੰ ਦਹਾਕਿਆਂ ਦੇ ਵਿੱਚ ਵੰਡਣਾ ਪਏਗਾ। ਸਾਹਿਬ ਮੇਰਾ ਨੀਤ ਨਵਾਂ ਸਦਾ ਸਦਾ ਦਾ ਤਾਰ। ਬਾਣੀ ਆਉਣ ਵਾਲੇ 1000 ਸਾਲਾਂ ਤੱਕ ਵੀ ਜੋ ਮਨੁੱਖਤਾ ਦਾ ਭਵਿੱਖ ਹੈ, ਤੇ ਪਿਛਲੇ ਜੇ 500 ਸਾਲ ਦਾ ਜੋ ਇਤਿਹਾਸ ਹੈ, ਚਾਹੇ ਉਹ ਉਸ ਵੇਲੇ ਦੇ ਹਿਸਾਬ ਨਾਲ ਗੱਲ ਕਰ ਲਓ, ਚਾਹੇ ਆਉਣ ਵਾਲੇ 1000 ਸਾਲਾਂ ਦੇ ਇਤਿਹਾਸ, ਆਉਣ ਵਾਲੇ ਭਵਿੱਖ ਦੀ ਗੱਲ ਕਰ ਲਓ, ਗੁਰਬਾਣੀ ਦੇ ਅੰਦਰ ਸਭ ਕੁਝ ਪਿਆ ਆ। ਉੱਥੇ ਪਿਆ ਸਭ ਕੁਝ ਜੋ ਵੀ ਮਨੁੱਖ ਨੂੰ ਚਾਹੀਦਾ ਆ। ਪਰ ਸਾਡੀ ਸਮੱਸਿਆ ਇਹ ਆ ਕਿ ਉਹਨੂੰ ਸੰਸਾਰ ਦੇ ਤੱਕ ਲੈ ਕੇ ਕਿਸ ਤਰ੍ਹਾਂ ਜਾਣਾ। ਗੁਰੂ ਸਾਹਿਬਾਨ ਨੇ ਕੀ ਕੋਸ਼ਿਸ਼ਾਂ ਕੀਤੀਆਂ। ਗੁਰੂ ਸਾਹਿਬਾਨ, ਜੇ ਆਪਾਂ ਦੇਖੀਏ ਕਿ ਗੁਰੂ ਨਾਨਕ ਪਾਤਸ਼ਾਹ, ਗੁਰੂ ਤੇਗ ਬਹਾਦਰ ਸਾਹਿਬ ਪਾਤਸ਼ਾਹ, ਸਾਰੇ ਗੁਰੂ ਨਾਨਕ ਪਾਤਸ਼ਾਹ ਤੇ ਸਾਰੇ ਸੰਸਾਰ ਤੱਕ ਲਗਭਗ ਲੈ ਕੇ ਪਹੁੰਚੇ ਉਹਨਾਂ ਗੱਲਾਂ ਨੂੰ। ਤੇ ਅੱਜ ਮੀਡੀਆ ਦਾ ਯੁੱਗ ਆ, ਤੇ ਹੁਣ ਸਿੱਖ ਧਰਮ ਦੀ ਜਿਹੜੀ ਵਿਚਾਰਧਾਰਾ ਆ ਉਹ ਸੰਸਾਰ ਦੇ ਹਰ ਬੰਦੇ ਤੱਕ, ਉਹ ਤੋਂ ਵੀ ਗਾਂਹ ਜੇ ਗੱਲ ਕਰੀਏ, ਜਦੋਂ ਆਪਾਂ ਹੌਲੀ ਹੌਲੀ ਗੱਲ ਕਰਾਂਗੇ, ਤੇ ਬ੍ਰਹਿਮੰਡ ਦੇ ਹਰ ਬੰਦੇ ਤੱਕ ਇਹ ਵਿਚਾਰਧਾਰਾ ਕਿਸ ਤਰ੍ਹਾਂ ਪਹੁੰਚ ਸਕਦੀ ਆ, ਕੀ ਇਹਦੀਆਂ ਇੰਪਲੀਕੇਸ਼ਨਸ ਹੋਣੀਆਂ ਚਾਹੀਦੀਆਂ, ਕੀ ਉਹਦੇ ਟੂਲ ਹੋਣੇ ਚਾਹੀਦੇ ਆ। ਉਹਨਾਂ ਟੂਲਾਂ ਦਾ ਜ਼ਿਕਰ ਕਰਨ ਤੋਂ ਪਹਿਲੇ ਸਾਨੂੰ ਇੱਕ ਗੱਲ ਸਮਝ ਲੈਣੀ ਚਾਹੀਦੀ ਹੈ, ਜੋ ਗੁਰਬਾਣੀ 'ਚ ਲਿਖਿਆ ਧੰਨ ਗੁਰੂ ਰਾਮਦਾਸ ਜੀ ਮਹਾਰਾਜ ਜੀ ਨੇ, ਕਿ ਸਭ ਤੋਂ ਵੱਡੇ ਭਾਗ ਗੁਰਸਿੱਖਾਂ ਕੇ। ਗੁਰਸਿੱਖਾਂ ਦੇ ਘਰ ਜਨਮ ਲੈਣਾ ਇੱਕ ਬਹੁਤ ਵੱਡੇ ਭਾਗਾਂ ਵਾਲੀ ਗੱਲ ਆ। ਸਭ ਤੋਂ ਵੱਡੇ ਭਾਗਾਂ ਦੀ, ਇਨਸਾਨੀਅਤ ਦੇ ਅੰਦਰ ਜਿੰਨੇ ਵੀ ਸੰਸਾਰ ਦੇ ਵਿੱਚ ਮਨੁੱਖ ਵਸਦੇ ਆ, ਉਹਦੇ ਚੋਂ ਵੱਡੇ ਭਾਗ ਆ ਸਾਡੇ ਕਿ ਸਾਨੂੰ ਗੁਰਸਿੱਖਾਂ ਦੇ ਘਰ ਜਨਮ ਮਿਲਿਆ। ਇਹ ਗੱਲ ਮੈਂ ਇਸ ਕਰਕੇ ਨਹੀਂ ਕਹਿ ਰਿਹਾ ਕਿ ਮੈਂ ਆਪ ਗੁਰਸਿੱਖ ਹਾਂ। ਆਪਾਂ ਜਦੋਂ ਗੱਲ ਕਰਾਂਗੇ ਕਿ ਜੀਵਨ ਜਾਚ ਜਾਂ ਜਿਸ ਤਰ੍ਹਾਂ ਦਾ ਮਨੁੱਖ ਦਾ ਜੀਵਨ ਹੋਣਾ ਚਾਹੀਦਾ, ਜਿੱਥੇ ਤੱਕ, ਜਿਸ ਲੈਵਲ ਤੱਕ ਬਾਣੀ ਸਾਨੂੰ ਚੱਕ ਕੇ ਲੈ ਕੇ ਜਾ ਸਕਦੀ ਆ, ਉਹ ਲੈਵਲ ਮਨੁੱਖਤਾ ਦਾ ਹੋਰ ਕੋਈ ਵੀ ਹਿੱਸਾ ਜਿਹੜਾ ਆ ਉਹ ਹੱਲ ਨਹੀਂ ਕਰ ਸਕਦਾ। ਪਰ ਸਭ ਤੋਂ ਵੱਡੇ ਭਾਗ ਹੋਣਗੇ ਉਦੋਂ, ਇਹ ਨਹੀਂ ਕਿ ਗੁਰਸਿੱਖਾਂ ਦੇ ਘਰ ਜਨਮ ਲੈ ਲਿਆ ਤੇ ਸਾਡੀ ਸਮੱਸਿਆ ਦਾ ਹੱਲ ਹੋ ਗਿਆ। ਗੁਰਸਿੱਖਾਂ ਦੇ ਘਰ ਜਨਮ ਲੈਣ ਤੋਂ ਬਾਅਦ ਗੁਰਸਿੱਖ ਬਣਨਾ ਵੀ ਪਏਗਾ। ਸਾਨੂੰ ਆਉਣ ਵਾਲੀ ਪੀੜ੍ਹੀ ਨੂੰ, ਆਪਣੀ ਨੂੰ ਵੀ ਸਾਂਭਣਾ ਪਏਗਾ, ਉਹਨਾਂ ਨੂੰ ਵੀ ਗੁਰਸਿੱਖੀ ਜੀਵਨ ਦੇਣਾ ਪਏਗਾ। ਤੇ
ਹੌਲੀ ਹੌਲੀ ਕਰਦਿਆਂ ਇਹ ਸਾਰੀ ਵਿਚਾਰਧਾਰਾ ਸਾਰੇ ਸੰਸਾਰ ਦੇ ਤੱਕ ਲੈ ਕੇ ਜਾਣੀ ਚਾਹੀਦੀ ਆ। ਸੋ ਪਹਿਲਾ ਜਿਹੜਾ ਟੂਲ ਆ ਉਹ ਹੈਗਾ ਮਨੁੱਖੀ ਸਮੱਸਿਆਵਾਂ ਦਾ ਹੱਲ, ਕਿ ਇਸ ਧਰਮ ਦੇ ਅੰਦਰ, ਸਿੱਖ ਧਰਮ ਦੇ ਅੰਦਰ, ਜਿਹਨੂੰ ਆਪਾਂ ਕਹਿੰਦੇ ਆ ਕਿ ਮਨੁੱਖੀ ਸਮੱਸਿਆਵਾਂ ਦਾ ਹੱਲ ਕੀ ਰੱਖਿਆ ਆ, ਕਿਵੇਂ ਬਾਣੀ ਮਨੁੱਖ ਨੂੰ ਇੱਕ ਲੈਵਲ ਤੋਂ ਚੱਕ ਕੇ ਦੂਸਰੇ, ਤੇ ਦੂਸਰੇ ਲੈਵਲ ਤੋਂ ਚੱਕ ਕੇ ਤੀਸਰੇ ਲੈਵਲ ਤੱਕ ਲੈ ਕੇ ਜਾਂਦੀ ਆ। ਅੱਜ ਆਪਾਂ ਦੇਖਦੇ ਸੰਸਾਰ ਦੇ ਅੰਦਰ ਕਿ ਜਿਹੜੇ ਦੇਸ਼ ਬਹੁਤ ਜ਼ਿਆਦਾ ਤਰੱਕੀ ਕਰ ਗਏ, ਜਿੱਥੇ ਮਨੁੱਖਤਾ ਦੇ ਜਿਹੜੇ ਉਹਨਾਂ ਦਾ ਖਾਣ ਪੀਣ ਦੀ ਸਮੱਸਿਆ ਵੀ ਹੱਲ ਹੋ ਗਈ, ਉਹਨਾਂ ਦੀ ਐਜੂਕੇਸ਼ਨ ਦੀ ਸਮੱਸਿਆ ਵੀ ਹੱਲ ਹੋ ਗਈ, ਰੋਜ਼ਗਾਰ ਦੀ ਵੀ। ਜਰਮਨ, ਜਾਪਾਨ, 2 ਦੇਸ਼ਾਂ ਦੀ ਮੈਂ ਉਦਾਹਰਣ ਲੈਣਾ। ਇਹਨਾਂ ਦੇਸ਼ਾਂ ਦੇ ਵਿੱਚ ਨਾ ਖਾਣ ਪੀਣ ਦੀ ਕੋਈ ਸਮੱਸਿਆ, ਨਾ ਧਨ ਦੌਲਤ ਦੀ ਕੋਈ ਸਮੱਸਿਆ, ਨਾ ਐਜੂਕੇਸ਼ਨ ਦੀ ਕੋਈ ਸਮੱਸਿਆ। ਸੰਸਾਰ ਦੇ ਹਰ ਚੀਜ਼ ਇਹਨਾਂ ਦੇਸ਼ਾਂ ਦੇ ਵਿੱਚ ਲਗਭਗ ਉਪਲਬਧ ਆ। ਹੁਣ ਜਦੋਂ ਇਹਨਾਂ ਨੇ ਸਾਰੀਆਂ ਸਮੱਸਿਆਵਾਂ ਦੇ, ਮਨੁੱਖੀ ਸਮੱਸਿਆਵਾਂ ਜਿਹਨੂੰ ਕਹਿੰਦੇ ਆ, ਉਹਦੇ ਉੱਪਰ ਹੱਲ ਕੀਤਾ, ਤੇ ਇਹਨਾਂ ਦੇ ਸਾਹਮਣੇ ਇੱਕ ਹੋਰ ਸਮੱਸਿਆ ਬਹੁਤ ਵੱਡੀ ਮੂੰਹ ਖੋਲ ਕੇ ਖੜ ਗਈ। ਉਹ ਸਮੱਸਿਆ ਸੀਗੀ ਕਿ ਇਹਨਾਂ ਦੇਸ਼ਾਂ ਦੀ ਜਿਹੜੀ ਜਨਮ ਦਰ ਆ ਉਹ ਬਹੁਤ ਜ਼ਿਆਦਾ ਘਟਣੀ ਸ਼ੁਰੂ ਹੋ ਗਈ, ਜਾਪਾਨ ਵੀ ਤੇ ਜਰਮਨ ਵੀ। ਹੁਣ ਤੇ ਇਟਲੀ ਵਿੱਚ ਵੀ ਇਹੀ ਹਾਲ ਹੋ ਗਿਆ, ਫਰਾਂਸ ਵੀ ਇਸ ਸਮੱਸਿਆ ਦੇ ਨਾਲ ਜੂਝਦਾ ਪਿਆ ਹੈ। ਹੌਲੀ ਹੌਲੀ ਇਹ ਗੱਲ ਜਿਹੜੀ ਆ ਅਮਰੀਕਾ ਤੇ ਕੈਨੇਡਾ ਵੱਲ ਵੀ ਜਾਏਗੀ, ਇੰਗਲੈਂਡ ਦੇ ਵੱਲ ਵੀ ਜਾਏਗੀ। ਪਰ ਇਸ ਵੇਲੇ ਜਿਹੜੇ 2 ਦੇਸ਼ ਸਭ ਤੋਂ ਜ਼ਿਆਦਾ ਇਸ ਸਮੱਸਿਆ ਨਾਲ ਪ੍ਰਭਾਵਿਤ ਆ, ਔਰ ਇਹੀ ਦੇਸ਼ ਸਭ ਤੋਂ ਜ਼ਿਆਦਾ ਆਪਣੇ ਨਾਗਰਿਕਾਂ ਦਾ ਖਿਆਲ ਰੱਖਦੇ ਸੀਗੇ। ਅੱਜ ਵੀ ਜਰਮਨ ਦੇ ਵਿੱਚ ਇੱਕ ਮਾਂ ਨੇ ਬੱਚੇ ਨੂੰ ਜਨਮ ਦੇਣਾ ਹੋਵੇ ਤੇ ਉਹਨੂੰ ਲਗਭਗ, ਜਦੋਂ ਪ੍ਰੈਗਨੈਂਸੀ ਲੀਵ ਤਾਂ ਮਿਲਦੀ 1200 ਯੂਰੋ ਜਿਹੜਾ ਮਹੀਨੇ ਦਾ ਮਿਲਦਾ, ਫਿਰ ਹਰ ਬੱਚੇ ਲਈ 500 ਯੂਰੋ ਵੀ ਉਹ ਦਿੰਦੇ ਆ ਹਰ ਮਹੀਨੇ ਦਾ, ਕਿ ਸਰਕਾਰ ਹੀ ਸਾਰਾ ਖਰਚਾ ਦੇਊਗੀ। ਇਹੋ ਜਿਹੀਆਂ ਪਾਲਿਸੀਆਂ ਜਾਪਾਨ ਵੀ ਅਪਣਾਉਂਦਾ ਪਿਆ। ਪਰ ਸਟਿਲ ਉਹ ਲੋਕ ਜਿਹੜੇ ਆ, ਉਹਨਾਂ ਦੀ ਜਨਮ ਦਰ ਆ ਜਿਹੜੀ ਉਹ ਵੱਧਦੀ ਨਹੀਂ ਪਈ, ਉਹ ਲਗਭਗ ਸਟੇਬਲ ਹੋ ਕੇ ਨੈਗੇਟਿਵ ਗਰੋਥ ਰੇਟ ਜਿਹੜਾ ਇਹਨਾਂ ਦੇ, ਨੈਗੇਟਿਵ ਗਰੋਥ ਰੇਟ ਦੇ ਵਿੱਚ ਇਹ ਦੇਸ਼ ਜਿਹੜੇ ਜਾਂਦੇ ਪਏ ਆ। ਹੁਣ ਇਹ ਜਦੋਂ ਇਸ ਦਾ ਆਪਾਂ ਮੁਤਾਲਿਆ ਕਰਦੇ ਵੀ ਇਹਦਾ ਕਾਰਨ ਕੀ ਆ, ਇਹਦਾ ਕਾਰਨ ਇਹੀ ਆ ਕਿ ਜਿਹੜੇ 5 ਵਿਕਾਰ ਹੈ, ਜਿਨ੍ਹਾਂ ਵਿੱਚ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ, ਇਹ ਜਦੋਂ ਮਨੁੱਖ ਜਿਹੜਾ ਇੱਕ ਲੈਵਲ ਤੋਂ ਦੂਸਰੇ ਲੈਵਲ ਵੱਲ ਨੂੰ ਜਾਣਾ ਸ਼ੁਰੂ ਕਰਦਾ, ਤੁਸੀਂ ਦੇਖੋ ਬਲਾਤਕਾਰ ਦੀਆਂ ਘਟਨਾਵਾਂ, ਇਸਤਰੀਆਂ ਨਾਲ ਦੁਰਵਿਵਹਾਰ ਦੀਆਂ ਘਟਨਾਵਾਂ ਸਭ ਤੋਂ ਜ਼ਿਆਦਾ ਉਹਨਾਂ ਦੇਸ਼ਾਂ 'ਚ ਹੁੰਦੀਆਂ ਜਿਨ੍ਹਾਂ ਦੇਸ਼ਾਂ 'ਚ ਭੁੱਖਮਰੀ ਆ, ਜਿਨ੍ਹਾਂ ਦੇਸ਼ਾਂ 'ਚ ਗਰੀਬੀ ਆ, ਜਿਨ੍ਹਾਂ ਦੇਸ਼ਾਂ ਨੇ ਅਜੇ ਇਹਨਾਂ ਸਮੱਸਿਆਵਾਂ ਦੇ ਹੱਲ ਨਹੀਂ ਕੀਤੇ। ਇਹਦਾ ਮਤਲਬ ਕੀ ਹੋਇਆ ਕਿ ਜਦੋਂ ਮਨੁੱਖਤਾ ਅਗਲੇ ਲੈਵਲ ਤੱਕ ਜਾਏਗੀ ਤੇ ਸਾਡੇ ਜਿਹੜੇ ਜਿਨਸੀ ਸੰਬੰਧ ਹੈ ਇਸਤਰੀ ਪੁਰਸ਼ ਦੇ, ਉਹ ਜਿਹੜੇ ਆ ਉਹਨਾਂ ਦੇ ਉੱਤੇ ਵੀ ਪ੍ਰਭਾਵ ਪਏਗਾ। ਜਿਹੜਾ ਕਰੋਧ ਆ, ਹੁਣ ਇਹਨਾਂ ਦੇਸ਼ਾਂ 'ਚ ਅਪਰਾਧ ਦੀ ਦਰ, ਨੀਦਰਲੈਂਡ ਆ, ਉੱਥੇ ਜੇਲ੍ਹਾਂ ਬੰਦ ਹੋ ਰਹੀਆਂ, ਜਾਪਾਨ ਆ ਜੇਲ੍ਹਾਂ ਬੰਦ ਹੋ ਰਹੀਆਂ, ਜਿਹੜਾ ਜਰਮਨ ਆ ਉਹਦੇ ਵਿੱਚ ਵੀ ਜੇਲ੍ਹਾਂ ਬੰਦ ਹੋ ਰਹੀਆਂ। ਉੱਥੇ ਅਪਰਾਧ ਦੀ ਦਰ ਵੀ ਘਟੇਗੀ, ਕਿਉਂਕਿ ਕਾਮ, ਕ੍ਰੋਧ, ਲੋਭ ਉਹਨਾਂ ਨੂੰ ਕਿਸੇ ਚੀਜ਼ ਦਾ ਰਿਹਾ ਹੀ ਨਹੀਂ, ਸਭ ਕੁਝ ਪ੍ਰਾਪਤ ਹੋ ਗਿਆ। ਹੰਕਾਰ, ਹਉਮੈ ਵਾਲੀ ਗੱਲ ਨਹੀਂ, ਇੱਕ ਦੂਜੇ ਨਾਲ ਉਹਨਾਂ ਦਾ ਕੋਈ ਰਿਲੇਸ਼ਨ ਨਹੀਂ, ਨਾ ਇੱਕ ਦੂਜੇ ਦੇ ਲਈ ਉਹ ਇੱਕ ਦੂਸਰੇ ਦੇ ਨਾਲ ਉਹ ਕੋਈ ਉਹਨਾਂ ਦਾ ਲਿੰਕ ਆ, ਉਹ ਕੰਪੇਅਰ ਨਹੀਂ ਕਰਦੇ ਇੱਕ ਦੂਸਰੇ ਦੇ ਨਾਲ, ਨਾ ਉਹਨਾਂ ਨੂੰ ਲੋੜ ਆ, ਕਿਉਂਕਿ ਪੀਐਨ ਵੀ ਬਹੁਤ ਸੋਹਣੀ ਰੋਟੀ ਖਾਈ ਜਾ ਰਿਹਾ, ਮੈਨੇਜਰ ਵੀ ਬਹੁਤ ਸੋਹਣੀ ਰੋਟੀ ਖਾਈ ਜਾ ਰਿਹਾ, ਈਵਨ ਉੱਥੇ ਦਾ ਜਿਹੜੀ ਪ੍ਰੈਜ਼ੀਡੈਂਟ ਸੀਗੀ ਉਹ ਵੀ ਬਹੁਤ ਸੋਹਣੀ ਰੋਟੀ ਖਾਈ ਜਾ ਰਹੇ, ਬਰਾਬਰ ਹੀ ਲਗਭਗ ਸਾਰੇ। ਤੇ ਇਹ ਮਨੁੱਖੀ ਸਮੱਸਿਆਵਾਂ ਜਿਹੜੀਆਂ ਜਦੋਂ ਇਹ ਸਾਰੀਆਂ ਹੱਲ ਹੁੰਦੀਆਂ, ਇਹਦੇ ਵਿੱਚੋਂ ਫਿਰ ਇੱਕ ਨਵੀਂ ਸਮੱਸਿਆ ਪੈਦਾ ਹੋ ਜਾਂਦੀ ਆ ਕਿ ਸਾਡਾ ਜਿਹੜਾ ਇਮੋਸ਼ਨਲ ਲਿੰਕ ਆ ਮਨੁੱਖਤਾ ਦਾ ਇੱਕ ਦੂਸਰੇ ਦੇ ਨਾਲ, ਉਹ ਖਤਮ ਹੋ ਜਾਂਦਾ। ਹੁਣ ਜਿਹੜਾ ਸਿੱਖ ਧਰਮ ਆ, ਇਹ ਇੱਥੇ ਆ ਕੇ ਜਿਹੜੀਆਂ ਪਿਛਲੀਆਂ ਸਮੱਸਿਆਵਾਂ ਆ ਉਹਨਾਂ ਦੇ ਹੱਲ ਤੇ ਬਾਣੀ ਦੱਸਦੀ ਆ ਕਿ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਤੋਂ ਆਪਾਂ ਪਰਾਂ ਹੋ ਕੇ ਜਿਉਣਾ, ਪਰ ਨਾਲ ਮਨੁੱਖਤਾ ਦਾ ਭਵਿੱਖ ਵੀ ਜਿਹੜਾ ਆ ਉਹ ਵੀ ਕਾਇਮ ਰੱਖਣਾ ਆ। ਇਸ ਕਰਕੇ ਸਾਨੂੰ ਗ੍ਰਹਿਸਥ ਜੀਵਨ ਦਿੱਤਾ ਸੀਗਾ। ਇਹ ਜਿਹੜੇ ਦੇਸ਼ ਆ ਇਹ ਗ੍ਰਹਿਸਥ ਤੋਂ ਬਾਹਰ ਚਲੇ ਗਏ। ਹੁਣ ਜਾਪਾਨ 'ਚ ਕੋਈ ਵਿਆਹ ਨਹੀਂ ਕਰਾਉਂਦਾ, ਜਰਮਨ 'ਚ ਕੋਈ ਵਿਆਹ ਕਰਾ ਕੇ ਖੁਸ਼ ਨਹੀਂ, ਅਮਰੀਕਾ ਦੇ ਵਿੱਚ ਕੋਈ ਬਹੁਤਾ ਵਿਆਹ ਕਰਾ ਕੇ ਖੁਸ਼ ਨਹੀਂ ਹੈਗਾ। ਹੌਲੀ ਹੌਲੀ ਇਹ ਸਮੱਸਿਆ ਜਿਹੜੀ ਆ ਸਾਰੇ ਯੂਰਪ, ਅਮਰੀਕਾ, ਡਿਵੈਲਪਡ ਕੰਟਰੀ ਦੇ ਵਿੱਚ ਆ ਰਹੀ ਆ। ਸਿੱਖ ਧਰਮ ਜਿਹੜਾ ਆ, ਜਿਹੜੀ ਬਾਣੀ ਆ, ਇਹ ਇਸ ਸਮੱਸਿਆ ਦੇ ਉੱਤੇ ਹੱਲ ਆਉਂਦੇ ਨੇ ਤੇ ਮਨੁੱਖਤਾ ਦਾ ਭਵਿੱਖ ਆ ਜਿਹੜਾ ਉਹ ਖਤਰੇ ਦੇ ਵਿੱਚ ਪੈ ਜਾਏਗਾ। ਆਉਣ ਵਾਲਾ ਭਵਿੱਖ ਜਿਹੜਾ ਆ ਸਾਰੇ ਦੇਸ਼ ਹੌਲੀ ਹੌਲੀ, ਜਦੋਂ ਆਪਾਂ ਗੱਲ ਕਰਾਂਗੇ ਕਿ ਆਉਣ ਵਾਲੇ ਸਮੇਂ ਦੇ ਵਿੱਚ ਕਿ ਗੇ ਬਣ ਰਹੇ ਆ ਸਭ ਤੋਂ ਜ਼ਿਆਦਾ ਬੰਦੇ ਜਿਹੜੇ ਆ, ਜਦੋਂ ਆਪਾਂ ਕੇਸਾਂ ਦੀ ਗੱਲ ਕਰਾਂਗੇ, ਇਹ ਕੇਸ ਜਿਹੜੇ ਆ ਇਹ ਬੰਦੇ ਨੂੰ ਇਹ ਗੇ ਬਣਨ ਤੋਂ ਰੋਕਦੇ ਆ। ਗੇ ਨੂੰ ਹੁਣ ਸਾਰੇ ਦੇਸ਼ ਜਿਹੜੇ ਆ ਉਹ ਬੜਾ ਮਤਲਬ ਉਹਨਾਂ ਨੂੰ ਮਜਬੂਰੀ ਬਸ
ਇਹਦਾ ਵੀ ਉਹਨਾਂ ਨੂੰ ਜਿਹੜੀ ਕਾਨੂੰਨਨ ਜਿਹੜਾ ਆ ਉਹ ਦੇਣਾ ਪਿਆ। ਹੁਣ ਮਨੁੱਖਤਾ ਦੇ ਸਾਹਮਣੇ ਇੱਕ ਪਾਸੇ ਸਮੱਸਿਆਵਾਂ ਹੈਗੀਆਂ ਉਹਨਾਂ ਗਰੀਬ ਦੇਸ਼ਾਂ ਦੀਆਂ, ਜਿਨ੍ਹਾਂ ਦੇਸ਼ਾਂ ਦੇ ਵਿੱਚ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ, 5 ਦੇ 5 ਵਿਕਾਰ ਜਿਹੜੇ ਆ ਉਹ ਬਹੁਤ ਪ੍ਰਬਲ ਰੂਪ ਦੇ ਵਿੱਚ, ਕਿਉਂਕਿ ਉਹਨਾਂ ਦੇ ਅੰਦਰ ਅਜੇ ਭੁੱਖ ਆ, ਇਨਫੀਰੀਅਰਿਟੀ ਕੰਪਲੈਕਸ ਆ, ਉਹਨਾਂ ਦੇ ਅੰਦਰ ਇਹ ਭੁੱਖਾਂ ਜਿਹੜੀਆਂ ਪੂਰੀਆਂ ਨਹੀਂ ਹੋਈਆਂ। ਤੇ ਜਿਨ੍ਹਾਂ ਦੇਸ਼ਾਂ ਦੇ ਵਿੱਚ ਭੁੱਖਾਂ ਪੂਰੀਆਂ ਹੋ ਗਈਆਂ, ਉਹਨਾਂ ਦੇ ਸਾਹਮਣੇ ਗੇ ਹੋਣਾ ਜਾਂ ਉਹਨਾਂ ਦੇ ਸਾਹਮਣੇ ਗਾਂ ਆਪਣੀ ਪੀੜ੍ਹੀਆਂ ਨੂੰ ਅੱਗੇ ਤੋਰਨਾ, ਮਨੁੱਖਤਾ ਦੇ ਭਵਿੱਖ ਨੂੰ ਕਾਇਮ ਰੱਖਣਾ, ਉਹ ਸਮੱਸਿਆਵਾਂ ਨੈਗੇਟਿਵ ਗਰੋਥ ਰੇਟ ਹੋਣ ਦੇ ਨਾਲ ਹੌਲੀ ਹੌਲੀ ਮਨੁੱਖਤਾ ਜਿਹੜੀ ਆ ਉਹ ਖਤਮ ਹੋ ਜਾਏਗੀ। ਸੋ ਇਹਨਾਂ ਦੋਨਾਂ ਦੇ ਵਿਚਕਾਰਲਾ ਰਸਤਾ ਜਿਹੜਾ ਗੁਰਬਾਣੀ ਸਾਨੂੰ ਦੱਸਦੀ ਆ ਕਿ ਜਿੱਥੇ ਆਪਾਂ ਇਹਨਾਂ ਸਾਰੇ ਵਿਕਾਰਾਂ ਤੋਂ ਉੱਪਰ ਉੱਠ ਕੇ ਵੀ ਜਿਉਣਾ ਆ, ਤੇ ਨਾਲ ਆਪਣਾ ਗ੍ਰਹਿਸਤ ਜੀਵਨ ਹੈ, ਜਿਹੜੇ ਮਨੁੱਖਤਾ ਦਾ ਸਾਡਾ ਇੱਕ ਰੋਲ ਆ, ਸਾਡਾ ਇੱਕ ਫਰਜ਼ ਬਣਦਾ ਕਿ ਇਸ ਮਨੁੱਖਤਾ ਨੂੰ ਅੱਗੇ ਬੱਚੇ ਪੈਦਾ ਕਰਨੇ, ਉਹਨਾਂ ਬੱਚਿਆਂ ਨੂੰ ਅੱਗੇ ਪੜ੍ਹਾਉਣਾ ਲਿਖਾਉਣਾ, ਇੱਕ ਪਰਿਵਾਰ ਬਣਾਉਣਾ, ਇੱਕ ਫੈਮਿਲੀ ਬਣਾ ਕੇ ਰੱਖਣੀ। ਇਹ ਜਿਹੜਾ ਆ ਇਹ ਸਾਡੇ ਲਈ ਇੱਕ ਬਹੁਤ ਵੱਡਾ, ਇੱਕ ਗੁਰਬਾਣੀ ਦੇ ਰਾਹੀਂ ਆਪਾਂ ਸਾਰੇ ਸੰਸਾਰ ਨੂੰ ਇਹ ਸੁਨੇਹਾ ਦੇ ਸਕਦੇ ਹਾਂ ਕਿ ਗੁਰਬਾਣੀ ਇਹਨਾਂ ਦੋਨਾਂ ਸਮੱਸਿਆਵਾਂ ਦਾ ਇੱਕ ਬੈਲੈਂਸ ਬਣਾ ਕੇ ਰੱਖਦੀ ਆ। ਨਾ ਇਹ ਉਹਨਾਂ ਗਰੀਬ ਦੇਸ਼ਾਂ ਦੀਆਂ, ਅੰਡਰ ਡਿਵੈਲਪ ਕੰਟਰੀ ਵਾਲਿਆਂ ਜਾਂ ਅੰਡਰ ਡਿਵੈਲਪ ਜਿਹੜੀ ਮਾਨਸਿਕਤਾ ਆ, ਇਨਫੀਰੀਅਰਿਟੀ ਕੰਪਲੈਕਸ ਵਾਲੀ ਮਾਨਸਿਕਤਾ ਆ। ਖਾਸ ਕਰਕੇ ਤੁਸੀਂ ਦੇਖੋ ਜਿਹੜੀਆਂ ਬਲਾਤਕਾਰ ਦੀਆਂ ਘਟਨਾਵਾਂ ਹੁੰਦੀਆਂ ਦਿੱਲੀ ਵਰਗੇ ਵੱਡੇ ਮੈਟਰੋ 'ਚ, ਕੌਣ ਕਰਦੇ ਆ? ਉਹ ਲੋਕ ਕਰਦੇ ਆ ਜਿਹੜੇ ਜਾਂ ਆਟੋ ਚਲਾਉਂਦੇ ਆ, ਜਾਂ ਜਿਵੇਂ ਬੱਸ ਕੰਡਕਟਰ ਆ, ਜਾਂ ਜਿਹੜੇ ਜ਼ਿੰਦਗੀ ਦੇ ਨੀਵੇਂ ਪੱਧਰ ਦੇ ਉੱਪਰ ਆਮ ਤੌਰ ਦੇ ਉੱਪਰ ਰਹਿੰਦੇ ਆ, ਗੰਦੀਆਂ ਜਗ੍ਹਾ ਤੇ ਰਹਿੰਦੇ ਆ, ਛੋਟੇ ਛੋਟੇ ਘਰਾਂ ਦੇ ਵਿੱਚ ਰਹਿੰਦੇ ਆ, ਜਿਨ੍ਹਾਂ ਨੂੰ ਖੁੱਲ ਕੇ ਜਿਉਣ ਦਾ ਨਾ ਮੌਕਾ ਮਿਲਿਆ, ਨਾ ਉਹਨਾਂ ਨੂੰ ਖੁੱਲੀ ਹਵਾ ਪਾਣੀ ਮਿਲਿਆ, ਨਾ ਇੱਕ ਕਮਰੇ 'ਚ ਸਾਰੇ ਪਰਿਵਾਰ ਬਣਾ ਲੈਂਦੇ। 1 ਜਾਂ 2 ਕਮਰੇ ਹੁੰਦੇ ਦਿੱਲੀ ਦੇ ਵਿੱਚ, ਜਿਹੜੇ ਸਲਮ ਏਰੀਆ ਜਾਂ ਬਹੁਤ, ਉੱਥੋਂ ਇਹ ਸਾਰਾ ਫਿਰ ਅਪਰਾਧ ਜਿਹੜਾ ਆ, ਇਹ ਸਾਰੀਆਂ ਸਮੱਸਿਆਵਾਂ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਵਾਲੀਆਂ ਪੈਦਾ ਹੁੰਦੀਆਂ ਆ। ਇਹ ਇਨਫੀਰੀਅਰਿਟੀ ਕੰਪਲੈਕਸ ਤੇ ਮਨੁੱਖੀ ਮਨ ਦੀ ਜਿਹੜੀ ਉਹ ਭਾਵਨਾਵਾਂ ਦੱਬੀਆਂ ਰਹਿ ਜਾਂਦੀਆਂ ਉਹਨਾਂ ਨੂੰ ਸੁਹੱਪਣ ਦਾ, ਜਿਹਨੂੰ ਆਪਾਂ ਕਹਿੰਦੇ ਨਾ, ਅੱਜ ਨਾ ਸੁੱਤੀ ਕੰਤ ਸਿਓ ਅੰਗ ਮੁੜ ਜਾਏ, ਇੱਕ ਸ਼ਿੰਗਾਰ ਰਸ ਦਾ ਉਹ ਸੁਹੱਪਣ, ਜ਼ਿੰਦਗੀ ਦਾ ਜਿਹੜਾ ਸੋਹਣਾ ਪਾਸਾ, ਬਲਿਹਾਰੀ ਕੁਦਰਤ ਵਸਿਆ ਤੇਰਾ ਅੰਤ ਨਾ ਜਾਈ ਲਖਿਆ, ਜ਼ਿੰਦਗੀ ਦਾ ਉਹ ਸੋਹਣੇ ਤਰੀਕੇ ਦੇ ਨਾਲ ਸਾਫ਼ ਹਵਾ ਪਾਣੀ 'ਚ ਰਹਿਣਾ, ਸਾਫ਼ ਸੁਥਰੀ ਸੋਚ ਰੱਖਣੀ, ਉਹਨਾਂ ਚੀਜ਼ਾਂ ਤੋਂ ਦੂਰ ਰਹਿੰਦੇ ਹੋਏ ਫਿਰ ਇਹਨਾਂ ਦੀਆਂ ਭਾਵਨਾਵਾਂ ਜਿਹੜੀਆਂ ਸਾਰੀਆਂ ਦੀਆਂ ਸਾਰੀਆਂ ਛੋਟੇ ਛੋਟੇ ਘਰਾਂ 'ਚ ਇੱਕ ਕਮਰੇ 'ਚ ਰਹਿੰਦੀਆਂ, ਉਹ ਦੱਬੀਆਂ ਜਾਂਦੀਆਂ, ਤੇ ਉਹਦੇ ਵਿੱਚੋਂ ਫਿਰ ਇਹ ਸਾਰੀਆਂ ਸਮੱਸਿਆਵਾਂ ਪੈਦਾ ਹੁੰਦੀਆਂ। ਦੂਸਰੇ ਪਾਸੇ ਜਿਨ੍ਹਾਂ ਨੇ ਮਹੱਲ ਬਣਾ ਲਏ, ਉਹਨਾਂ ਨੇ ਸਾਰੇ ਭੋਗ ਲਏ, ਉਹ ਫਿਰ ਜਿਵੇਂ ਸ਼ਾਹਰੁਖ ਖਾਨ ਦਾ ਮੁੰਡਾ ਹੁਣ ਫੜ ਹੋ ਗਿਆ LCD ਦੀ ਪਾਰਟੀ ਦੇ ਵਿੱਚ, ਇਹ ਅੱਜ ਦੀ ਨਹੀਂ ਚੱਲਦੀ, ਇਹ ਬਹੁਤ ਪੁਰਾਣੀਆਂ, ਮਤਲਬ 80ਵਿਆਂ ਤੋਂ 70ਵਿਆਂ ਤੋਂ ਇਹ ਸਾਰੀਆਂ ਅਮਰੀਕਾ ਦੇ ਵਿੱਚ ਚੱਲਦੀਆਂ ਸੀ ਪਾਰਟੀਆਂ। ਮੈਟਰੋ ਵਿੱਚ ਲਗਭਗ 1980 'ਚ ਇੰਡੀਆ ਦੇ ਵਿੱਚ ਮੈਟਰੋ 'ਚ ਪਾਰਟੀਆਂ ਆ ਗਈਆਂ। ਉਸ ਤੋਂ ਬਾਅਦ ਜਿੰਨੀ ਆਫੀਸਰ ਕਲਾਸ ਹੈ, ਜਿੰਨੀ ਬਿਊਰੋਕਰੈਟ ਕਲਾਸ ਆ, ਉਹਦਾ ਬਹੁਤ ਵੱਡਾ ਪਾਰਟ ਜਿਹੜਾ ਆ ਉਹ ਬਾਈ ਸਵੈਪਿੰਗ, ਈਵਨ ਮਿਲਟਰੀ ਦੇ ਵੱਡੇ ਅਫਸਰ ਬਾਈ ਸਵੈਪਿੰਗ ਤੋਂ ਲੈ ਕੇ ਫਿਰ ਅੱਗੇ ਗੇ ਹੋਣਾ, ਅੱਗੇ ਇਸ ਤਰੀਕੇ ਦੇ LCD ਵਾਲੀਆਂ ਪਾਰਟੀਆਂ ਕਰਨੀਆਂ, ਜਿਹਦੇ 'ਚ ਸੂਟੇ ਖਿੱਚਣੇ LCD ਦੇ, ਜਿਹੜਾ ਤੁਹਾਨੂੰ ਇੱਕ ਮਤਲਬ ਡਿਪਰੈਸ਼ਨ ਤੋਂ ਬਚਾਉਣ ਦੇ ਲਈ, ਜਦੋਂ ਸਾਰਾ ਕੁਝ ਬੰਦੇ ਨੂੰ ਪ੍ਰਾਪਤ ਹੋ ਜਾਂਦਾ ਫਿਰ ਵੀ ਬੰਦੇ ਨੂੰ ਡਿਪਰੈਸ਼ਨ ਆਉਂਦਾ। ਜਦੋਂ ਹਰ ਚੀਜ਼ ਜ਼ਿੰਦਗੀ ਦੀ ਪ੍ਰਾਪਤ ਹੋ ਜਾਂਦੀ, ਬੰਦਾ ਕਹਿੰਦਾ ਹੁਣ ਕਰਾਂ ਕੀ ਮੈਂ, ਹੁਣ ਤਾਂ ਹਰ ਚੀਜ਼ ਭੋਗ ਲਈ ਜ਼ਿੰਦਗੀ ਦੀ, ਪੈਸੇ ਦੇ ਨਾਲ ਤਰ੍ਹਾਂ ਦੇ ਹੋਟਲਾਂ ਵਿੱਚ ਜਾ ਕੇ ਹਰ ਤਰ੍ਹਾਂ ਦੇ ਭੋਗ ਕੇ ਦੇਖ ਲੈ, ਤੇ ਅੰਦਰੋਂ ਫਿਰ ਜਿਹੜੀ ਅੰਦਰਲੀ ਜਿਹੜੀ ਕਮੀ ਸੀਗੀ, ਅੰਦਰ ਜਿਹੜਾ ਇੱਕ ਵੈਕਿਊਮ ਬਣਿਆ ਸੀਗਾ, ਉਹ ਨਹੀਂ ਪੂਰਾ ਹੋਇਆ। ਉਹ ਫਿਰ ਪੂਰਾ ਕਰਨ ਦਾ ਜਿਹੜਾ ਰਸਤਾ ਆ, ਉਹ ਫਿਰ ਬਾਣੀ ਦੱਸਦੀ ਆ ਕਿ ਮਨੁੱਖ ਨੇ ਜਦੋਂ ਇਕੱਲਾ ਵੀ ਰਹਿ ਜਾਵੇ, ਗੁਰਮਿਰ ਸੰਗ ਸਦਾ ਹੈ ਨਾਲੇ, ਉਹ ਨਿਤਨੇਮ ਦੇ ਵਿੱਚੋਂ ਨਿਕਲਦਾ, ਸਵੇਰੇ ਸ਼ਾਮ ਦੇ ਨਿਤਨੇਮ ਦੇ ਵਿੱਚੋਂ, ਉਹ ਪਰਉਪਕਾਰ ਵਿੱਚੋਂ ਨਿਕਲਦਾ ਕਿ ਜੇ ਤੇਰੀਆਂ ਲੋੜਾਂ ਪੂਰੀਆਂ ਹੋ ਗਈਆਂ ਤੇ ਫਿਰ ਹੁਣ ਸੰਸਾਰ ਦੇ ਨਾਲ ਜੁੜ ਕੇ ਚੱਲ, ਆਪ ਜਪੈ ਅਵਰੈ ਨਾਮ ਜਪਾਵੇ। ਸਿਰਫ ਨਾਮ ਜਪਾਉਣ ਦਾ ਅਰਥ ਇਹੀ ਆ, ਇਹ ਨਹੀਂ ਕਿ ਬੰਦਿਆਂ ਨੂੰ ਬਿਠਾ ਲੈਣਾ, ਸਗੋਂ ਬੰਦਿਆਂ ਦੇ ਨਾਲ ਜਿਨ੍ਹਾਂ ਨੂੰ ਜਿਹੜੀ ਲੋੜ ਆ ਉਹਨਾਂ ਦੀ ਪੂਰੀ ਕਰਕੇ ਉਹਨਾਂ ਨੂੰ ਵਾਹਿਗੁਰੂ ਦੇ ਨਾਲ ਜੋੜਨਾ, ਉਹਨਾਂ ਨੂੰ ਜ਼ਿੰਦਗੀ ਦਾ ਅਸਲੀ ਉਦੇਸ਼ ਦੱਸਣਾ, ਜਿਹੜੀ ਵੈਕਿਊਮ ਬੰਦੇ ਦੇ ਅੰਦਰ ਪੈਦਾ ਹੋ ਜਾਂਦੀ ਆ, ਉਹਦਾ ਉਦੇਸ਼ ਦੱਸਣਾ। ਹੁਣ ਸੰਸਾਰ ਦੇ ਵਿੱਚ ਅੱਜ ਜੋ ਵਾਪਰ ਰਿਹਾ ਉਹ ਇਹੀ ਆ ਕਿ ਜਿਹੜਾ ਅਮੀਰਾਂ ਦੇ ਅੰਦਰ ਵੈਕਿਊਮ ਆ, ਉਹ LCD ਪਾਰਟੀਆਂ ਨਾਲ ਵੀ ਨਹੀਂ ਹੱਲ ਹੋਇਆ, ਉਹ ਗੇ ਬਣ ਕੇ ਵੀ ਨਹੀਂ ਹੱਲ ਹੋਇਆ, ਉਹ ਕਿਸੇ ਹੋਰ ਤਰੀਕੇ ਨਾਲ ਨਵੇਂ ਤਰੀਕੇ ਲੱਭ ਕੇ ਐਸ਼ ਪ੍ਰਸਤੀ ਦੇ, ਉਹਨਾਂ ਦੇ ਨਾਲ ਵੀ ਨਹੀਂ ਹੱਲ ਹੋਇਆ। ਉਹ ਫਿਰ ਸੰਸਾਰ ਦੇ ਵਿੱਚ ਇਦਾਂ ਦੇ ਧਰਮ ਗੁਰੂ ਪੈਦਾ ਹੋ ਗਏ, ਓਸ਼ੋ ਵਰਗੇ, ਆਸਾਰਾਮ ਵਰਗੇ, ਰਾਮ ਰਹੀਮ ਵਰਗੇ। ਰਾਮ ਰਹੀਮ ਗਰੀਬਾਂ ਦਾ ਗੁਰੂ ਆ, ਵੱਡਿਆਂ ਅਮੀਰਾਂ ਦੇ ਜਿਹੜੇ ਵੱਡੇ ਜੋਗੀ, ਜਿਹੜੇ ਜਿੱਦਾਂ ਆਰਟ ਆਫ ਲਿਵਿੰਗ ਵਾਲਾ ਆ, ਇਸ ਤਰ੍ਹਾਂ ਦੇ ਗੁਰੂ ਪੈਦਾ ਹੋ ਗਏ, ਜਿਹੜੇ ਉਹਨਾਂ ਲੋਕਾਂ ਦੇ ਫਿਰ ਪੈਸੇ ਨੂੰ
ਉੱਤੇ ਨਿਗਾਹ ਹੁੰਦੀ ਇਹਨਾਂ ਦੀ, ਉਹ ਗੁਰੂ ਅਸਲ ਦੇ ਵਿੱਚ ਧਰਮ ਦੇ ਨਾਲ ਨਹੀਂ ਜੋੜਦੇ ਹੁੰਦੇ। ਉਹਨਾਂ ਦੇ ਅੰਦਰ ਜਿਹੜੀ ਵੈਕਿਊਮ ਬਣੀ ਆ ਉਹਦਾ ਇਮੋਸ਼ਨਲ ਬਲੈਕਮੇਲ ਕਰਕੇ ਤੇ ਉਹਨਾਂ ਨੂੰ ਧਿਆਨ ਜਾਂ ਹੋਰ ਕਿਸੇ ਪਾਸੇ ਜੋੜ ਕੇ ਤੇ ਉਹ ਬੜਾ ਪੈਸਾ ਖਰਚੇ। ਸੱਤਿਆ ਸਾਈਂ ਬਾਬਾ ਦੇ ਲੋਕੀ ਕਰੋੜਾਂ ਰੁਪਈਆ ਚੜਾਉਂਦੇ ਜਾ ਕੇ। ਆਰਟ ਆਫ ਲਿਵਿੰਗ ਵਾਲੇ ਕੋਲ ਕੋਈ ਪੈਸੇ ਦੀ ਕਮੀ ਨਹੀਂ, ਆਸਾਰਾਮ ਵਰਗਿਆਂ ਕੋਲ ਕੋਈ ਪੈਸੇ ਦੀ ਕਮੀ ਨਹੀਂ ਸੀਗੀ। ਤੇ ਇੱਕ ਪਾਸੇ ਛੋਟੇ ਛੋਟੇ ਗਰੀਬਾਂ ਦੇ ਗੁਰੂ ਆ, ਜਿਹੜੀ ਕ੍ਰਿਸਚੈਨਿਟੀ ਆ ਜਿੱਦਾਂ ਆਪਾਂ ਕਹਿੰਦੇ ਆ, ਇਹਨਾਂ ਦੇ ਕੋਲ ਸਮੱਸਿਆਵਾਂ ਇੰਨੀਆਂ ਆ ਕਿ ਇਹਨਾਂ ਦੇ ਤਾਂ ਆਪਣੇ ਰੋਟੀ ਪਾਣੀ ਦੇ ਮਸਲੇ, ਘਰ 'ਚ ਕੁੜੀ ਹੋਣੀ ਕਿ ਮੁੰਡਾ ਹੋਣਾ ਉਹਦੇ ਮਸਲੇ, ਇਹ ਮਸਲੇ ਫਿਰ ਇਹ ਕ੍ਰਿਸਚਨ ਜਿਹੜੇ ਆ ਇਹ ਛੋਟੇ ਲੋਕਾਂ ਨੂੰ ਨਾਲ ਜੋੜ ਕੇ ਬਾਬਾ ਰਾਮ ਰਹੀਮ ਵਰਗੇ ਇਹ ਲੋਕ ਜਿਹੜਾ ਇਮੋਸ਼ਨਲ ਬਲੈਕਮੇਲ ਕਰਦੇ ਆ। ਸੋ ਇਹਦੇ ਵਿੱਚੋਂ ਆਪਾਂ ਗੁਰਬਾਣੀ ਦਾ ਹੱਲ ਲੋਕਾਂ ਦੇ ਸਾਹਮਣੇ ਲੈ ਕੇ ਜਾਣਾ ਕਿ ਗੁਰਬਾਣੀ ਕਿਵੇਂ ਇਹਨਾਂ ਛੋਟੇ ਛੋਟੇ ਪ੍ਰਸ਼ਨਾਂ ਦੇ ਹੱਲ ਵੀ ਕਰਦੀ ਆ, ਛੋਟੇ ਲੈਵਲ ਵਾਲੇ ਪ੍ਰਸ਼ਨਾਂ ਦੇ ਵੀ, ਤੇ ਜਿਹੜੇ ਇਹਨਾਂ ਤੋਂ ਪਾਰ ਹੋ ਕੇ ਅੰਦਰ ਇੱਕ ਵੈਕਿਊਮ ਕ੍ਰੀਏਟ ਹੁੰਦੀ, ਅੰਦਰ ਇੱਕ ਖਾਲੀਪਣ ਦਾ ਅਹਿਸਾਸ, ਅੰਦਰ ਇਕੱਲੇਪਣ ਦਾ ਅਹਿਸਾਸ ਹੁੰਦਾ ਹੈ ਬੰਦੇ ਨੂੰ ਰਿਟਾਇਰਡ ਲਾਈਫ ਦੇ ਵਿੱਚ ਸਾਰੇ ਭੋਗ ਭੋਗਣ ਤੋਂ ਬਾਅਦ ਵੀ। ਉਹ ਮਨੁੱਖੀ ਸਮੱਸਿਆਵਾਂ ਦਾ ਹੱਲ ਜਿਹੜਾ ਆ ਉਹ ਸਾਰੀਆਂ ਦਾ ਹੱਲ ਗੁਰਬਾਣੀ ਦੱਸਦੀ ਹੈ, ਇੱਕ ਬੈਲੈਂਸ ਰੂਪ ਦੇ ਵਿੱਚ, ਇੱਕ ਪਰਿਵਾਰਕ ਰੂਪ ਦੇ ਵਿੱਚ, ਇੱਕ ਸਮਾਜ ਦੇ ਰੂਪ ਦੇ ਵਿੱਚ ਬੰਦੇ ਨੇ ਕਿਸ ਤਰ੍ਹਾਂ ਰਹਿਣਾ ਆ। ਜਦੋਂ ਅਸੀਂ ਇਹ ਲੋਕਾਂ ਤੱਕ ਲੈ ਜਾਾਂਗੇ ਗੁਰਬਾਣੀ ਦੇ ਰਾਹੀਂ ਤੇ ਗੁਰਬਾਣੀ ਇਹਨਾਂ ਦਾ ਹੱਲ ਕਿੱਦਾਂ ਦੱਸਦੀ ਆ, ਤੇ ਕੋਈ ਵੱਡੀ ਗੱਲ ਨਹੀਂ। ਸਾਨੂੰ ਮੋਟੀਵੇਟਰਸ ਦੀ ਲੋੜ ਹੈ ਇਸ ਵੇਲੇ ਮਤਲਬ ਇੱਕ ਤਾਂ ਗੁਰਦੁਆਰਾ ਸਾਹਿਬ ਤੋਂ ਜਿਹੜੇ ਪ੍ਰਚਾਰ ਕਰਦੇ ਉਹਨਾਂ ਦੀ ਲੋੜ ਆ, ਉਹ ਧਰਮ ਗੁਰੂਆਂ ਵਾਂਗ ਜਾ ਕੇ ਪ੍ਰਚਾਰ ਕਰਨ, ਜਿਹੜੇ ਛੋਟੇ ਲੋਕਾਂ ਨੂੰ ਉਹਨਾਂ ਦੀਆਂ ਸਮੱਸਿਆਵਾਂ ਦੇ ਹੱਲ ਦੱਸਣ। ਜਿਹੜੇ ਅੱਗੇ ਲੰਘ ਹੈ ਵੈਸਟ ਦੇ ਵਿੱਚ, ਕਿਉਂਕਿ ਵੈਸਟ ਕ੍ਰਿਸਚੈਨਿਟੀ ਰਾਹੀਂ ਸਾਡੇ ਉੱਪਰ ਆ ਕੇ ਇੱਥੇ ਸਾਡੀ ਗਰੀਬੀ ਦਾ ਨਜਾਇਜ਼ ਫਾਇਦਾ ਉਠਾਉਂਦਾ ਹੈ, ਸਾਨੂੰ ਉਹਨਾਂ ਦੀ ਅਮੀਰੀ ਦੇ ਜਿਹੜੇ ਹੱਲ ਆ ਉਹ ਵੀ ਨਾਲ ਨਾਲ ਸਾਨੂੰ ਉਸ ਤਰ੍ਹਾਂ ਦੇ ਪ੍ਰਚਾਰਕ, ਉਸ ਤਰ੍ਹਾਂ ਦੇ ਮੋਟੀਵੇਟਰ, ਉਸ ਤਰ੍ਹਾਂ ਦੇ ਉਹਨਾਂ ਦੀ ਸਮੱਸਿਆਵਾਂ ਨੂੰ ਸਮਝ ਕੇ ਉਹਨਾਂ ਦੇ ਅੰਦਰ ਖਾਲੀਪਣ ਦੇ ਵਿੱਚੋਂ ਜਿਹੜਾ ਗੁਰਬਾਣੀ ਦਾ ਸੰਗੀਤ, ਗੁਰਬਾਣੀ ਦਾ ਕੀਰਤਨ ਉਹਨਾਂ ਦੇ ਅੰਦਰ ਜਾਵੇ, ਉਹਨਾਂ ਨੂੰ ਫਿਰ ਉਸ ਤੋਂ ਬਾਅਦ ਉਹ ਗੁਰਬਾਣੀ ਦੇ ਅਰਥਾਂ ਵੱਲ ਨੂੰ ਵਧਣਗੇ। ਉਹ ਕੀਰਤਨ ਦੇ ਨਾਲ, ਗੁਰਬਾਣੀ ਦੇ ਮਿਊਜ਼ਿਕ ਦੇ ਨਾਲ ਬੜੀ ਛੇਤੀ ਜੁੜਦੇ ਆ। ਤੁਸੀਂ ਆਪ ਜੀ ਭਾਵੇਂ ਦਰਬਾਰ ਸਾਹਿਬ ਆ ਕੇ ਦੇਖ ਲਓ, ਜਾਂ ਜਿਨ੍ਹਾਂ ਨੂੰ ਵੀ ਤੁਸੀਂ ਕੀਰਤਨ ਦੇ ਰਾਹੀਂ ਜੋੜ ਸਕਦੇ ਆ, ਉਹ ਸਾਡੇ ਕੋਲ ਵੱਡੇ ਵੱਡੇ ਸੰਗੀਤਕਾਰ, ਵੱਡੇ ਵੱਡੇ ਉਹ ਮਿਊਜ਼ੀਸ਼ੀਅਨ ਜਿਹੜੇ ਗੁਰਬਾਣੀ ਦੀ ਗੱਲ ਨਾਲ ਕਰਨ, ਨਾਲ ਉਹਨਾਂ ਨੂੰ ਸਮਝਾ ਸਕਣ। ਫਿਰ ਸਾਨੂੰ ਯੂਨੀਵਰਸਿਟੀਆਂ ਦੇ ਵਿੱਚ ਪ੍ਰੋਫੈਸਰ ਬਣਾ ਕੇ ਭੇਜਣੇ ਪੈਣਗੇ ਆਪਣੇ ਬੱਚਿਆਂ ਨੂੰ, ਨੌਜਵਾਨਾਂ ਨੂੰ ਪੜ੍ਹਾ ਕੇ, ਜਿਹੜੇ ਉੱਥੇ ਜਾ ਕੇ ਆਕਸਫੋਰਡ ਵਰਗੀਆਂ ਯੂਨੀਵਰਸਿਟੀ, ਜਿੱਦਾਂ ਸੁਰਿੰਦਰ ਸਿੰਘ ਹੁਣ ਗੱਲ ਕਰਦੇ, ਉਹਨਾਂ ਨੇ ਬੜੇ ਉੱਥੇ ਸਿੱਖ ਬਣਾਤੇ, ਕਿਉਂਕਿ ਰਬਾਬ ਦੇ ਰਾਹੀਂ ਮਤਲਬ ਗੋਰੇ ਉਹਨਾਂ ਨੇ ਬੜੇ ਜੋੜ ਦਿੱਤੇ। ਉਹ ਮਿਊਜ਼ਿਕ ਜਿਹੜਾ ਜਦੋਂ ਗੁਰਬਾਣੀ ਦਾ, ਉਹ ਅੰਦਰ ਬੰਦੇ ਨੂੰ ਬਿਲਕੁਲ ਅੰਦਰ ਜਿਹੜਾ ਸਾਡੇ ਖਾਲੀਪਣ ਆ ਜਾਂ ਅੰਦਰ ਜਿਹੜੇ ਵਿਕਾਰ ਆ, ਗੁਰਬਾਣੀ ਦਾ ਭਾਵੇਂ ਸਮਝ ਵੀ ਨਾ ਲੱਗੇ, ਉਹ ਇੱਕਦਮ ਅੰਦਰ ਇੰਨਾ ਰਸ ਭਰਦਾ ਆ ਕਿ ਉਹ ਰਸ ਦੇ ਵਿੱਚੋਂ ਫਿਰ ਜਿਹੜਾ ਆ ਸਾਡੀਆਂ ਸਮੱਸਿਆਵਾਂ ਦਾ ਹੱਲ ਜਿਹੜਾ ਆ ਉਹ ਨਿਕਲਦਾ ਆ। ਤਾਂ ਸਭ ਤੋਂ ਪਹਿਲਾਂ ਜਿਹੜਾ ਸਾਡਾ ਕੰਮ ਆ, ਇਹ ਦੋ ਤਬਕਿਆਂ ਨੂੰ ਅਲੱਗ-ਅਲੱਗ ਤਰੀਕਿਆਂ ਦੇ ਨਾਲ ਵੰਡ ਕੇ, ਫਿਰ ਮਿਡਲ ਕਲਾਸ ਦੀਆਂ ਆਪਣੀਆਂ ਸਮੱਸਿਆਵਾਂ ਉਹਨਾਂ ਨੂੰ ਅਲੱਗ ਤਰੀਕੇ ਦੇ ਨਾਲ ਹੱਲ ਕਰਕੇ ਇਹ ਫਿਰ ਅਸੀਂ ਅੱਗੇ ਲੈ ਕੇ ਸਾਨੂੰ ਜਾਣਾ ਪਏਗਾ। ਦੂਸਰੀ ਜਿਹੜੀ ਗੱਲ ਹੈਗੀ ਉਹ ਹੈਗੇ ਆ ਬਹੁਤ ਸਾਰੇ ਅਣਸੁਲਝੇ ਪ੍ਰਸ਼ਨ ਆ ਜਿਨ੍ਹਾਂ ਦੇ ਅੱਗੇ ਲੋਕਾਂ ਨੇ, ਵਿਦਵਾਨਾਂ ਨੇ, ਫਿਲਾਸਫਰਸ ਨੇ, ਵਿਗਿਆਨਕਾਂ ਨੇ ਹੱਥ ਖੜੇ ਕਰ ਦਿੱਤੇ ਕਿ ਇਹਨਾਂ ਦਾ ਹੱਲ ਸ਼ਾਇਦ ਕਦੀ ਆਪਾਂ ਨਹੀਂ ਲੱਭ ਸਕਾਂਗੇ। ਉਹਨਾਂ ਦੇ ਹੱਲ ਜੇ ਅਸੀਂ ਗੁਰਬਾਣੀ ਰਾਹੀਂ ਲੋਕਾਂ ਦੇ ਸਾਹਮਣੇ ਰੱਖ ਸਕੀਏ, ਸਭ ਤੋਂ ਪਹਿਲਾਂ ਇਹ ਜਿਹੜੀ ਜ਼ਿੰਦਗੀ ਆ ਹੈ ਕੀ ਆ, ਜਿਹੜੀ ਲਾਈਫ ਆ ਇਹ ਕੀ ਆ, ਇਹ ਅੱਜ ਤੱਕ ਕੋਈ ਨਹੀਂ ਦੱਸ ਸਕਿਆ। ਕਿਸੇ ਨੂੰ ਵੀ ਨਹੀਂ ਪਤਾ ਕਿ ਜ਼ਿੰਦਗੀ ਕੀ ਆ। ਮੈਂ ਇਸ ਸੰਸਾਰ ਦੇ ਉੱਤੇ ਹੈਗਾ, ਮੈਂ ਇਕੱਲਾ ਹੀ ਆ ਕਿ ਇਦਾਂ ਦੀਆਂ ਧਰਤੀਆਂ ਹੋਰ ਵੀ ਆ, ਕਿ ਇਹ ਜਿਹੜੀ ਮਨੁੱਖੀ ਸੱਭਿਅਤਾ ਆ ਇਹਦਾ ਕਿਸੇ ਹੋਰ ਦੇ ਨਾਲ ਲਿੰਕ ਆ ਜਾਂ ਕਿਵੇਂ ਪੈਦਾ ਹੁੰਦਾ। ਹੁਣ ਮੈਂ ਜਦੋਂ ਮੈਂ ਸਲਾਈਡ ਲਵਾਂਗਾ, ਉਹਦੇ ਵਿੱਚ ਇੱਕ ਬਹੁਤ ਗਰਾਊਂਡ ਬ੍ਰੇਕਿੰਗ ਜਿਹੜੀ ਡਿਸਕਵਰੀ ਆ ਉਹ ਹਾਰਵਰਡ ਯੂਨੀਵਰਸਿਟੀ ਦੇ ਐਸਟ੍ਰੋਨੋਮੀ ਦੇ ਪ੍ਰੋਫੈਸਰ ਨੇ ਕੀਤੀ ਆ, ਉਹਦੇ ਬਾਰੇ ਫਿਰ ਆਪਾਂ ਕਰਦੇ ਹਾਂ ਗੱਲ ਬਾਅਦ ਦੇ ਵਿੱਚ। ਸੋ ਸਾਡੇ ਸਾਹਮਣੇ ਜਿਹੜੇ ਇਸ ਵੇਲੇ ਸੰਸਾਰ ਦੇ ਸਾਹਮਣੇ ਪ੍ਰਸ਼ਨ ਆ, ਸਭ ਤੋਂ ਵੱਡਾ ਪ੍ਰਸ਼ਨ ਹੈਗਾ ਕਿ ਜ਼ਿੰਦਗੀ ਕੀ ਆ। ਫਿਰ ਜਿਹੜਾ ਸਾਰੇ ਦਾ ਸਾਰਾ ਪਦਾਰਥ ਆ ਦੁਨੀਆ ਦੇ ਵਿੱਚ, ਇਹ ਪਦਾਰਥ ਕਿਵੇਂ ਬਣਿਆ, ਕਿੱਥੋਂ ਬਣਿਆ, ਕਿੱਦਾਂ ਪੈਦਾ ਹੋਇਆ। ਹੁਣ ਆਪਾਂ ਪਹਿਲਾਂ ਵੀ ਗੱਲ ਕਰ ਚੁੱਕੇ ਕਈ ਵਾਰ, ਮੈਂ ਤੇ ਵੀਰ ਹਰਜੀਤ ਸਿੰਘ ਜੀ, ਸਫ਼ਰ ਕਰਦੇ ਕਰਦੇ ਵੀ, ਕਿ ਮੰਨ ਲਓ ਇੱਕ ਜਲੰਧਰ ਦੀ ਉਦਾਹਰਣ ਲੈ ਲਈਏ, ਨਿਊਯਾਰਕ ਦੀ ਉਦਾਹਰਣ ਲੈ ਲਈਏ, ਲੰਡਨ ਦੀ ਉਦਾਹਰਣ ਲੈ ਲਈਏ, ਕਿੰਨੀਆਂ ਗੱਡੀਆਂ, ਕਿੰਨੇ ਉੱਥੇ ਪੁਲ, ਕਿੰਨਾ ਇਮਾਰਤਾਂ, ਕਿੰਨੇ ਵੱਡੇ ਵੱਡੇ ਸਭ ਕੁਝ, ਹੁਣ ਇਹ ਸਾਰਾ ਬਣਿਆ ਤੇ ਪਦਾਰਥ ਤੋਂ ਆ। ਤੇ ਜੇ ਸਾਰੇ ਸੰਸਾਰ ਨੂੰ ਲੈ ਲਈਏ, ਸਾਰੀ ਧਰਤੀ ਤੇ ਕਿੰਨਾ ਇਹ ਪਦਾਰਥ ਬਣਿਆ ਆ, ਕਿੰਨਾ ਲੋਹਾ, ਕਿੰਨਾ ਸੀਮਟ, ਕਿੰਨਾ ਸਭ ਕੁਝ। ਫਿਰ ਧਰਤੀ ਦੇ ਉੱਤੇ ਅੰਤ ਨਹੀਂ ਕੋਈ ਵੀ, ਕਿੰਨਾ ਪਾਣੀ ਭਰਿਆ ਪਿਆ, ਦਰਖਤ, ਇਹ ਜਿਹੜੇ ਪਦਾਰਥ ਤੋਂ ਬਣੇ ਆ। ਫਿਰ ਜੇ ਸਾਰੇ ਉਸ ਤੋਂ ਬਾਅਦ ਸੋਲਰ ਸਿਸਟਮ ਦੀ ਗੱਲ ਕਰੀਏ, ਧਰਤੀ ਨਿੱਕੀ ਜਿਹੀ ਲੱਗਦੀ ਇੱਕ ਪੁਆਇੰਟ ਸੂਰਜ ਦੇ ਮੂਹਰੇ, ਤੇ ਇਦਾਂ ਦੇ
ਇਹ ਗੈਲੈਕਸੀ ਦੇ ਵਿੱਚ ਇੱਕ ਗੈਲੈਕਸੀ 'ਚ ਟ੍ਰਿਲੀਅਨਸ ਆਫ ਇਦਾਂ ਦੇ ਸੂਰਜ ਆ ਜਿਨ੍ਹਾਂ ਦੀ ਗਿਣਤੀ ਮੁੱਕ ਜਾਂਦੀ ਆ। ਫਿਰ ਹੁਣ ਸਾਇੰਟਿਸਟ ਕਹਿੰਦੇ ਇੱਕ ਬ੍ਰਹਿਮੰਡ ਦੇ ਵਿੱਚ ਬਿਲੀਅਨਸ ਆਫ ਗੈਲੈਕਸੀਜ਼ ਆ, ਤੇ ਇਹ ਸਾਰਿਆਂ ਨੂੰ ਜੇ ਗਿਣਨ ਲੱਗੀਏ ਤਾਂ ਬੋਰਡ ਦੇ ਉੱਪਰ ਲਿਖਦੇ ਲਿਖਦੇ ਕਈ ਵਾਰ ਮੈਂ ਬੱਚਿਆਂ ਨੂੰ ਸਮਝਾਉਂਦੇ ਬੋਰਡ ਤੇ ਲਿਖਦੇ ਜ਼ੀਰੋਆਂ ਮੁੱਕ ਜਾਂਦੀਆਂ। ਇੰਨੇ ਤਾਰੇ, ਇੰਨੇ ਸੂਰਜ, ਇੰਨੇ ਇੱਕ ਬ੍ਰਹਿਮੰਡ ਦਾ ਇਹ ਪਸਾਰਾ ਆ, ਉਹ ਵੀ ਜ਼ੀਰੋਆਂ ਮੁੱਕ ਜਾਂਦੀਆਂ, ਉਹ ਬੇਅੰਤ ਹੋ ਜਾਂਦਾ। ਫਿਰ ਬਾਣੀ ਕਹਿੰਦੀ ਸੀਗੀ ਕਿ ਕੋਟ ਬ੍ਰਹਿਮੰਡ ਕੋ ਠਾਕੁਰ ਸੁਆਮੀ ਸਰਬ ਕਲਾ ਕਾ ਗਿਆਤਾ ਹੈ, ਕਿ ਬ੍ਰਹਿਮੰਡ ਵੀ ਕਰੋੜਾਂ ਆ। ਹੁਣ ਜਦੋਂ ਪਹਿਲੇ ਤੇ ਆਪਾਂ ਯੂਨੀਵਰਸ ਕਹਿੰਦੇ ਸੀਗੇ, ਪਰ ਬਾਣੀ ਕਹਿੰਦੀ ਸੀ ਬ੍ਰਹਿਮੰਡ ਵੀ ਕਰੋੜਾਂ, ਕੋਟ ਬ੍ਰਹਿਮੰਡ ਕੋ ਠਾਕੁਰ ਸੁਆਮੀ ਸਰਬ ਕਲਾ ਕਾ ਗਿਆਤਾ ਹੈ। ਫਿਰ 2014 ਦੇ ਵਿੱਚ ਥਿਊਰੀ ਆਈ ਕਿ ਯੂਨੀਵਰਸ ਨਹੀਂ ਕਹਿਣਾ ਚਾਹੀਦਾ, ਹੁਣ ਮਲਟੀਵਰਸ ਕਹਿਣਾ ਚਾਹੀਦਾ ਆ, ਕਿ ਬ੍ਰਹਿਮੰਡ ਸੱਚੀ ਕਰੋੜਾਂ ਆ। ਹੁਣ ਇੱਕ ਬ੍ਰਹਿਮੰਡ ਦਾ ਕੋਈ ਅੰਤ ਨਹੀਂ, ਤੇ ਕਰੋੜਾਂ ਬ੍ਰਹਿਮੰਡਾਂ ਤੱਕ ਸਾਇੰਟਿਸਟ ਕਹਿੰਦੇ ਕਦੀ ਪਹੁੰਚ ਨਹੀਂ ਸਕਾਂਗੇ। ਮਨੁੱਖੀ ਦਿਮਾਗ, ਮਨੁੱਖੀ ਬੁੱਧੀ ਇੰਨੇ ਪਸਾਰੇ ਤੱਕ ਕਦੇ ਵੀ ਪਹੁੰਚ ਨਹੀਂ ਸਕੇਗੀ, ਜੇ ਤਾਂ ਆਪਾਂ ਮੰਗਲ ਗ੍ਰਹਿ ਨੂੰ ਵੀ ਨਹੀਂ ਸਮਝ ਸਕੇ, ਆਪਣੇ ਸੋਲਰ ਸਿਸਟਮ ਨੂੰ ਵੀ ਨਹੀਂ ਪੂਰਾ ਸਮਝ ਸਕੇ, ਤੇ ਕਦੋਂ ਆਪਾਂ ਇਹ ਤੋਂ ਬਾਹਰ ਜਾਵਾਂਗੇ, ਕਦੋਂ ਨੇੜੇ ਦੇ ਤਾਰੇ ਤੱਕ ਜਾਵਾਂਗੇ, ਤੇ ਕਦੋਂ ਗੈਲੈਕਸੀ ਤੱਕ ਜਾਵਾਂਗੇ। ਇੱਕ ਗੈਲੈਕਸੀ ਨੂੰ ਪਾਰ ਕਰਨ ਦੇ ਲਈ ਜੇ ਆਪਾਂ 3 ਲੱਖ ਕਿਲੋਮੀਟਰ ਇੱਕ ਸਕਿੰਟ 'ਚ ਚੱਲੀਏ ਤਾਂ 10 ਅਰਬ ਸਾਲ ਲੱਗਣਗੇ, ਜੇ ਚੱਲਦੇ ਰਹੀਏ ਇੰਨੀ ਸਪੀਡ ਨਾਲ ਬਿਨਾਂ ਰੋਕੇ ਟੁਕੇ। ਇੱਕ ਸਕਿੰਟ ਦੇ ਵਿੱਚ ਲਾਈਟ ਦੀ ਸਪੀਡ ਦੇ ਨਾਲ 3 ਲੱਖ ਕਿਲੋਮੀਟਰ ਆਪਾਂ ਚੱਲੀਏ, ਤੇ ਇੱਕ ਗੈਲੈਕਸੀ ਨੂੰ ਪਾਰ ਕਰਨ ਦੇ ਲਈ, ਜਿਹੜੀ ਗੈਲੈਕਸੀ 'ਚ ਆਪਾਂ ਰਹਿੰਦੇ ਆ, ਤੇ ਉਹਦੇ ਲਈ 10 ਅਰਬ ਸਾਲ ਇੰਨੀ ਸਪੀਡ ਨਾਲ ਨੂੰ ਪਾਰ ਕਰਨ ਲਈ ਲੱਗਣੇ ਆ। ਤੇ ਉਹਦੀ ਸਟੱਡੀ ਉੱਤੇ ਫਿਜ਼ਿਕਸ ਦੇ ਰੂਲ ਬਦਲ ਜਾਂਦੇ, ਧਰਤੀ ਨਾਲ ਸਭ ਕੁਝ ਬਦਲ ਜਾਂਦਾ, ਉਲਟਾ ਪੁਲਟਾ ਹੋ ਜਾਂਦਾ। ਤੇ ਉਹ ਸਾਰੇ ਹੁਣ ਕਿਵੇਂ ਬਣਿਆ ਇਹ ਇੰਨਾ ਪਦਾਰਥ, ਕਿੱਦਾਂ ਆਇਆ, ਤੇ ਬ੍ਰਹਿਮੰਡ ਵਿੱਚ ਟੁੱਟਦੇ ਜੁੜਦੇ ਵੀ ਆ। ਬਾਣੀ ਕਹਿੰਦੀ ਆ ਕਈ ਵਾਰ ਪਸਰਿਓ ਪਾਸਾਰ। ਇਹ ਸੁਖਮਨੀ ਸਾਹਿਬ ਦੀ 21ਵੀਂ ਅਸ਼ਟਪਦੀ ਆਪਾਂ ਪੜ੍ਹੀਏ। ਸੁਖਮਨੀ ਸਾਹਿਬ ਵੈਸੇ ਤਾਂ ਸਾਰਾ ਹੀ ਸਾਇੰਸ ਆ, ਜਿਹੜੇ ਸਾਇੰਸ ਦੇ ਆਪਾਂ ਅਣਸੁਲਝੇ ਪ੍ਰਸ਼ਨਾਂ ਦੇ ਹੱਲ ਕਰਦੇ ਆ, ਸੁਖਮਨੀ ਸਾਹਿਬ 'ਚ ਲਗਭਗ ਸਾਰੇ ਪ੍ਰਸ਼ਨਾਂ ਦੇ ਹੱਲ ਮਿਲ ਜਾਂਦੇ ਆ। ਫਿਰ 21ਵੀਂ ਅਸ਼ਟਪਦੀ ਤੇ ਜਾ ਕੇ ਜਬ ਆਕਾਰ ਕਛ ਨ ਦ੍ਰਿਸ਼ਟੇਤਾ ਪਾਪੋਂ ਤਬ ਕਹਿਤੇ ਹੋਤਾ, ਪੂਰੀ ਅਸ਼ਟਪਦੀ ਗੁਰੂ ਸਾਹਿਬ ਨੇ ਲਿਖ ਕੇ ਫਿਰ 22ਵੀਂ ਅਸ਼ਟਪਦੀ ਤੇ ਉਹਦੇ ਸ਼ਲੋਕ ਦੇ ਵਿੱਚ ਫਿਰ ਉਹਦੇ ਅੰਤਰ ਦਿੱਤੇ, ਸਰਗੁਣ ਨਿਰਗੁਣ ਨਿਰੰਕਾਰ ਸੁਨ ਸਮਾਧੀ ਆਪ ਆਪਨ ਕੀਆ ਨਾਨਕਾ ਆਪੇ ਹੀ ਫਿਰ ਜਾਪ। ਫਿਰ ਆਪ ਇਹ ਜਿਨ ਪੈਦਾ ਕੀਤਾ, ਗੁਰੂ ਪਾਤਸ਼ਾਹ ਕਹਿੰਦੇ ਕਿ ਕਈ ਵਾਰ ਪਸਰਿਓ ਪਸਾਰ। ਇਹ ਭਗਤ ਨਾਮਦੇਵ ਜੀ 693 ਅੰਗ ਦੇ ਉੱਪਰ ਕਹਿੰਦੇ ਕਿ ਅਸਗਾ ਆਸੁਸਗਾ ਪਹਿਲ ਅਥੋਨ ਪ੍ਰਸਾਦ ਮੁਰਾ, ਕਿ ਪਹਿਲੇ ਵਾਹਿਗੁਰੂ ਬਣਿਆ, ਉਹ ਆਪਣੇ ਆਪ ਤੋਂ ਪੈਦਾ ਹੋਇਆ, ਫਿਰ ਉਹ ਪਰਮਾਤਮਾ ਤੇ ਮਾਇਆ ਦਾ ਮੇਲ ਹੋਇਆ, ਉੱਥੋਂ ਫਿਰ ਸਾਰਾ ਪਦਾਰਥ ਹੈ ਜਿਹੜਾ ਉਹ ਪੈਦਾ ਹੋਣਾ ਸ਼ੁਰੂ ਹੋਇਆ। ਇਹ ਬਾਣੀ ਜਵਾਬ ਦਿੰਦੀ ਕਿ ਪਰਮਾਤਮਾ ਤੇ ਮਾਇਆ ਦੇ ਮੇਲ ਵਿੱਚੋਂ ਸਾਰੇ ਦੁਨੀਆ ਦੇ ਪਦਾਰਥ, ਜਿੰਨਾ ਵੀ ਬ੍ਰਹਿਮੰਡ ਦਾ, ਇਹ 693 ਅੰਗ ਦੇ ਉੱਤੇ ਬਾਣੀ ਸਾਨੂੰ ਜਵਾਬ ਦਿੰਦੀ ਆ। ਸੋ ਇਹ ਜਿਹੜੇ ਬਾਣੀ ਦੇ ਅੱਗੇ, ਦੁਨੀਆ ਦੇ ਅੱਗੇ ਬਹੁਤ ਸਾਰੇ ਅਣਸੁਲਝੇ ਪ੍ਰਸ਼ਨ ਆ ਜਿਨ੍ਹਾਂ ਦਾ ਹੱਲ ਜਿਹੜਾ ਆ ਉਹ ਨਹੀਂ ਲੱਭ ਸਕਦੇ ਸਾਇੰਟਿਸਟ, ਫਿਲਾਸਫਰ। ਜ਼ਿੰਦਗੀ ਕੀ ਚੀਜ਼ ਆ? ਹੁਣ ਇਹਦੇ 'ਚ ਈਗੋ ਟਨਲ ਲੇਟੈਸਟ ਬੁੱਕ ਹੈ, ਉਹ ਤੋਂ ਬਾਅਦ ਮੈਂ ਕੋਈ ਕਿਤਾਬ ਦੇਖੀ ਨਹੀਂ ਜਿਹੜੀ ਇਸ ਪ੍ਰਸ਼ਨ ਨੂੰ ਹੱਲ ਕਰਨ ਦੀ ਕੋਸ਼ਿਸ਼ ਕਰੇ ਕਿ ਸਾਡੇ ਅੰਦਰ ਕੀ ਆ। ਉਹਨਾਂ ਨੇ ਅਲਟਰਾਸਾਊਂਡ ਲਾ ਕੇ ਰੱਖ ਲੈਂਦੇ ਆ ਜਦੋਂ ਬੱਚਾ ਗਰਭ ਦੇ ਵਿੱਚ ਹੁੰਦਾ ਆ। ਸਾਰੀਆਂ ਮਸ਼ੀਨਾਂ ਅੱਜ ਕੱਲ੍ਹ ਹੈਗੀਆਂ, ਉਹ ਪਹਿਲਾਂ ਹੌਲੀ ਹੌਲੀ ਉਹਦੇ ਅੰਗ ਬਣਨੇ ਸ਼ੁਰੂ ਹੁੰਦੇ ਆ, ਫਿਰ ਅਚਾਨਕ ਹੀ ਇੱਦਾਂ ਦਾ ਇੱਕ ਪਤਾ ਨਹੀਂ ਕੀ ਹੁੰਦਾ ਕਿ ਉਸ ਮਾਸ ਦੇ ਲੋਥੜੇ ਦੇ ਵਿੱਚ ਅਚਾਨਕ ਹੀ ਧੜਕਣਾ ਸ਼ੁਰੂ ਕਰ ਦਿੰਦਾ ਦਿਲ। ਹੁਣ ਉਹ ਕਿੱਦਾਂ, ਸਾਰੇ ਉਹਨਾਂ ਕੋਲ ਫੋਟੋ ਵੀ ਆ ਰਹੇ, MRI ਲਾਈਆਂ, ਉਹਨੇ ਸਕੈਨ ਦੀਆਂ ਲਗਾਈਆਂ ਆ, ਪੂਰਾ ਉਹਨਾਂ ਦੇ ਸਕਰੀਨ ਦੇ ਉੱਤੇ ਆ ਰਿਹਾ, ਪਰ ਉਹ ਅਚਾਨਕ ਹੀ ਦਿਲ ਜਿਹੜਾ ਪਹਿਲਾਂ ਮਾਸ ਦਾ ਲੋਥੜਾ ਸੀਗਾ, ਅਚਾਨਕ ਹੀ ਧੜਕਣਾ ਸ਼ੁਰੂ ਕਰ ਦਿੰਦਾ। ਉਹ ਪਤਾ ਹੀ ਨਹੀਂ ਲੱਗਦਾ ਕਿ ਕੀ ਹੋਇਆ, ਇਹਨੂੰ ਕਿਵੇਂ ਧੜਕਣਾ ਸ਼ੁਰੂ ਹੋ ਗਿਆ। ਅੱਜ ਤੱਕ ਇਹਦਾ ਹੱਲ ਹੀ ਨਹੀਂ ਕਿਸੇ ਕੋਲ ਹੋਇਆ। ਪਰ ਬਾਣੀ ਕਹਿੰਦੀ ਹਰ ਜੀਓ ਗੁਫਾ ਅੰਦਰ ਰੱਖ ਕੇ ਵਾਜਾ ਪਵਨ ਵਜਾਇਆ, ਕਿ ਵਾਹਿਗੁਰੂ ਨੇ ਉਹ ਮਾਸ ਦਾ ਲੋਥੜਾ ਸੀਗਾ, ਉਹਦੇ ਅੰਦਰ ਜੀਵ ਰੱਖ ਦਿੱਤਾ ਤੇ ਬਾਜਾ ਵਜਾਤਾ ਪਾਉਣ ਦਾ, ਸਾਹਾਂ ਦੀ ਧੌਂਕਣੀ ਚਲਾਤੀ ਤੇ ਦਿਲ ਧੜਕਣਾ ਸ਼ੁਰੂ ਹੋ ਗਿਆ। ਇਹ ਜਿਹੜੀਆਂ ਚੀਜ਼ਾਂ ਆ, ਕਿ ਜਦੋਂ ਬੰਦਾ ਮਰਦਾ ਤੇ ਉਹਦੇ ਅੰਦਰੋਂ ਕੀ ਨਿਕਲ ਜਾਂਦਾ, ਸਾਰੇ ਅੰਗ ਉਸੇ ਤਰ੍ਹਾਂ ਪਏ ਹੁੰਦੇ ਆ। ਕਈ ਵਾਰ ਤੇ ਸਾਰੇ ਅੰਗ, ਉਹਦੇ ਅੰਦਰੋਂ ਕਿਹੜੀ ਚੀਜ਼ ਆ ਜਿਹੜੀ ਚਲੇ ਜਾਂਦੀ, ਜਿਹਨੂੰ ਆਪਾਂ ਜ਼ਿੰਦਗੀ ਕਹਿੰਦੇ ਆ। ਕਾਠ ਕੀ ਪੁੱਤਰੀ ਕਹਾਂ ਕਰੇ ਬਪੁਰੀ ਖਿਲਾਵਨ ਹਾਰੋ ਜਾਣੇ, ਉਹ ਤਾਂ ਫਿਰ ਬਾਣੀ ਕਹਿੰਦੀ ਕਿ ਜਿਸ ਕੀ ਵਸਤ ਸੋਈ ਲੈ ਜਾਏਗਾ। ਜਿਹਨੇ ਜ਼ਿੰਦਗੀ ਉਦੋਂ ਰੱਖੀ ਸੀਗੀ ਮਾਸ ਦੇ ਲੋਥੜੇ ਦੇ ਅੰਦਰ, ਉਹ ਫਿਰ ਜ਼ਿੰਦਗੀ ਨੂੰ ਖਿੱਚ ਲੈਂਦਾ ਆ। ਤੇ ਇਹ ਅਣਸੁਲਝੇ ਪ੍ਰਸ਼ਨਾਂ ਦੇ ਹੱਲ, ਜਿਹੜੇ ਹੋਰ ਵੀ ਬਹੁਤ ਸਾਰੇ ਇਦਾਂ ਦੇ ਪ੍ਰਸ਼ਨ ਹੈਗੇ ਆ ਮਾਨਵਤਾ ਦੇ ਸਾਹਮਣੇ, ਜਿਨ੍ਹਾਂ ਦਾ ਹੱਲ ਅਜੇ ਤੱਕ ਆਪਾਂ ਨਹੀਂ ਲੱਭ ਪਾ ਰਹੇ, ਤੇ ਉਹ ਫਿਰ ਹੱਲ ਸਾਰੇ ਸਾਨੂੰ ਗੁਰਬਾਣੀ ਦੇ ਰਾਹੀਂ, ਜੇਤੇ ਅਸੀਂ ਸਮਾਂ ਆਉਣ ਤੋਂ ਪਹਿਲੇ ਅਸੀਂ ਹੱਲ ਉਹਨਾਂ ਦੇ ਰੱਖ ਦਾਂਗੇ ਸੰਸਾਰ ਦੇ ਅੱਗੇ, ਫਿਰ ਤੇ ਠੀਕ ਆ। ਨਹੀਂ ਤੇ ਫਿਰ ਜਦੋਂ ਉਹ ਆਪਣੇ ਹਿਸਾਬ ਨਾਲ ਰੱਖਣਗੇ, ਫਿਰ ਉਹ ਸਾਡੀ ਖੋਜ ਨਹੀਂ ਰਹੇਗੀ,
ਫਿਰ ਬਾਣੀ ਦੀ ਖੋਜ ਨਹੀਂ ਰਹੇਗੀ। ਸੋ ਮੈਂ ਪਿਛਲੀ ਉਹਦੇ ਚ ਵੀ ਗੱਲ ਕੀਤੀ ਸੀਗੀ ਕਿ ਸਾਨੂੰ ਇੱਕ ਬਹੁਤ ਵੱਡਾ ਇੱਕ ਰਿਸਰਚ ਸੈਂਟਰ, ਇੱਕ ਬਹੁਤ ਵੱਡਾ ਸਾਰੀ ਕੌਮ ਨੂੰ ਰਲ ਕੇ ਸਿੱਖ ਮਿਸ਼ਨ ਕਾਲਜ ਉਹਦੀ ਲੀਡ ਲੈ ਸਕਦਾ ਆ। ਸਾਡੇ ਕੋਲ ਜਗ੍ਹਾ ਹੈਗੀ ਖਰੜ ਜਾਂ ਹੋਰ ਕਿਤੇ ਲੈ ਕੇ, ਪਰ ਉਹਦੇ ਲਈ ਫੰਡਿੰਗ, ਉਹਦੇ ਲਈ ਸਾਰਾ ਕੁਝ ਕਰਕੇ ਇੱਕ ਮਤਲਬ ਸਿਰਫ ਧਰਮ ਦੇ ਪ੍ਰਸ਼ਨਾਂ ਦੇ ਹੱਲ ਨਹੀਂ ਆਪਾਂ ਕਰਨੇ ਕਿ 10 ਗ੍ਰੰਥ ਕਿਹਨੇ ਲਿਖਿਆ, ਇਤਿਹਾਸ ਦੇ ਕੁਝ ਹੱਲ, ਉਹ ਤਾਂ ਬਹੁਤ ਛੋਟੀਆਂ-ਛੋਟੀਆਂ ਗੱਲਾਂ ਪੈ ਜਾਂਦੀਆਂ। ਜਿਹੜੇ ਮਾਨਵਤਾ ਦੇ ਸਾਹਮਣੇ ਬਹੁਤ ਵੱਡੇ-ਵੱਡੇ ਪ੍ਰਸ਼ਨ ਪਏ ਆ, ਉਹਦੇ ਲਈ ਸਾਨੂੰ ਵਿਦਵਾਨ, ਉਹਦੇ ਲਈ ਯੂਨੀਵਰਸਿਟੀਆਂ ਦੇ ਲੈਵਲ ਦੇ ਪ੍ਰੋਫੈਸਰ, ਉਹਦੇ ਲਈ ਵੱਡੇ-ਵੱਡੇ ਸਾਇੰਟਿਸਟ, ਉਹ ਅਸੀਂ ਕਿੱਦਾਂ ਪੈਦਾ ਕਰਨੇ ਆ। ਇਹ ਸਾਡਾ ਟੂਲ ਜਿਹੜਾ ਆ ਇੱਕ ਹੋ ਸਕਦਾ ਜੇਕਰ ਅਸੀਂ ਇਹਨਾਂ ਦੇ ਹੱਲ ਲੱਭ ਕੇ ਸੰਸਾਰ ਦੇ ਸਾਹਮਣੇ, ਸੰਸਾਰ ਦੀਆਂ ਬਹੁਤੀਆਂ ਭਾਸ਼ਾਵਾਂ ਦੇ ਵਿੱਚ ਇਹਨਾਂ ਦਾ ਅਨੁਵਾਦ ਕਰਾ ਕੇ ਰੱਖ ਸਕੀਏ। ਅਗਲੇ ਜਿਹੜਾ ਸਾਡਾ ਟੂਲ ਆ ਉਹ ਹੈਗਾ ਕੇਸ। ਜਿਵੇਂ ਮੈਂ ਪਹਿਲੇ ਗੱਲ ਕੀਤੀ ਕਿ ਬੰਦਾ ਗੇ ਹੋਣ ਵੱਲ ਨੂੰ ਵੱਧਦਾ ਜਾ ਰਿਹਾ, ਕਿ ਇਹਦਾ ਕਾਰਨ ਕੀ ਆ? ਇਹਦਾ ਕਾਰਨ ਹੈਗਾ ਕੇਸ। ਇਹ ਬੰਦੇ ਦੇ ਵੱਸ ਦੀ ਗੱਲ ਨਹੀਂ। ਇੱਕ ਦਿਨ ਸਮਾਂ ਆਏਗਾ ਜਿਸ ਦਿਨ ਸਾਰੇ ਵਿਗਿਆਨੀ, ਸਾਰੇ ਡਾਕਟਰ ਕਹਿਣਗੇ ਕਿ ਕੇਸ ਰੱਖੋ ਤਾਂ ਮਾਨਵਤਾ ਬਚਦੀ ਆ, ਨਹੀਂ ਤੇ ਨਹੀਂ ਬਚੇਗੀ। ਹੁਣ ਜਿਹੜੀਆਂ ਪਹਿਲਾਂ ਇੱਕ ਥਿਊਰੀ ਆਉਂਦੀ ਸੀਗੀ ਸਾਡੇ ਕੋਲ ਕਿ ਐਵਰੀ ਸਪੀਸੀਜ਼ ਸਟਾਰਟਸ ਫਰੋਮ ਫੀਮੇਲ ਐਂਡ ਐਂਡਸ ਇਨ ਫੀਮੇਲ। ਉਹ ਬਾਕੀ ਬਹੁਤ ਸਾਰੇ ਜਾਨਵਰਾਂ ਦੇ ਉੱਪਰ ਉਹ ਤਜਰਬੇ ਕਰਦੇ ਆ ਤੇ ਇੱਕ ਦੋ ਉਹਨਾਂ ਨੇ ਇਸ ਤਰ੍ਹਾਂ ਦੇ ਜੀਵ ਵੀ ਦੇਖੇ ਆ ਜਿਹੜੇ ਫਿਰ ਫੀਮੇਲ ਦੇ ਨਾਲ ਹੀ ਕਰਕੇ ਉਹ ਆਪਣੀ ਅਗਲੀ ਪੀੜ੍ਹੀ ਵਧਾਉਂਦੇ, ਉਹਨਾਂ ਨੂੰ ਮੇਲ ਦੀ ਲੋੜ ਹੀ ਨਹੀਂ ਪੈਂਦੀ। ਤੇ ਕੀ ਇਹ ਬੰਦੇ 'ਚ ਵੀ ਕਿਸੇ ਵੇਲੇ ਆ ਜਾਏਗਾ? ਕਿਉਂਕਿ ਸਾਰੀ ਸਪੀਸੀਜ਼ ਜਿਹੜੀ ਦੁਨੀਆ ਦੀ ਹਰੇਕ ਸਪੀਸੀਜ਼ ਦੇ ਵਿੱਚ ਪਹਿਲਾਂ ਫੀਮੇਲ ਆਉਂਦੀ ਆ, ਪਹਿਲਾਂ ਸ਼ੇਰਨੀ ਆਈ ਹੋਏਗੀ, ਪਹਿਲਾਂ ਮੁਰਗੀ ਆਈ ਹੋਏਗੀ, ਪਹਿਲਾਂ ਇਸਤਰੀ ਬਣੀ ਹੋਏਗੀ ਜਿਹੜੀ ਸਾਰੇ ਮਨੁੱਖਾਂ ਦੀ ਮਾਂ ਬਣੀ ਹੋਊਗੀ, ਫਿਰ ਮੇਲ ਆਉਂਦਾ। ਐਵਰੀ ਸਪੀਸੀਜ਼ ਸਟਾਰਟ ਫਰੋਮ ਫੀਮੇਲ ਐਂਡ ਐਂਡਸ ਇਨ ਫੀਮੇਲ। ਮੁੜ ਕੇ ਸਾਰੀ ਸਪੀਸੀਜ਼ ਜਿਹੜੀ ਆ ਫੀਮੇਲ ਦੇ ਵਿੱਚ ਬਦਲ ਜਾਂਦੀ ਆ। ਹੁਣ ਆਪਾਂ ਵੀ ਦੇਖਦੇ ਆ ਕਿ ਕਈ ਵਾਰ ਬੰਦਿਆਂ ਨੂੰ ਜਨਾਨੀਆਂ ਵਾਲੇ ਕੱਪੜੇ ਪਾਉਣ ਦੇ ਬੜੇ ਸ਼ੌਕ ਪੈਦਾ ਹੋ ਰਹੇ ਆ। ਇਹ ਹੌਲੀ ਹੌਲੀ ਆਪਾਂ ਫੀਮੇਲ ਵੱਲ ਨੂੰ ਵੱਧ ਰਹੇ। ਕੋਈ ਮਤਲਬ ਇਹ ਨਹੀਂ ਕਿ ਇਹਦੇ ਪਿੱਛੇ ਕੋਈ ਸਾਜ਼ਿਸ਼ ਆ। ਇਹ ਹੌਲੀ ਹੌਲੀ ਕਰਦਿਆਂ ਫਿਰ ਹੁਣ ਆਸਟ੍ਰੇਲੀਆ ਦੇ ਯੂਨੀਵਰਸਿਟੀ, ਵੈਸਟਰਨ ਆਸਟ੍ਰੇਲੀਆ ਦੀ ਯੂਨੀਵਰਸਿਟੀ ਦੀ ਬੀਬੀ ਸੀਗੀ, ਉਹਨੇ ਫਿਰ ਖੋਜ ਕੀਤੀ ਕਿ ਐਕਸ ਤੇ ਵਾਈ ਕ੍ਰੋਮੋਸੋਮ ਹੁੰਦੇ ਆ, ਜਿਹਦੇ ਵਿੱਚ ਦੋਨੋਂ ਐਕਸ ਤੇ ਵਾਈ ਕ੍ਰੋਮੋਸੋਮ ਹੋਣ ਫਿਰ ਉਹ ਮੁੰਡਾ ਹੁੰਦਾ, ਜੇ ਦੋਨੋਂ ਐਕਸ ਹੋ ਜਾਣ ਤੇ ਫਿਰ ਕੁੜੀ ਹੋ ਜਾਂਦੀ। ਵਾਈ ਕ੍ਰੋਮੋਸੋਮ ਜਿਹੜਾ ਆ ਉਹ ਮੇਲ ਵੱਲੋਂ ਜਾਂਦਾ ਤੇ ਮੁੰਡਾ ਪੈਦਾ ਹੁੰਦਾ ਆ। ਹੁਣ ਉਹ ਕਹਿੰਦੇ ਕਿ ਉਹਨੇ ਫਿਰ ਪੂਰਾ ਰਿਸਰਚ ਕਰਕੇ ਉਹਨੂੰ ਨੋਬਲ ਪ੍ਰਾਈਜ਼ ਵੀ ਮਿਲਿਆ ਇਸ ਚੀਜ਼ ਦੇ ਉੱਪਰ। ਉਹਨੇ ਪੂਰੀ ਰਿਸਰਚ ਕੀਤੀ ਇਹਦੇ ਤੇ ਕਿ ਸੱਚੀ ਆਪਾਂ ਵੀ ਫੀਮੇਲ ਬਣ ਜਾਵਾਂਗੇ ਕਿ ਜਿਸ ਤਰ੍ਹਾਂ ਬੰਦਿਆਂ ਦੇ। ਹੁਣ ਮਾਈਕਲ ਜੈਕਸਨ ਨੂੰ ਦੇਖੋ, ਉਹਨਾਂ ਬੰਦਾ ਸੀ ਨਾ ਜਨਾਨੀ ਸੀਗੀ, ਉਹ ਵਿੱਚ ਜਾਇਦੀ ਸੀਗੀ। ਉਦੋਂ ਉਹਨੇ ਬੜੀ ਕੋਸ਼ਿਸ਼ ਕੀਤੀ, ਪਲਾਸਟਿਕ ਸਰਜਰੀਆਂ ਕਰਾ ਕੇ ਸਭ ਕੁਝ ਕਰਾ ਕੇ, ਤੇ ਜਦੋਂ ਉਹ ਆਪਣੇ ਵਿਆਹ ਕਰਨ ਦੇ ਯੋਗ ਵੀ ਨਹੀਂ ਰਿਹਾ ਫਿਰ ਉਹਦੇ ਤੇ ਇਲਜ਼ਾਮ ਵੀ ਲੱਗੇ ਕਿ ਉਹ ਬੱਚਿਆਂ ਦੇ ਨਾਲ ਬਦਫੈਲੀਆਂ ਕਰਦਾ ਆ। ਕਾਰਨ ਕੀ ਸੀਗਾ? ਉਹਦੇ ਅੰਦਰ ਭੁੱਖ ਮੇਲ ਵਾਲੀ ਸੀਗੀ ਪਰ ਉਹ ਪੂਰੀ ਤਰ੍ਹਾਂ ਮੇਲ ਵਾਲਾ ਨਹੀਂ ਸੀਗਾ। ਹੌਲੀ ਉਹਦਾ ਮੂੰਹ ਦੇਖੋ, ਪਤਾ ਨਹੀਂ ਸੀ ਲੱਗਦਾ ਕਿ ਮੇਲ ਆ ਕਿ ਫੀਮੇਲ। ਹੌਲੀ ਸਾਰੀ ਜਿਹੜੀ ਮਾਨਵਤਾ ਆ ਇਸ ਪਾਸੇ ਵੱਲ ਨੂੰ ਵੱਧਦੀ ਪਈ ਆ। ਤੇ ਫਿਰ ਜਦੋਂ ਆਸਟ੍ਰੇਲੀਆ ਦੀ ਉਸ ਬੀਬੀ ਨੇ ਖੋਜ ਕਰਕੇ ਵੈਸਟਰਨ ਆਸਟ੍ਰੇਲੀਆ ਦੀ ਯੂਨੀਵਰਸਿਟੀ ਦੇ ਵਿੱਚ ਉਹਨੇ ਦੇਖਿਆ ਕਿ ਵਾਈ ਕ੍ਰੋਮੋਸੋਮ ਆ ਜਿਹੜਾ, ਇਹ ਉਹਨੇ ਪੁਰਾਣੇ ਸਾਰੇ ਡਾਟੇ ਲੈ ਕੇ ਕਰਦੀ ਰਹੀ ਕਿ ਵਾਈ ਕ੍ਰੋਮੋਸੋਮ ਜਿਹੜਾ ਹੌਲੀ ਘਟਦਾ ਜਾ ਰਿਹਾ। ਤੇ ਇਸ ਥਿਊਰੀ ਦੇ ਉੱਤੇ ਫਿਰ ਪੱਕੀ ਮੋਹਰ ਲੱਗ ਗਈ ਕਿ ਬੰਦਾ ਵੀ ਇੱਕ ਦਿਨ ਸਾਰਾ ਫੀਮੇਲ ਦੇ ਵਿੱਚ ਚੇਂਜ ਹੋ ਜਾਏਗਾ ਤੇ ਬੰਦੇ ਬਣਨੇ, ਜਿਹੜੇ ਮੁੰਡੇ ਜਿਹੜੇ ਬਣਨੇ ਆ ਉਹ ਬੰਦ ਹੋ ਜਾਣਗੇ। ਹੁਣ ਇਹਦਾ ਹੱਲ ਹਜੇ ਸਾਇੰਟਿਸਟ ਕੋ ਕਿਸੇ ਕੋ ਨਹੀਂ ਕਿ ਇਹਦਾ ਹੱਲ ਕੀ ਆ ਮਾਨਵਤਾ ਦੇ ਸਾਹਮਣੇ। ਇਹ ਵੀ ਇੱਕ ਬਹੁਤ ਵੱਡਾ ਪ੍ਰਸ਼ਨ ਆ ਕਿ ਅਸੀਂ ਸਾਰੇ ਜਦੋਂ ਫੀਮੇਲ ਬਣ ਗਏ ਫਿਰ ਹੋਰ ਕਿਸੇ ਨੂੰ ਖਤਮ ਕਰਨ ਦੀ ਲੋੜ ਨਹੀਂ, ਮਾਨਵਤਾ ਆਪਣੇ ਆਪ ਹੀ ਖਤਮ ਹੋ ਜਾਏਗੀ। ਤੇ ਇਹਦਾ ਇਲਾਜ ਹੈਗਾ ਕੇਸ ਜਿਹੜੇ ਆ ਇਹ ਮੇਲ ਹਾਰਮੋਨ ਦੀ ਨਿਸ਼ਾਨੀ ਆ। ਜੇ ਤੇ ਅਸੀਂ ਕੇਸ ਇਸੇ ਤਰ੍ਹਾਂ ਕਟਾਉਂਦੇ ਰਹੇ, ਕੇਸਾਂ ਦਾ ਕਤਲ ਹੌਲੀ ਕਰਦੇ ਰਹੇ, ਤੇ ਵਾਈ ਕ੍ਰੋਮੋਸੋਮ ਜਿਹੜਾ ਹੌਲੀ ਘਟਦਾ ਸੰਸਾਰ ਦੇ ਬੰਦਿਆਂ ਦੇ ਵਿੱਚੋਂ ਹੌਲੀ ਇਹ ਫਿਰ ਐਕਸ ਕ੍ਰੋਮੋਸੋਮ ਦੇ ਵਿੱਚ ਚੇਂਜ ਹੁੰਦਾ ਜਾਏਗਾ। ਜੇਕਰ ਆਪਾਂ ਕੇਸ ਰੱਖ ਕੇ ਆਪਣਾ ਇਹ ਜਿਹੜਾ ਮਰਦ ਪੁਣੇ ਦੀ ਨਿਸ਼ਾਨੀ ਹੈ, ਮਰਦਾਊ ਪੁਣੇ ਦੀ, ਇਹ ਆਪਾਂ ਇਹਨਾਂ ਨੂੰ ਕਾਇਮ ਰੱਖਿਆ ਤੇ ਫਿਰ ਇਹ ਜਿਹੜਾ ਆ ਬਚਾਅ ਹੋ ਸਕਦਾ। ਹੁਣ ਤੁਸੀਂ ਆਪਾਂ ਦੇਖਦੇ ਵੀ ਆ ਕਿ ਆ ਦਾੜੀ ਵਧਾਉਣ ਦਾ, ਸਾਰੇ ਦੇਖੋ ਕ੍ਰਿਕਟ ਪਲੇਅਰ, ਫੁੱਟਬਾਲ, ਮੈਸੀ ਨੇ ਦਾੜੀ ਰੱਖ ਲਈ। ਇਹਨਾਂ ਨੂੰ ਉਹ ਦਾੜੀ ਵਧਾਉਣ ਦਾ ਅੰਦਰੋਂ ਬੜਾ ਸ਼ੌਂਕ ਜਿਹਾ ਪੈਦਾ ਹੋ ਰਿਹਾ। ਇਹ ਸ਼ੌਂਕ ਕਿੱਥੋਂ ਪੈਦਾ ਹੁੰਦਾ? ਕੌਣ ਪੈਦਾ ਕਰਦਾ? ਕੀ ਇਹ ਫੈਸ਼ਨ ਆ? ਅਸਲ ਦੇ ਵਿੱਚ ਇਹ ਫੈਸ਼ਨ ਨਹੀਂ। ਅਸਲ ਦੇ ਵਿੱਚ ਇਹ ਬੰਦੇ ਦੇ ਅੰਦਰੋਂ
ਇੱਕ ਉਹਨੂੰ ਬੰਦੇ ਨੂੰ ਵੀ ਨਹੀਂ ਪਤਾ ਕਿ ਮੇਰੇ ਅੰਦਰੋਂ ਕਿਹੜੀ ਚੀਜ਼ ਮੈਨੂੰ ਮਜਬੂਰ ਕਰਦੀ ਕਿ ਮੈਂ ਜਿਹੜਾ ਸੰਸਾਰ ਦੇ ਵਿੱਚ ਇਹ ਟ੍ਰੈਂਡ ਚਲਾਵਾਂ ਕਿ ਦਾੜੀ ਜਿਹੜੀ ਆ ਵਧਾ ਕੇ ਰੱਖਣੀ ਚਾਹੀਦੀ ਆ। ਬਹੁਤ ਸਾਰੇ ਸਪੋਰਟਸ ਪਰਸਨ, ਬਹੁਤ ਸਾਰੇ ਫਿਲਾਸਫਰ, ਬਹੁਤ ਸਾਰੇ ਸਾਇੰਟਿਸਟ ਹੌਲੀ ਹੌਲੀ ਫਿਰ ਕੇਸ ਕੱਟਣੇ ਬੰਦ ਕਰਦੇ ਪਏ ਆ, ਜਾਂ ਥੋੜੇ ਜਿਹੇ ਰੱਖਦੇ ਜ਼ਰੂਰ ਆ, ਕੱਟਦੇ ਰਹਿੰਦੇ ਪਰ ਪੂਰੇ ਨਹੀਂ ਕੱਟਦੇ ਜਿੱਦਾਂ ਪਹਿਲੇ ਐਨ ਸਫਾ ਚੱਟ ਹੋ ਕੇ ਰਹਿੰਦੇ ਸੀਗੇ। ਆਪਾਂ ਮੈਸੀ ਨੂੰ ਦੇਖ ਲਈਏ, ਏਦਾਂ ਇੰਡੀਆ ਦੇ ਵਿੱਚ ਵਿਰਾਟ ਕੋਹਲੀ ਹੋਣਾ ਨੂੰ ਦੇਖ ਲਈਏ, ਧੋਨੀ ਨੂੰ ਦੇਖ ਲਈਏ, ਤੇ ਇਹ ਜਿਹੜੇ ਹੌਲੀ ਹੌਲੀ ਇਹ ਕੇਸ ਰੱਖ ਕੇ, ਹੁਣ ਦੇਖੋ ਮੋਦੀ ਨੂੰ ਤੁਸੀਂ ਦੇਖ ਲਓ, ਇਹ ਬੰਦੇ ਦੇ ਅੰਦਰੋਂ ਆਪਣੇ ਆਪ ਜਿਹੜੇ ਬੰਦੇ ਦੁਨੀਆ ਨੂੰ ਲੀਡ ਕਰਦੇ ਨਾ, ਉਹਨਾਂ ਦੇ ਅੰਦਰ ਦਾਤਾ ਸ਼ਾਇਦ ਉਹਨਾਂ ਦੇ ਅੰਦਰ ਪੈਦਾ ਕਰਦਾ ਹੈ। ਇਹ ਕੇਸ ਸਾਨੂੰ ਸਾਇੰਟੀਫਿਕਲੀ ਲੋਕਾਂ ਤੱਕ ਲੈ ਕੇ ਜਾਣਾ ਪਏਗਾ ਕਿ ਜਿਹੜੇ ਕੇਸ ਆ, ਜੇ ਮਾਨਵਤਾ ਨੂੰ ਬਚਾਉਣਾ, ਤੇ ਡਾਕਟਰਾਂ ਦੇ ਕਹਿਣ ਤੋਂ ਪਹਿਲਾਂ, ਵਿਗਿਆਨੀਆਂ ਦੇ ਕਹਿਣ ਤੋਂ ਪਹਿਲਾਂ, ਰਿਸਰਚਰਸ ਦੇ ਕਹਿਣ ਤੋਂ ਪਹਿਲੇ ਸਾਨੂੰ ਇਹ ਥਿਊਰੀ ਜਿਹੜੀਆਂ ਆ ਇਹ ਸੰਸਾਰ ਦੇ ਸਾਹਮਣੇ ਰੱਖਣੀਆਂ ਪੈਣਗੀਆਂ ਕਿ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਨੇ, ਗੁਰੂ ਨਾਨਕ ਪਾਤਸ਼ਾਹ ਨੇ ਜੋ ਸਾਨੂੰ ਇਹ ਸਭ ਕੁਝ ਦਿੱਤਾ, ਇਹਦਾ ਕੋਈ ਮਤਲਬ ਸੀਗਾ। ਇਹ ਬਿਨਾਂ ਮਤਲਬ ਤੋਂ ਸਾਨੂੰ ਨਹੀਂ ਸੀ ਦਿੱਤਾ। ਇਹ ਮਾਨਵਤਾ ਨੂੰ ਬਚਾਉਣ ਦੀਆਂ ਕੋਸ਼ਿਸ਼ਾਂ ਸੀਗੀਆਂ। ਇੱਕ ਆਪਾਂ ਵੱਖਰੀ ਪਛਾਣ ਦੇ ਤੌਰ ਤੇ ਵੀ ਇਹਨੂੰ ਲੈਂਦੇ ਆ ਕਿ ਜਿਹੜਾ ਬੰਦਾ ਹਜ਼ਾਰਾਂ ਦੇ ਵਿੱਚੋਂ ਪਛਾਣਿਆ ਜਾਵੇ, ਪਰ ਇੱਕ ਦਿਨ ਸਾਰੇ ਸੰਸਾਰ ਨੂੰ ਕਹਿਣਗੇ, ਫਿਰ ਇਹ ਪਛਾਣ ਵਾਲਾ ਪ੍ਰਸ਼ਨ ਜਿਹੜਾ ਆ ਉਹ ਖਤਮ ਹੋ ਜਾਏਗਾ। ਫਿਰ ਇਹ ਮਾਨਵਤਾ ਦੀ ਸਾਰੀ ਦੀ ਜ਼ਰੂਰਤ ਬਣ ਜਾਏਗੀ ਕਿ ਕੇਸ ਰੱਖਣੇ ਜਿਹੜੇ ਆ ਇਹ ਬੜੇ ਜ਼ਰੂਰੀ ਆ। ਅਗਲੀ ਸਲਾਈਡ ਤੇ ਆ ਜਾਓ ਜੀ। ਇਹ ਵੀ ਸਾਡਾ ਇੱਕ ਟੂਲ ਹੋ ਸਕਦਾ ਸੰਸਾਰ ਦੇ ਸਾਹਮਣੇ ਲੈ ਕੇ ਜਾਣ ਦਾ। ਹੁਣ ਆਪਾਂ ਅਗਲੀ ਸਲਾਈਡ ਦੇ ਉੱਪਰ ਚੱਲਦੇ ਹਾਂ। ਅੱਗੇ ਆ ਗਿਆ ਤਰਕ ਤੇ ਵਿਵੇਕ। ਇਹ ਦੋ ਚੀਜ਼ਾਂ ਵੀ ਸੰਸਾਰ ਦੇ ਵਿੱਚ ਸਾਡਾ ਟੂਲ ਬਣ ਕੇ ਜਾ ਸਕਦੀਆਂ। ਇੱਕ ਪਾਸੇ ਸੰਸਾਰ ਦੇ ਵਿੱਚ ਵਹਿਮ ਭਰਮ ਤੇ ਪਖੰਡ ਆ, ਇੱਕ ਪਾਸੇ ਤਰਕ ਆ ਬਹੁਤ ਜ਼ਿਆਦਾ। ਇੱਕ ਪਾਸੇ ਮਾਰਕਸਿਜ਼ਮ ਆ ਜਿਹੜਾ ਬਹੁਤ ਜ਼ਿਆਦਾ, ਉਹ ਤੋਂ ਅੱਗੇ ਇੱਕ ਤਰਕਸ਼ੀਲ ਲਹਿਰ, ਰੈਸ਼ਨਲਿਸਟ ਸੋਸਾਇਟੀ ਪੂਰੇ ਵਰਲਡ ਦੇ ਅੰਦਰ ਬਣੀਆਂ ਆ। ਤੇ ਇੱਕ ਪਾਸੇ ਜਿਹੜੇ ਆ ਉਹ ਧਰਮ ਨੂੰ ਇੱਕ ਕਹਿ ਲਓ ਕਿ ਪਖੰਡ ਦਾ ਰੂਪ ਦੇ ਕੇ, ਧਰਮ ਨੂੰ ਇੱਕ ਤਰ੍ਹਾਂ ਡਰਾਵੇ ਦਾ ਰੂਪ ਦੇ ਕੇ ਉਹ ਪੇਸ਼ ਕੀਤਾ ਜਾ ਰਿਹਾ। ਇਹਨਾਂ ਦੋਨਾਂ ਦੇ ਵਿੱਚ ਆਪਸ ਦੇ ਵਿੱਚ ਬਹੁਤ ਸਦੀਆਂ ਤੋਂ ਲੜਾਈ ਚੱਲਦੀ ਆ ਰਹੀ ਆ, ਖਾਸ ਕਰ ਈਸਾਈਅਤ ਤੇ ਰੈਸ਼ਨਲਿਸਟ ਸੁਸਾਇਟੀਆਂ 'ਚ। ਇੱਦਾਂ ਹਿੰਦੁਸਤਾਨ ਦੇ ਅੰਦਰ ਹਿੰਦੂਵਾਦ, ਕਿਉਂਕਿ ਉਹ ਵੀ ਬਹੁਤ ਜ਼ਿਆਦਾ ਵਹਿਮਾਂ ਭਰਮਾਂ ਦੇ ਉੱਪਰ ਤੇ ਬਹੁਤ ਜ਼ਿਆਦਾ ਚਮਤਕਾਰੀ ਕਹਾਣੀਆਂ ਦੇ ਉੱਪਰ, ਜਾਂ ਮਤਲਬ ਇਲੌਜੀਕਲ ਗੱਲਾਂ ਜਿਹੜੀਆਂ ਉਹਨਾਂ ਨੂੰ ਉਹ ਸੁਣਾਉਂਦੇ ਆ ਰਹੇ ਆ। ਤੇ ਉਹਦੇ ਵਿਰੋਧ ਦੇ ਵਿੱਚ ਤਰਕਵਾਦੀ ਲਹਿਰਾਂ ਜਿਹੜੀਆਂ ਉਹ ਸਾਰੇ ਸੰਸਾਰ ਦੇ ਅੰਦਰ ਪੈਦਾ ਹੋਈਆਂ। ਤੇ ਜਦੋਂ ਇਹ ਸਿੱਖਿਆ ਦਾ ਪਸਾਰਾ, ਪੱਛਮੀ ਸਿੱਖਿਆ ਜਿਹਨੂੰ ਕਹਿੰਦੇ ਆ, ਇਹ ਸਾਰੇ ਸੰਸਾਰ ਦੇ ਅੱਗੇ ਆਉਂਦਾ ਆ, ਤੇ ਤਰਕ ਜਿਹੜਾ ਆ ਹੁਣ ਅੱਜ ਧਰਮ ਦੇ ਉੱਪਰ ਭਾਰੂ ਪੈਂਦਾ ਪਿਆ ਹੈ। ਹੁਣ ਤਰਕ ਦੇ ਭਾਰੂ ਪੈਣ ਦੇ ਨਾਲ ਵੈਸਟ ਦੇ ਵਿੱਚ ਜਿਹੜੇ ਆ, ਜਾਂ ਅਮਰੀਕਨ ਕੰਟਰੀਜ਼ ਦੇ ਵਿੱਚ ਚਰਚ ਜਿਹੜੇ ਉਹ ਬੰਦ ਹੁੰਦੇ ਪਏ ਆ। ਉਹਨਾਂ ਦੇ ਚਰਚ ਬੰਦ ਹੋਣ ਦੀ, ਕਿਉਂਕਿ ਲੋਕੀ ਚਰਚ ਜਾਣਾ ਘੱਟ ਕਰ ਰਹੇ ਆ। ਤੇ ਹੁਣ ਸਮੱਸਿਆ ਹੈ ਕਿ ਸਾਡੀ ਅਗਲੀ ਪੀੜ੍ਹੀ ਕਿ ਉਹ ਜੇ ਉਹ ਚਰਚ ਵਿੱਚ ਜਾਣਾ ਬੰਦ ਕਰ ਰਿਹਾ ਤੇ ਸਾਡੀ ਅਗਲੀ ਪੀੜ੍ਹੀ ਗੁਰਦੁਆਰੇ ਜਾਊਗੀ। ਇਹਦਾ ਉੱਤਰ ਹੈਗਾ ਨੋ। ਬਹੁਤ ਵੱਡੀ ਇਹ ਸਾਡੇ ਅੱਗੇ ਸਮੱਸਿਆ ਆਏਗੀ ਕਿ ਅਗਲੀ ਪੀੜ੍ਹੀ, ਠੀਕ ਹੈ ਆਪਾਂ ਜਿੰਨੀ ਮਰਜ਼ੀ ਕੋਸ਼ਿਸ਼, ਠੀਕ ਹੈ ਪੰਜਾਬੀ ਆਪਾਂ ਸਿਖਾਉਂਦੇ ਆ, ਧਾਰਮਿਕ ਕਲਾਸਾਂ ਲਗਾਉਂਦੇ ਆ, ਪਰ ਉਹ ਉਨਾ ਕਾਫੀ ਨਹੀਂ ਹੈਗਾ ਕਿ ਜਿਹੜਾ ਸਾਡੀ ਪੀੜ੍ਹੀ ਨੂੰ ਇੱਕ ਪੂਰੇ ਇੱਕ ਸਮਾਜਿਕ ਚੇਤਨਾ ਦਾ ਹਿੱਸਾ ਬਣਾ ਦੇਵੇ ਕਿ ਗੁਰਦੁਆਰਾ ਸਾਹਿਬ ਜਾਣਾ ਸਵੇਰੇ ਸ਼ਾਮ। ਜੇ ਤਾਂ ਲੰਗਰ ਚੱਲਦੇ ਆ, ਬਹੁਤ ਸਾਰੇ ਸਟੂਡੈਂਟਸ ਨੂੰ ਉੱਥੋਂ ਜਾ ਕੇ ਸਹਾਇਤਾ ਮਿਲਦੀ ਆ, ਬਹੁਤ ਸਾਰਾ ਸਹਾਰਾ ਮਿਲਦਾ ਆ। ਇਸ ਕਰਕੇ ਗੁਰਦੁਆਰਾ ਸਾਹਿਬਾਨ ਦੇ ਅੰਦਰ ਉਹ ਫਿਰ ਆਪਣੇ ਬੱਚਿਆਂ ਨੂੰ ਅੱਗੇ ਲੈ ਕੇ ਜਾਂਦੇ ਕਿ ਇਹਨਾਂ ਕਰਕੇ ਸਾਡਾ ਜਿਹੜਾ ਆ ਇੱਥੇ ਸਟੇ ਜਿਹੜਾ ਸੀ ਉਹ ਪੋਸੀਬਲ ਹੋਇਆ। ਪਰ ਇੱਕ ਧਾਰਮਿਕ ਤੌਰ ਦੇ ਉੱਪਰ ਕਹਿ ਲਓ, ਇੱਕ ਉਹ ਤਰਕਵਾਦੀ ਜਿਹੜਾ ਭਾਰੂ ਹੋਣ ਦੇ ਨਾਲ, ਜਿੱਥੇ ਮਾਰਕਸਵਾਦ ਨੇ ਧਰਮ ਅਫੀਮ ਆ ਜਿਹੜਾ ਉਹਨੇ ਕਿਹਾ ਸੀਗਾ ਨਾ, ਉਹਨੇ ਬਿਲਕੁਲ ਸਹੀ ਕਿਹਾ ਸੀਗਾ। ਉਸ ਵੇਲੇ ਜਿਹੜਾ ਚਰਚ ਸੀਗਾ ਉਹ ਧਰਮ ਨੂੰ ਅਫੀਮ ਬਣਾ ਕੇ ਹੀ, ਲੋਕਾਂ ਨੂੰ ਡਰਾ ਕੇ, ਲੋਕਾਂ ਨੂੰ ਬੇਸੁੱਧ ਕਰਕੇ, ਲੋਕਾਂ ਦੇ ਉੱਤੇ ਮਤਲਬ ਕਹਿ ਲਓ ਕਿ ਅਫੀਮ ਵਾਂਗ ਧਰਮ ਉਹਨੇ ਲਿੱਤਾ ਹੋਇਆ ਸੀਗਾ। ਪਰ ਜਿਹੜਾ ਸਿੱਖ ਧਰਮ ਆ ਉਹ ਅਫੀਮ ਨਹੀਂ ਹੈਗਾ, ਉਹ ਵਿਵੇਕ ਦੇ ਉੱਪਰ ਆਧਾਰਿਤ ਹੈ। ਅਸੀਂ ਬਾਣੀ ਦੇ ਵਿੱਚ ਵੀ ਮੰਨਦੇ ਹਾਂ ਕਿ ਸਿੱਖਾਂ ਨੂੰ ਸਿੱਖੀ ਦਾਨ, ਕੇਸ ਦਾਨ, ਰਹਿਤ ਦਾਨ ਤੇ ਵਿਵੇਕ ਦਾਨ। ਜਿਹੜਾ ਵਿਵੇਕ ਆ ਇਹ ਤਰਕ ਪਲੱਸ ਸ਼ਰਧਾ। ਸਿੱਖੀ ਦੇ ਵਿੱਚ ਇੰਨੀ ਸ਼ਰਧਾ ਨਹੀਂ, ਵੀ ਸ਼ੁੱਡ ਫੋਲੋ ਐਨਲਾਈਟਨਡ ਜਿਹੜਾ ਫੇਥ, ਐਨਲਾਈਟਨਡ ਫੇਥ ਹੋਣਾ ਚਾਹੀਦਾ। ਬਲਾਈਂਡ ਫੇਥ ਜਿਹੜਾ ਆ ਉਹ ਨਹੀਂ ਹੋਣਾ ਚਾਹੀਦਾ। ਹੁਣ ਐਨਲਾਈਟਨਡ ਫੇਥ ਜਿਹੜਾ ਉਹਨੂੰ ਆਪਾਂ ਵਿਵੇਕ ਕਹਿ ਦਿੰਦੇ ਆ। ਤਰਕ ਵੀ ਹੋਵੇ ਉਹਦੇ ਵਿੱਚ, ਬੰਦੇ ਦੇ ਅੰਦਰੋਂ ਐਨਲਾਈਟਨਮੈਂਟ ਹੋਵੇ, ਬੰਦੇ ਦੇ ਅੰਦਰ ਗਿਆਨ ਹੋਵੇ, ਗਿਆਨ ਕਰਕੇ ਗੁਰੂ ਨਾਲ ਜੁੜੇ। ਜਦੋਂ ਮੈਨੂੰ ਪਤਾ ਲੱਗਦਾ, ਮੈਂ ਹੁਣ ਸਾਇੰਸ ਪੜ੍ਹਾਉਣਾ ਸਕੂਲ ਦੇ ਵਿੱਚ, ਜਦੋਂ ਮੈਂ ਥਿਊਰੀਆਂ ਪੜ੍ਹਾਉਣਾ ਤੇ ਬਾਣੀ ਵੀ ਪੜ੍ਹੀ ਦੀ ਆ, ਤੇ ਪਤਾ ਲੱਗਦਾ ਕਿ ਗੁਰੂ ਸਾਹਿਬਾਨ ਨੇ ਕਿੰਨੀਆਂ, ਮੈਡੀਕਲ ਪੜ੍ਹਾਈਏ ਤਾਂ ਬਾਣੀ ਦੀ ਤੁਕ ਕੋਈ ਨਾ ਕੋਈ ਮੁਰੇ ਆ ਜਾਂਦੀ, ਮੋਰਲ ਸਾਇੰਸ ਪੜ੍ਹਾਈਏ ਤਾਂ ਬਾਣੀ ਦੀ ਤੁਕ ਆ ਜਾਂਦੀ ਆ, ਫਿਜ਼ਿਕਸ ਪੜ੍ਹਾਈਏ ਤਾਂ ਵੀ, ਕੈਮਿਸਟਰੀ ਪੜ੍ਹਾਈਏ ਤਾਂ ਵੀ।
ਕੋਈ ਨਾ ਕੋਈ ਉਹਦੇ ਨਾਲ ਐਨਲਾਈਟਨਡ ਫੇਥ ਹੋ ਗਿਆ ਵੀ ਗੁਰੂ ਪਾਤਸ਼ਾਹ ਕਿਹੜੀ ਪੋਜੀਸ਼ਨ ਤੇ ਪਹੁੰਚੇ ਹੋਏ ਸੀਗੇ, ਕਿੱਥੋਂ ਬੋਲਦੇ ਸੀਗੇ, ਉਹਨਾਂ ਦੇ ਕੋਲ ਕਿਹੜੀ ਖੋਜ ਸੀਗੀ, ਕਿਹੜੇ ਤਰੀਕੇ ਦੇ ਨਾਲ ਉਹ ਇੱਥੇ ਤੱਕ ਜਾਂਦੇ ਸੀ। ਉਹ ਐਨਲਾਈਟਨਡ ਹੋ ਕੇ ਗਿਆਨ ਅੰਦਰੋਂ ਆ ਕੇ ਫਿਰ ਗੁਰੂ ਦੇ ਉੱਤੇ ਜਿਹੜਾ ਵਿਸ਼ਵਾਸ ਵੱਜਦਾ ਆ, ਉਹ ਫਿਰ ਐਨਲਾਈਟਨਡ ਫੇਥ ਹੁੰਦਾ, ਉਹ ਵਿਵੇਕ ਦਾਨ ਸਾਨੂੰ ਉਹ ਮਿਲਦਾ ਆ। ਤੇ ਤਰਕ ਤੇ ਵਿਵੇਕ ਦੇ ਵਿੱਚ ਜਿੰਨੀ ਦੇਰ ਤੱਕ ਆਪਾਂ, ਤਰਕ ਜਿਹੜਾ ਲੜਾਈਆਂ ਝਗੜੇ ਪੈਦਾ ਕਰਦਾ, ਬੇਫਜ਼ੂਲ ਦੀਆਂ ਬਹਿਸਾਂ, ਫਜ਼ੂਲ ਦੀ ਆਪਾਂ ਬਹਿਸਬਾਜ਼ੀ ਕਰਨੀ, ਫਜ਼ੂਲ ਦੇ ਝਗੜੇ ਖੜੇ ਕਰਨੇ, ਨਿੱਕੀ ਨਿੱਕੀ ਗੱਲ ਤੇ ਤੂੰ ਆਟਾ ਗੁੰਨਦੀ ਹਿਲਦੀ ਕਾਤੇ ਆ, ਉਹ ਗੱਲ ਵਾਲੀ ਤੇ ਰੋਟੀ ਖਾਂਦੇ ਦਾੜੀ ਕਾਤੇ ਹਿਲਦੀ ਆ, ਇਹ ਹੋ ਜਾਂਦਾ ਤਰਕ। ਜਿਹੜਾ ਵਿਵੇਕ ਆ ਤੇ ਤਰਕ, ਇਹਦੇ ਵਿੱਚ ਇਹੀ ਫਰਕ ਆ ਕਿ ਵਿਵੇਕ ਦੇ ਵਿੱਚ ਵਿਸ਼ਵਾਸ ਨਾਲ ਆ ਗੁਰੂ ਤੇ। ਜੇ ਅੱਜ ਕੋਈ ਚੀਜ਼ ਐਸੀ ਲੱਗਦੀ ਹੈ ਜਿਹੜੀ ਲੱਗਦੀ ਤੇ ਇਹ ਵਿਗਿਆਨ ਦੇ ਮੁਤਾਬਕ ਸਹੀ ਨਹੀਂ, ਪਰ ਬਾਣੀ ਕਹਿੰਦੀ ਹੈ, ਜਿਵੇਂ ਆਪਾਂ ਗੱਲ ਕੀਤੀ ਸੀਗੀ ਪਿੱਛੇ ਜਿਹੇ ਬੜੀ ਇਹ ਚਰਚਾ ਵੀ ਚੱਲੀ ਸੀਗੀ, ਜਿਹੜਾ ਭਗਤ ਕਬੀਰ ਜੀ ਦਾ ਸ਼ਬਦ ਆ ਮੇਰੇ ਦਿਮਾਗ ਦੇ ਵਿੱਚ ਆਉਂਦਾ ਨਹੀਂ ਪਿਆ, ਗਿਆਨੀ ਅੰਮ੍ਰਿਤਪਾਲ ਸਿੰਘ ਜੀ ਨੇ ਉਹ ਚਰਚਾ ਸ਼ੁਰੂ ਕੀਤੀ ਸੀ। ਮੈਂ ਉਹਦੇ ਤੇ ਸਿੱਖ ਫੁਲਵਾੜੀ 'ਚ ਇੱਕ ਲੇਖ ਵੀ ਲਿਖਿਆ ਸੀਗਾ, ਨਰ ਮਰੇ ਨਰੁ ਕਾਮ ਨਾ ਆਵੇ, ਪਸ਼ੂ ਮਰੇ ਦਸ ਕਾਜ ਸਵਾਰੇ। ਹੁਣ ਨਰ ਮਰੇ ਇਹ ਤਾਂ ਬਾਣੀ, ਕਿਉਂਕਿ ਵਿਗਿਆਨ ਨੇ ਸਾਬਤ ਕਰਤਾ ਕਿ ਅੱਖਾਂ ਕੰਮ ਆ ਜਾਂਦੀਆਂ, ਨਰੂ ਕੰਮ ਆ ਜਾਂਦਾ ਬਾਅਦ ਵਿੱਚ, ਪਰ ਅਖੀਰ ਜਦੋਂ ਵਿਵੇਕ, ਕਿਉਂਕਿ ਮੈਨੂੰ ਜਦੋਂ ਮੈਂ ਲੇਖ ਲਿਖਣ ਲੱਗਾ ਮੈਨੂੰ ਪੂਰਾ ਵਿਸ਼ਵਾਸ ਹੈ, ਮੇਰਾ ਐਨਲਾਈਟਨਡ ਫੇਥ ਆ ਗੁਰੂ ਦੇ ਉੱਪਰ, ਗੁਰਬਾਣੀ ਦੇ ਉੱਪਰ, ਕਿ ਉਹ ਗਲਤ ਨਹੀਂ ਹੋ ਸਕਦੀ। ਕਿਉਂਕਿ ਮੈਂ ਪੜਾਉਂਦੇ ਸਮਝਿਆ, ਫਿਰ ਖੋਜ ਕੀਤੀ, ਇਹ ਲੱਗਾ ਕਿ ਜੋ ਬਾਣੀ ਨੇ ਲਿਖਿਆ ਆ ਉਹ ਬਿਲਕੁਲ ਸਹੀ ਆ, ਜੋ ਅਸੀਂ ਸੋਚਦੇ ਆ ਉਹ ਗਲਤ ਆ, ਨਾ ਸਾਇੰਸ ਗਲਤ ਆ, ਨਾ ਬਾਣੀ ਗਲਤ ਆ, ਸਾਡੀ ਸੋਚ ਗਲਤ ਹੋ ਗਈ, ਸਾਡਾ ਤਰਕ ਗਲਤ ਹੋ ਗਿਆ ਕਿ ਨਰ ਮਰਨ ਤੋਂ ਬਾਅਦ ਨਰੂ ਕੰਮ ਆਉਂਦਾ, ਤੇ ਬਾਣੀ ਕਹਿੰਦੀ ਨਹੀਂ ਆਉਂਦਾ, ਜਦ ਕਿ ਨਰ ਮਰਨ ਤੋਂ ਬਾਅਦ ਨਰੂ ਕੰਮ ਨਹੀਂ ਆਉਂਦਾ। ਜਿਹੜੀਆਂ ਅੱਖਾਂ ਆ ਉਹ ਉਨੀ ਦੇਰ ਹੀ ਆਪਾਂ ਲਗਾ ਸਕਦੇ ਹਾਂ ਬੰਦੇ ਦੇ, ਜਿੰਦੇ ਰੋ ਜਿਉਂਦੀਆਂ ਆ, ਉਹ ਬਲੱਡ ਸਰਕੂਲੇਸ਼ਨ ਦੇ ਨਾਲ ਜੁੜ ਕੇ, ਉਹ ਸਾਰੇ ਆਪਾਂ ਮੈਡੀਕਲ ਵਿਗਿਆਨ ਦੇ ਵਿੱਚ ਮੈਂ ਲੇਖ ਲਿਖਿਆ ਸਿੱਖ ਫੁਲਵਾੜੀ, ਜੇ ਕਿਤੇ ਪਿਛਲੇ ਤੁਹਾਨੂੰ ਲੱਭੇ ਤਾਂ ਕਿਤੇ ਲਿਖ ਕੇ ਤੁਸੀਂ ਪੜ੍ਹ ਵੀ ਸਕਦੇ ਆ, ਕਿ ਉਹ ਜਿਹੜਾ ਬਾਣੀ ਦੇ ਵਿੱਚ ਜਿਹੜੀ ਤੁਕ ਲਿਖੀ ਆ ਉਹ ਬਿਲਕੁਲ ਸਹੀ ਲਿਖੀ ਆ। ਜਦੋਂ ਮਰ ਜਾਂਦਾ ਕੋਈ ਅੰਗ ਉਦੋਂ ਨਹੀਂ ਲਾ ਸਕਦੇ ਅੱਖਾਂ, ਕਹਿੰਦੇ ਆਪਾਂ 4 ਘੰਟੇ ਦੇ ਵਿੱਚ ਦਾਨ ਕਰ ਦੋ, ਉਹਨੂੰ ਆਪਾਂ ਪ੍ਰੀਜ਼ਰਵ ਕਰਕੇ ਰੱਖ ਲਾਂਗੇ, ਜੀਂਦੀਆਂ ਕਰਕੇ ਰੱਖ ਲਾਂਗੇ, ਠੰਡ ਦੇ ਵਿੱਚ ਉਹਨੂੰ ਲਾ ਦਾਂਗੇ ਤਾਂ ਕਿ ਉਹਦੀ ਜਿਹੜੀ ਬਲੱਡ ਵੈਸਲ ਆ ਉਹ ਮਰੇ ਨਾ, ਉਹ ਜਿਉਂਦੀ ਰਵੇ। 4 ਘੰਟੇ ਜਿਹੜੀ ਸਾਡੀ ਬਲੱਡ ਦੀ ਸਰਕੂਲੇਸ਼ਨ ਆ ਉਹ ਪੂਰੀ ਹੋਣ ਨੂੰ ਲੱਗਦੇ ਆ ਮਰਨ ਤੋਂ ਬਾਅਦ ਵੀ, ਜਦੋਂ ਦਿਲ ਧੜਕਣਾ ਬੰਦ ਕਰ ਦਿੰਦਾ, ਆ ਜਿਹੜਾ ਸਾਡਾ ਸਰਕੂਲੇਸ਼ਨ ਹੈ ਜੇ ਚੱਲਦਾ ਹੁੰਦਾ, ਇਸ ਕਰਕੇ ਸਰੀਰ ਥੋੜੀ ਦੇਰ ਗਰਮ ਰਹਿੰਦਾ, ਫਿਰ ਹੌਲੀ ਹੌਲੀ ਠੰਡਾ ਹੋਣਾ ਸ਼ੁਰੂ ਹੁੰਦਾ ਜਦੋਂ ਸਰਕੂਲੇਸ਼ਨ ਸਾਡੀ ਪੂਰੀ ਨਹੀਂ ਹੁੰਦੀ। ਤੇ ਕਈ ਵਾਰ ਧੌਣ ਵੀ ਵੜਦੇ ਨੇ ਕੁੱਕੜ ਦੀ, ਉਹ ਫੇਰ ਵੀ ਉੱਡ ਜਾਂਦਾ। ਪਿੰਡਾਂ ਦੇ ਵਿੱਚ ਆਪਾਂ ਤਾਂ ਦੇਖਿਆ ਆਪ, ਜਦੋਂ ਦੀਵਾਲੀ ਦੁਸਹਿਰੇ ਨੂੰ ਮਾਸ ਵੱਢਦੇ ਹੁੰਦੇ ਸੀਗੇ, ਮਾਸ ਦੀਆਂ ਦੁਕਾਨਾਂ ਵਾਲੇ ਕੁੱਕੜ ਧੌਣ ਵੱਢੀ ਹੋਵੇ ਉਹ ਫੜ ਕਰਕੇ ਉੱਡ ਜਾਂਦਾ ਸੀਗਾ, ਕਿਉਂਕਿ ਇਹ ਸਰਕੂਲੇਸ਼ਨ ਜਿਹੜੀ ਆ ਉਹ ਬਲੱਡ ਦੀ ਸਰੀਰ ਦੇ ਅੰਗਾਂ ਦੇ ਅੰਦਰ ਚੱਲੀ ਜਾਂਦੀ ਸੀ, ਉਹਨੂੰ ਪੇਨ ਜਿਹੜੀ ਆ ਉਹ ਮਹਿਸੂਸ ਹੁੰਦੀ ਸੀ ਨਿਊਰੋਨ ਦੇ ਰਾਹੀਂ। ਸੋ ਇਹ ਵਿਵੇਕ ਜਿਹੜਾ ਤਰਕ ਜਦੋਂ ਕਰਨਾ, ਤਰਕ ਨੇ ਕਰਨਾ ਕਿ ਵੀ ਇਹ ਝੂਠ ਆ, ਗੁਰੂ ਨੇ ਜੋ ਕਹਤੇ ਤਾਂ ਝੂਠ ਸਾਬਤ ਹੋ ਗਿਆ। ਜਦੋਂ ਮੇਰੇ ਅੰਦਰ ਵਿਵੇਕ ਆ ਉਦੋਂ ਫਿਰ ਮੈਨੂੰ ਗੁਰੂ ਦੇ ਉੱਪਰ ਵਿਸ਼ਵਾਸ ਆ, ਫਿਰ ਮੈਂ ਦੇਖੂੰਗਾ ਕਿ ਇਹਦੇ ਕਾਰਨ ਕੀ ਹੈ, ਇਹਦੇ ਪਿੱਛੇ ਕਿਉਂ ਇਸ ਤਰ੍ਹਾਂ ਕਿਹਾ। ਉਹਦੇ ਵਿੱਚੋਂ ਫਿਰ ਗਿਆਨ ਦੀ ਅਗਲੀ ਗੰਗਾ ਚੱਲਦੀ ਹੈ, ਗਿਆਨ ਦਾ ਅਗਲਾ ਸਾਗਰ ਚੱਲਦਾ, ਅਗਲੀ ਖੋਜ ਚੱਲਦੀ, ਖੋਜੀ ਉਪਜੇ ਬਾਦੀ ਬਿਨਸੇ, ਫਿਰ ਉਹ ਖੋਜ ਕਰਦੇ ਕਰਦੇ ਬੰਦੇ ਨੂੰ ਗਿਆਨ ਦੀਆਂ ਫਿਰ ਨਵੀਆਂ ਖਿੜਕੀਆਂ ਖੁੱਲਦੀਆਂ। ਸੋ ਸੰਸਾਰ ਦੇ ਅੱਗੇ ਅਸੀਂ ਜਿਹੜੇ ਬਾਕੀ ਧਰਮਾਂ ਦੇ ਉੱਪਰ ਤਰਕ ਹੁੰਦੇ ਆ ਤੇ ਸਿੱਖ ਧਰਮ ਦੇ ਉੱਪਰ ਜਿਹੜਾ ਤਰਕ ਹੁੰਦਾ ਨਾ, ਦੋਨਾਂ ਦੇ ਵਿੱਚ ਬਹੁਤ ਜ਼ਿਆਦਾ ਫਰਕ ਹੈ। ਸਿੱਖ ਧਰਮ ਵਹਿਮ ਨਹੀਂ ਸਿਖਾਉਂਦਾ, ਸਿੱਖ ਧਰਮ ਪਾਖੰਡ ਵੀ ਨਹੀਂ ਸਿਖਾਉਂਦਾ, ਇੱਕ ਸਿੱਧੀ ਪੱਧਰੀ ਸੋਹਣੀ ਜ਼ਿੰਦਗੀ ਸਿਖਾਉਂਦਾ ਆ, ਪਰ ਨਾਲ ਵਿਵੇਕ ਤੇ ਬਾਣੀ ਦੇ ਅੰਦਰ ਜਿਹੜਾ ਸੱਚ ਕਿਹਾ ਆ ਉਹ ਅੰਤਮ ਸੱਚ ਆ। ਉਹ ਫਿਰ ਦੁਨੀਆ ਦੇ ਵਿੱਚ ਬਹੁਤ ਸਾਰੀਆਂ, ਸਾਡੇ ਕੋਲ ਸਮਾਜ ਵੀ ਘੱਟ ਆ, ਬਹੁਤ ਸਾਰੀਆਂ ਐਸੀਆਂ ਉਦਾਹਰਨਾਂ ਲਈਆਂ ਜਾ ਸਕਦੀਆਂ। ਇੱਕ ਦੋ ਉਦਾਹਰਨਾਂ ਆਪਾਂ ਲੈ ਲੈਂਦੇ ਆ ਕਿ ਬਾਣੀ ਕਹਿੰਦੀ ਸੀ ਸੈਲ ਪੱਥਰ ਮੇ ਜਨ ਤੋਂ ਪਾਏ ਤਾਂ ਕਾ ਰਿਜ਼ਕ ਆਗੇ ਕਰ ਧਰਿਆ। ਹੁਣ ਸਾਇੰਸ ਕਹਿੰਦੀ ਕਿ ਪੱਥਰ ਦੇ ਅੰਦਰ ਕੀੜਾ ਪੈਦਾ ਹੀ ਨਹੀਂ ਹੋ ਸਕਦਾ, ਕਿਉਂਕਿ ਉਹਨੂੰ ਸਾਹ ਨਹੀਂ ਆਉਣਾ, ਆਕਸੀਜਨ ਤੋਂ ਬਿਨਾਂ ਕੋਈ ਜਿੰਦਾ ਨਹੀਂ ਰਹਿ ਸਕਦਾ, ਤੇ ਉਹ ਫੋਟੋਸਿੰਥੇਸਿਸ ਜਾਂ ਕਰੇਗਾ ਜਾਂ ਆਕਸੀਜਨ ਉੱਦਾਂ ਮਿਲੇਗਾ। ਬਾਣੀ ਕਹਿੰਦੀ ਕਿ ਪੱਥਰ ਦੇ ਅੰਦਰ ਕੀੜਾ ਹੋ ਸਕਦਾ, ਸੈਲ ਪੱਥਰ ਮੈਂ ਜਨ ਤੋਂ ਪਾਏ ਤਾਂ ਕਾ ਰਿਜ਼ਕ ਆਗੇ ਕਰ ਧਰਿਆ। ਫਿਰ ਜਦੋਂ ਇੰਡਸਟਰੀਅਲ ਰੈਵੋਲੂਸ਼ਨ ਆਇਆ ਇੰਗਲੈਂਡ ਦੇ ਵਿੱਚ, ਤੇ ਜਦੋਂ ਡਾਇਨਾਮਾਈਟ ਦੀ ਖੋਜ ਹੋਈ, ਉਹ ਫਿਰ ਡਾਇਨਾਮਾਈਟ, ਜਦੋਂ ਕੋਲਾ ਚਾਹੀਦਾ ਸੀਗਾ એનર્ਜੀ ਲਈ, ਇੰਡਸਟਰੀ ਨੂੰ ਚਲਾਉਣ ਲਈ, ਰੇਲਾਂ ਦੀ ਖੋਜ ਕੀਤੀ ਸਟੀਵਨਸਨ ਨੇ, ਉਹਨੂੰ ਵੀ ਚਲਾਉਣ ਦੇ ਲਈ ਪਹਿਲਾਂ ਕੋਲੇ ਨਾਲ ਰੇਲਾਂ ਚੱਲਦੀਆਂ ਸੀਗੀਆਂ, ਤੇ ਖਾਣਾ ਕੱਢੀਆਂ, ਖਾਣਾ ਦੇ ਵਿੱਚ ਪਹਾੜਾਂ ਦੇ ਵਿੱਚ ਉਹ ਲਗਾ ਕੇ ਡਾਇਨਾਮਾਈਟ ਫਿਰ ਉਡਾਉਂਦੇ ਸੀਗੇ। ਉਹ ਜਦੋਂ ਨੇ ਉਡਾਇਆ ਕੋਲੇ ਦੀ ਖਾਣ ਦੇ ਵਿੱਚੋਂ ਇੱਕ ਪੱਥਰ ਟੁੱਟਾ, ਤੇ ਪੱਥਰ ਦੇ ਅੰਦਰ ਕੀੜਾ, ਉਹ ਵੀ ਜਿਉਂਦਾ। ਹੁਣ ਤੇ ਬਹੁਤ ਸਾਰੇ ਪੱਥਰ ਇਦਾਂ ਦੇ ਮਿਲ ਜਾਂਦੇ ਜਿਹਦੇ ਵਿੱਚੋਂ ਜਿੰਦੇ ਕੀੜੇ ਨਿਕਲੇ ਆਉਂਦੇ ਆ। ਫਿਰ ਸਾਇੰਸ ਨੇ ਨਵੀਂ ਖੋਜ ਸ਼ੁਰੂ ਕੀਤੀ ਕਿ ਅੰਦਰ ਜਿੰਦਾ ਕਿਵੇਂ ਨਿਕਲ ਗਿਆ ਕੀੜਾ ਪੱਥਰ ਦੇ ਅੰਦਰ,
ਫਿਰ ਫੋਟੋਸਿੰਥੇਸਿਸ ਤੋਂ ਇਲਾਵਾ ਫਿਰ ਇੱਕ ਕੀਮੋਸਿੰਥੇਸਿਸ ਦੀ ਖੋਜ ਹੋਈ ਕਿ ਕੈਮੀਕਲੀ ਆਪਣੇ ਆਪ ਨੂੰ ਸਿੰਥੇਸਾਈਜ਼ ਕਰਕੇ ਆਪਣੇ ਜਿਹੜਾ ਫੀਐਸਐਸ ਹੈ, ਆਪਣੀ ਜਿਹੜੀ ਉਹਦੀ ਵੇਸਟ ਪ੍ਰੋਡਕਟ ਹੈ ਉਹਨੂੰ ਸਿੰਥੈਸਿਸ ਕਰਕੇ ਉਹਦੇ ਵਿੱਚੋਂ ਆਕਸੀਜਨ ਤੇ ਉਹਦੇ ਵਿੱਚੋਂ ਖੁਰਾਕ ਬਹੁਤ ਸਾਰੇ ਕੀੜੇ ਲੈਂਦੇ ਰਹਿੰਦੇ ਆ ਤੇ ਉਹ ਪੱਥਰ ਦੇ ਅੰਦਰ ਵੀ ਜਿਉਂਦੇ ਜਿਹੜੇ ਆ ਰਹਿ ਸਕਦੇ ਆ। ਹੁਣ ਜਿਹਨੂੰ ਤੇ ਬਾਣੀ ਤੇ ਵਿਸ਼ਵਾਸ ਹੋਏਗਾ ਉਹ ਤੇ ਉਸ ਵਕਤ ਇਹ ਸੋਚੇਗਾ ਕਿ ਬਾਣੀ ਨੇ ਠੀਕ ਕਿਹਾ, ਵਿਗਿਆਨ ਆਪਣੇ ਆਪ ਖੋਜ ਕਰ ਲੇਗੀ। ਬਾਣੀ ਜੇ ਵਿਗਿਆਨ ਮਾਡਰਨ ਹੈ ਤੇ ਬਾਣੀ ਅਲਟਰਾ ਮਾਡਰਨ ਹੈ, ਬਾਣੀ ਉਹ ਤੋਂ ਅੱਗੇ ਦੀ ਸੋਚਦੀ ਆ। ਜਿਹੜਾ ਬੰਦਾ ਤਰਕ ਵਾਲਾ ਹੋਏਗਾ ਉਹ ਬੰਦਾ ਕਹੇਗਾ ਕਿ ਬਾਣੀ ਗਲਤ ਆ। ਸੋ ਤਰਕ ਤੇ ਵਿਵੇਕ ਸੰਸਾਰ ਦੇ ਅੱਗੇ ਲੈ ਕੇ ਜਾਣਾ ਪਏਗਾ ਕਿ ਬਾਣੀ ਦੇ ਅੰਦਰ, ਜਦੋਂ ਮੈਂ ਹੁਣ ਗੱਲ ਵੀ ਕੀਤੀ ਕਿ ਕੋਟ ਬ੍ਰਹਿਮੰਡ ਕੋ ਠਾਕੁਰ ਸੁਆਮੀ ਸਰਬ ਕਲਾ ਕਾ ਗਿਆਤਾ ਹੈ, ਤਾਂ ਹੁਣ ਦੀ ਗੱਲਾਂ 2014 ਚ ਖੋਜ ਹੋਈ ਮਲਟੀਵਰਸ ਦੀ। ਬਾਣੀ ਪਹਿਲੇ ਕਹਿੰਦੀ ਸੀ ਕਿ ਕਰੋੜਾਂ ਬ੍ਰਹਿਮੰਡ ਆ। ਸੋ ਇਹ ਖੋਜ ਜਿੱਦਾਂ ਜਿੱਦਾਂ ਬਾਣੀ ਦੀ ਗੱਲ ਦੀ ਖੋਜ ਹੋਏਗੀ ਉਦਾਂ ਦਾ ਸਾਇੰਸ ਉੱਥੇ ਤੱਕ ਪਹੁੰਚਦੀ ਪਈ ਆ। ਬਾਣੀ ਨੇ ਜੋ ਕਹਿ ਦਿੱਤਾ ਉਹ ਅੰਤਿਮ ਸੱਚ ਆ। ਇਹ ਤਰਕ ਤੇ ਵਿਵੇਕ ਦੀ ਸਾਨੂੰ ਡੈਫੀਨੇਸ਼ਨ ਆਪਣੀ ਨੌਜਵਾਨੀ ਨੂੰ, ਨਵੀਂ ਨੌਜਵਾਨੀ ਨੂੰ ਸਮੇਂ ਦੀਆਂ ਉਦਾਹਰਨਾਂ ਦੇ ਕੇ ਬਹੁਤ ਸਾਰੀਆਂ ਏਦਾਂ ਦੀਆਂ ਉਦਾਹਰਨਾਂ ਲਈਆਂ ਜਾ ਸਕਦੀਆਂ ਜਿਹੜੀਆਂ ਇਤਿਹਾਸ ਵਿੱਚੋਂ ਵੀ ਤੇ ਇਹਦੇ ਵਿੱਚੋਂ ਵੀ। ਹੁਣ ਆਪਾਂ ਥੋੜਾ ਜਿਹਾ ਸਮਾਂ ਇੱਕ ਲੈ ਕੇ ਹੋਰ ਘਟਨਾ ਦਾ ਜ਼ਿਕਰ ਕਰ ਲੈਂਦੇ ਆ। ਬਾਣੀ ਕਹਿੰਦੀ ਸੀ ਕਿ ਨਦਰੋਂ ਪੱਠੀ ਜੇ ਕਰੇ ਸੁਲਤਾਨਾ ਘਾਹ ਕਰਾਇੰਦਾ। ਸ਼ਾਹਜਹਾਂ ਕਹਿੰਦਾ ਕਿ ਸੁਲਤਾਨ ਨਹੀਂ ਘਾਹ ਖਾ ਸਕਦਾ, ਵੀ ਇਹ ਤਾਂ ਗਲਤ ਗੱਲ ਲਿਖਤੀ ਬਾਣੀ ਚ। ਸੁਲਤਾਨ ਕਿੱਦਾਂ ਪਸ਼ੂਆਂ ਕੋ ਘਾਹ ਚੁਗੂਗਾ, ਉਹਦੇ ਕੋਲ ਤਾਂ 36 ਪ੍ਰਕਾਰ ਦੇ ਖਾਣੇ ਹੁੰਦੇ ਆ। ਪਰ ਸਮਾਂ ਇਦਾਂ ਦਾ ਆਇਆ, ਦਾਰਾ ਸ਼ਿਕੋ ਦਾ ਸਿਰ ਕੱਟ ਕੇ ਔਰੰਗਜ਼ੇਬ ਨੇ ਥਾਲੀ ਚ ਰੱਖ ਕੇ ਉਹਨੂੰ ਪੇਸ਼ ਕੀਤਾ। ਕਹਿੰਦਾ ਲੈ ਤੇਰਾ ਮੁੰਡਾ ਬਗਾਵਤ ਕਰਦਾ ਸੀ, ਤੂੰ ਵੀ ਇਹਨੂੰ ਰਾਜਾ ਬਣਾਉਣਾ ਚਾਹੁੰਦਾ ਸੀ, ਇਹਦਾ ਸਿਰ ਕੱਟ ਕੇ ਤੈਨੂੰ ਪੇਸ਼ ਕਰਦਾ। ਉਹਨੂੰ ਦਿੱਲੀ ਦੇ ਲਾਲ ਕਿਲੇ ਦੇ ਵਿੱਚ ਕੈਦ ਕਰ ਦਿੱਤਾ ਸ਼ਾਹਜਹਾਂ ਨੂੰ। ਤੇ ਸ਼ਾਹਜਹਾਂ ਕੈਦ ਉੱਥੇ ਰੋਂਦਾ ਪਿੜਦਾ ਆਪਣੇ ਮੁੰਡੇ ਦੀ ਯਾਦ ਦੇ ਵਿੱਚ। ਦਾਰਾ ਸ਼ਿਕੋ ਨੂੰ ਪਿਆਰ ਵੀ ਬਹੁਤ ਕਰਦਾ, ਔਰੰਗਜ਼ੇਬ ਜ਼ਾਲਮ ਸੀਗਾ, ਇਹਨੂੰ ਉਹ ਪਸੰਦ ਵੀ ਨਹੀਂ ਸੀ ਕਰਦਾ। ਉਹ ਤਾਂ ਕਲਾਕਾਰ ਸੀਗਾ ਬਹੁਤ ਤਗੜਾ, ਤਾਜ ਮਹਿਲ ਬਣਾਇਆ ਉਹਨੇ, ਲਾਲ ਕਿਲਾ ਵੀ ਉਹਨੇ ਬਣਾਇਆ ਜਿਹਦੇ ਚ ਉਹਨੂੰ ਕੈਦ ਕੀਤਾ ਗਿਆ। ਉਹ ਇਮਾਰਤ ਸਾਜੀ ਕਲਾਕਾਰੀ ਮਤਲਬ ਅੰਦਰੋਂ ਸੌਫਟ ਵਾਲਾ ਸੀਗਾ ਥੋੜਾ। ਪਰ ਔਰੰਗਜ਼ੇਬ ਫਿਰ ਕੱਟੜ ਜਦੋਂ ਬਣੇ ਫਿਰ ਉਹਨੇ ਮੈਸੇਜ ਭੇਜਿਆ ਕਿ ਮੈਂ ਅੰਦਰ ਵਿਹਲਾ ਘੁੰਮਦਾ ਰਹਿਣਾ, ਕੁਝ ਬੱਚੇ ਭੇਜ ਦਿਆ ਕਰ ਕਿ ਮੈਂ ਉਹਨਾਂ ਨੂੰ ਕੁਰਾਨ ਪੜ੍ਹਾ ਦਿਆ ਕਰਾਂ। ਔਰੰਗਜ਼ੇਬ ਕਹਿੰਦਾ ਤੇਰੇ ਅੰਦਰੋਂ ਹਜੇ ਨਾ ਬਾਦਸ਼ਾਹੀ ਵਾਲੀ ਬੂ ਹਜੇ ਗਈ ਨਹੀਂ, ਖਤਮ ਕਰਨੀ ਇਹ। ਕਹਿੰਦੇ ਇਹਨੂੰ ਬੰਨ ਕੇ ਲੈ ਜਾਓ, ਆਗਰੇ ਦੇ ਕਿਲੇ ਚ ਕੈਦ ਕਰੋ, ਲਾਲ ਕਿਲੇ ਚੋਂ ਕੱਢ ਕੇ ਲੈ ਜਾਓ। ਹੁਣ ਘੋੜਿਆਂ ਦੇ ਉੱਤੇ ਬੰਨਿਆ ਤੇ ਕਿਹਾ ਕਿ ਇਹਨਾਂ ਨੂੰ ਦੇਣਾ ਨਹੀਂ, ਰਸਤੇ ਚ ਖਾਣ ਨੂੰ ਨਹੀਂ ਕੁਝ ਵੀ ਦੇਣਾ, ਇਹਨੂੰ ਬੰਨ ਕੇ ਲਿਜਾਣਾ ਇਹਦੇ ਨਾਲ ਸੰਗੀਆਂ ਸਾਥੀਆਂ ਨੂੰ, ਪਰ ਰਸਤੇ 'ਚ ਨਹੀਂ। ਹੁਣ ਸ਼ਾਹਜਹਾਂ ਬੰਨਿਆ ਆ, ਦਿੱਲੀ ਤੋਂ ਆਗਰੇ ਨੂੰ ਜਾਂਦਾ, ਭੁੱਖ ਬੜੀ ਲੱਗੀ ਉਹਨੂੰ, ਕੋਲ ਛੋਲਿਆਂ ਦਾ ਖੇਤ ਸੀਗਾ ਤੇ ਉਹ ਜਿਹੜੇ ਸਪਾਈ ਸੀਗੇ ਨਾਲ ਭੇਜੋ ਗਾਰਡ, ਉਹਨਾਂ ਨੂੰ ਕਹਿੰਦਾ ਛੋਲੇ ਤੋੜ ਕੇ ਖਿਲਾ ਦੇ, ਭੁੱਖ ਬਹੁਤ ਲੱਗੀ ਆ। ਤੇ ਉਹ ਕਹਿੰਦਾ ਮੇਰਾ ਔਰੰਗਜ਼ੇਬ ਨੇ ਘਾਣ ਬੱਚਾ ਪੀੜ ਦੇਣਾ, ਮੈਨੂੰ ਤੇ ਜਿੰਦਾ ਨਹੀਂ ਛੱਡਣਾ, ਜਿਹਨੂੰ ਪਤਾ ਲੱਗ ਗਿਆ ਮੈਂ ਤੈਨੂੰ ਖਾਣ ਨੂੰ ਕੁਛ ਦਿੱਤਾ। ਉਹ ਕਹਿੰਦਾ ਹਾਂ ਮੈਂ ਇੰਨਾ ਕਰ ਸਕਦਾ ਕਿ ਇੱਕ ਜਿਹੜਾ ਟਾਂਗਾ ਜਿਹੜਾ ਰੱਥ ਆ ਜਾਂ ਟਾਂਗਾ ਜਿਹੜਾ ਵੀ ਆ ਜਿੱਤੇ ਤੈਨੂੰ ਬੰਨਿਆ ਆ, ਇਹ ਮੈਂ ਖੇਤਾਂ ਦੇ ਕੋਲ ਚ ਹੀ ਲਗਾ ਦਿੰਦਾ, ਤੂੰ ਏਦਾਂ ਮੁੰਦਾ ਹੋ ਕੇ ਮੂੰਹ ਨਾਲ ਖਾ ਲਈ ਛੋਲੇ, ਥੋੜੇ ਬਹੁਤ ਤੋੜ ਕੇ ਖਾ ਸਕਦਾ, ਹੱਥ ਨਹੀਂ ਤੇਰੇ ਪਿੱਛੋਂ ਖੋਲ ਸਕਦਾ। ਤੇ ਜਦੋਂ ਮੂੰਹ ਨਾਲ ਫਿਰ ਛੋਲੇ ਖਾਦੇ, ਭੁੱਖ ਤਾਂ ਬੰਦੇ ਤੋਂ ਸਭ ਕੁਝ ਕਰਾਉਂਦੀ ਆ। ਫਿਰ ਉਹਨੂੰ ਯਾਦ ਆਇਆ ਕਿ ਨਦਰੋਂ ਪੱਠੀ ਜੇ ਕਰੇ ਸੁਲਤਾਨਾ ਘਾਹ ਕਰਾਇੰਦਾ। ਸੋ ਬਾਣੀ ਜਿਹੜੀ ਆ, ਬਾਣੀ ਮਤਲਬ ਅੰਤਮ ਸੱਚ ਆ। ਇਹ ਵਿਵੇਕ ਦੇ ਨਾਲ ਆਪਾਂ ਇਹਨੂੰ ਸਮਝਣਾ, ਇਹਨੂੰ ਤਰਕ ਦੇ ਨਾਲ ਸਮਝਣ ਦੀ ਕੋਸ਼ਿਸ਼ ਨਹੀਂ ਕਰਨੀ ਕਿ ਵਿਗਿਆਨ ਨੇ ਜਾਂ ਫਿਲਾਸਫੀ ਨੇ ਕੁਝ ਕਹਿਤਾ ਉਹ ਬਾਣੀ ਤੇ ਪੂਰਾ ਨਹੀਂ ਉਤਰਦਾ ਤੇ ਅਸੀਂ ਕਹੀਏ ਵੀ ਬਾਣੀ ਗਲਤ ਹੋ ਗਈ। ਇਹ ਤਰਕ ਆ, ਆਪਾਂ ਧਰਮ ਤੇ ਤਰਕ ਕਰਨ ਲੱਗ ਪੈਂਦੇ। ਕੇਸ ਹੁਣ ਸਮਝ ਲੱਗਣੀ ਸ਼ੁਰੂ ਹੋਈ ਕਿ ਪਹਿਲਾਂ ਕਹਿੰਦੇ ਸੀ ਕੇਸਾਂ ਨੂੰ ਕਿਹੜੇ ਅੰਬ ਲੱਗਣੇ ਆ, ਇਹਨਾਂ ਨੂੰ ਕਿਹੜੇ ਹਦਵਾਣੇ ਲੱਗਣੇ ਆ, ਏਦਾਂ ਸਾਡੇ ਨਾਲ ਤਰਕ ਹੁੰਦੇ ਸੀ ਕਾਲਜਾਂ ਦੇ ਅੰਦਰ। ਪਰ ਹੌਲੀ ਹੌਲੀ ਫਿਰ ਸਮਝ ਲੱਗਣੀ, ਹੁਣ ਜਿੱਦਾਂ ਸੰਸਾਰ ਨੂੰ ਸਮਝ ਲੱਗੇਗੀ, ਆਉਣ ਵਾਲੇ ਸਮੇਂ 'ਚ ਚੰਗੀ ਤਰ੍ਹਾਂ ਲੱਗੇਗੀ ਜਦੋਂ ਡਾਕਟਰ ਤੇ ਵਿਗਿਆਨੀ ਕਹਿਣਗੇ। ਸੋ ਇਹ ਤਰਕ ਤੇ ਵਿਵੇਕ ਦੇ ਵਿੱਚ ਸਾਨੂੰ ਆਪਣੇ ਪ੍ਰਚਾਰਕਾਂ ਨੂੰ ਤੇ ਆਪਣੀ ਨੌਜਵਾਨੀ ਨੂੰ ਇਹ ਜਿਹੜਾ ਫਰਕ ਹੈ ਜ਼ਰੂਰ ਸਮਝਾਉਣਾ ਪਏਗਾ ਕਿ ਜਦੋਂ ਤੁਸੀਂ ਪ੍ਰਚਾਰ ਕਰਨਾ, ਤਰਕ ਦਾ ਪੱਲਾ ਘੱਟ ਤੇ ਵਿਵੇਕ ਦੇ ਵਿੱਚ ਤਰਕ ਵੀ ਹੁੰਦਾ ਤੇ ਸ਼ਰਧਾ ਵੀ ਹੁੰਦੀ ਆ। ਅੱਜ ਸਾਡਾ ਪ੍ਰਚਾਰਕ ਜਿਹੜਾ ਆ ਉਹ ਤਰਕ ਵੱਲ ਨੂੰ ਜ਼ਿਆਦਾ ਹੋ ਰਿਹਾ ਤੇ ਉਹ ਅਖੀਰ ਦੇ ਵਿੱਚ ਝੂਠਾ ਸਾਬਤ ਹੋ ਜਾਏਗਾ। ਤੇ ਫਿਰ ਲੋਕੀ ਮਜ਼ਾਕ ਕਰਨਗੇ ਸਾਡਾ ਵੀ ਕਿ ਤੁਸੀਂ ਰੋਜ਼ ਬਾਣੀ ਦੇ ਅਰਥ ਬਦਲੀ ਜਾਂਦੇ ਆ, ਰੋਜ਼ ਆਪਣੀਆਂ ਗੱਲਾਂ ਦੇ, ਜਦੋਂ ਸਾਨੂੰ ਆਪਣੀਆਂ ਗੱਲਾਂ ਤੋਂ ਵੀ ਥਿੜਕਣਾ ਪਏਗਾ ਤੇ ਰੋਜ਼ ਫਿਰ ਉਹਦੇ ਅਰਥ ਬਦਲਨੇ ਉਹ ਠੀਕ ਨਹੀਂ ਹੁੰਦੇ। ਸੋ ਇਹ ਸਾਡੇ ਪ੍ਰਚਾਰਕਾਂ ਲਈ ਆ, ਉਹਨਾਂ ਨੂੰ ਤਰਕ ਤੇ ਵਿਵੇਕ ਦੇ ਉੱਤੇ ਪੂਰੀ ਇੱਕ ਖੋਜ ਪੱਤਰਿਕਾ ਛਾਪ ਕੇ ਇਹ ਸਾਨੂੰ ਆਪਣੇ ਰਿਸਰਚ ਇੰਸਟੀਚਿਊਟ ਤੋਂ ਜਾਂ ਆਪਣੇ ਮਿਸ਼ਨਰੀ ਕਾਲਜਾਂ ਤੋਂ ਜਾਂ ਕੋਈ ਵੀ ਹੋਰ ਸੰਸਥਾ ਤੋਂ ਇਹ ਜ਼ਰੂਰ ਲੈ ਕੇ ਦੇਣੀ ਚਾਹੀਦੀ ਆ। ਹਾਂਜੀ, ਅਗਲੀ ਸਲਾਈਡ ਤੇ ਆ ਜਾਓ ਜੀ। ਪਰਮ ਮਨੁੱਖ,
ਇਹ ਵੀ ਇੱਕ ਜਿਹੜਾ ਖਾਲਸਾ ਆ ਜਾਂ ਗੁਰਬਾਣੀ ਦਾ ਸਿਰਜਿਆ ਹੋਇਆ ਮਨੁੱਖ ਹੁੰਦਾ, ਉਹ ਪਰਮ ਮਨੁੱਖ ਹੁੰਦਾ ਆ। ਇਹ ਪਰਮ ਮਨੁੱਖਤਾ ਵੱਲੋਂ ਜਿਹੜਾ ਵਧਣ ਦਾ ਸਫ਼ਰ ਆ ਬੰਦੇ ਦਾ, ਉਹ ਬਚਪਨ ਤੋਂ ਸ਼ੁਰੂ ਹੁੰਦਾ, ਜਿਹਨੇ ਕਰਨਾ, ਜਾਂ ਜਦੋਂ ਵੀ ਮਨੁੱਖ ਦੇ ਅੰਦਰ ਇੱਕ ਚੇਂਜ ਹੁੰਦੀ। ਅਸੀਂ ਹੈਗੇ ਨਾਰਮਲ ਮਨੁੱਖ ਜਿਹੜੇ ਆਪਾਂ ਆ, ਹੌਲੀ ਹੌਲੀ ਕਰਦੇ ਆ, ਬਾਣੀ ਨੂੰ ਪੜ੍ਹਦੇ ਆ, ਬਾਣੀ ਨੂੰ ਵਿਚਾਰਦੇ ਆ, ਰੋਜ਼ ਨਿਤਨੇਮ ਕਰਦੇ ਆ, ਪੰਜਾਂ ਵਿਕਾਰਾਂ ਤੋਂ ਉੱਪਰ ਉੱਠ ਕੇ ਮਨੁੱਖਤਾ ਜਿਹੜੀ ਆ, ਮਨੁੱਖ ਹੈ ਜਿਹੜਾ, ਉਹ ਪਰਮ ਮਨੁੱਖ ਹੋਣ ਵੱਲੋਂ ਚਲਿਆ ਜਾਂਦਾ, ਵੱਧ ਜਾਂਦਾ। ਆਪਾਂ ਹੁਣ ਇੱਕ ਵਾਰ ਫਿਰ ਸੋਚ ਕੇ ਦੇਖੀਏ ਕਿ ਗੁਰੂ ਅਰਜਨ ਦੇਵ ਪਾਤਸ਼ਾਹ ਤੱਤੀ ਤਵੀ ਤੇ ਬੈਠੇ ਆ, ਤੇ ਸੀਵੇ ਨੇ ਮੂੰਹ ਚੋਂ ਨਿਕਲਦੀ ਤੇ ਸ਼ਬਦ ਪੜ ਰਿਹਾ ਕਿ ਉਲਾਹਨੋ ਮੈਂ ਕਾਹੂ ਨਾ ਦਿਓ, ਮਨ ਮੀਠ ਤੁਹਾਰੋ ਕੀਓ। ਹੁਣ ਆਮ ਮਨੁੱਖ ਤਾਂ ਨਹੀਂ ਬੈਠ ਸਕਦਾ ਤਵੀ ਤੇ, ਬਿਠਾ ਵੀ ਦਊਗਾ ਕੋਈ ਬੰਨ ਕੇ, ਮੱਲੋ ਜੋਰੀ ਚੱਕ ਕੇ ਬਿਠਾ ਦੇਗਾ। ਏਦਾਂ ਨਹੀਂ ਹੋ ਸਕਦਾ ਕਿ ਉੱਥੇ ਬੈਠ ਕੇ ਵੀ ਉਹ ਗੁਰੂ ਦੀ ਉਸਤਤ ਕਰਦਾ ਹੋਵੇ, ਵਾਹਿਗੁਰੂ ਦੀ ਉਸਤਤ ਕਰਦਾ ਹੋਵੇ, ਤੱਤੀ ਤਵੀ ਦੇ ਉੱਤੇ ਬੈਠਾ ਹੋਇਆ। ਇਹ ਪਰਮ ਮਨੁੱਖ ਹੋਏਗਾ ਕੋਈ, ਜਿਹੜਾ, ਜਿਹਨੂੰ ਆਪਾਂ ਕਹਿੰਦੇ ਦੇਹੀ ਗੁਪਤ ਵਿਦੇਹੀ ਦਿਸੈ। ਫਿਰ ਗੁਰੂ ਤੇਗ ਬਹਾਦਰ ਸਾਹਿਬ ਪਾਤਸ਼ਾਹ ਨੇ ਜਦੋਂ ਸੀਸ ਰੱਖਿਆ ਹੋਏਗਾ ਬਲੀ ਬੇਦੀ ਦੇ ਉੱਪਰ, ਉਹਨੇ ਉੱਪਰੋਂ ਤਲਵਾਰ ਚਲਾਈ ਹੋਗੀ, ਬੰਦਾ ਤੜਫਦਾ ਪਹਿਲਾਂ ਉਤੋਂ, ਪਰ ਗੁਰੂ ਪਾਤਸ਼ਾਹ ਨੇ ਇਸ ਤਰ੍ਹਾਂ ਸੀਸ ਰੱਖਿਆ, ਉਹਨੇ ਕਿਰਪਾਨ ਚਲਾਈ ਤੇ ਅਲੱਗ ਕਰ ਦਿੱਤਾ। ਉਹ ਤੋਂ ਪਹਿਲਾਂ ਗੁਰੂ ਪਾਤਸ਼ਾਹ ਦੇ ਸਾਹਮਣੇ ਆਰੇ ਦੇ ਨਾਲ ਚੀਰਿਆ ਗਿਆ, ਉਹ ਵੀ ਜਪਜੀ ਸਾਹਿਬ ਪੜ੍ਹਦੇ ਰਹੇ। ਹੁਣ ਉਹ ਕੀ ਆ ਬੰਦਾ ਜਿਹੜਾ, ਜੇ ਸਾਡੇ ਹੁਣ ਮੜ ਜੇ ਵੀ ਬਲੇਡ ਵੀ ਲੱਗ ਜਾਏ, ਰਸੋਈ 'ਚ ਕਰਦੇ ਆ, ਚਾਕੂ ਵੀ ਲੱਗ ਜਾਏ, ਤਾਂ ਹੱਥ ਇੱਕਦਮ ਆਪਾਂ ਪਿੱਛੇ ਨੂੰ ਖਿੱਚਦੇ ਆ, ਪਰ ਉਹ ਬੰਦੇ ਦਾ ਬੰਦ ਛੋਟਾ ਛੋਟਾ ਕਰਕੇ ਕੱਟਿਆ ਜਾ ਰਿਹਾ। ਉਹ ਸੀ ਵੀ ਨਹੀਂ ਕਰਦਾ, ਉਹ ਬਾਣੀ ਪੜ੍ਹੀ ਜਾ ਰਿਹਾ, ਆਰਾ ਚੱਲਦਾ ਪਿਆ ਸੀਸ ਤੇ, ਉਹ ਸੀ ਵੀ ਨਹੀਂ ਕਰਦਾ। ਕੀ ਇਹ ਮਤਲਬ ਸਾਡੇ ਵਰਗੇ ਉਹ ਮਨੁੱਖ ਹੋਣਗੇ? ਇਹਦਾ ਉੱਤਰ ਹੈ ਕਿ ਨਹੀਂ, ਉਹ ਸਾਡੇ ਵਰਗੇ ਮਨੁੱਖ ਨਹੀਂ ਹੋਣਗੇ। ਉਹ ਬਾਣੀ ਦੇ ਰਾਹੀਂ ਇੱਕ ਪਰਮ ਮਨੁੱਖਤਾ ਵੱਲ ਨੂੰ ਵਧੀਆਂ ਹੋਈਆਂ ਸ਼ਖਸੀਅਤਾਂ ਸੀਗੀਆਂ, ਔਰ ਜਿਹੜੇ ਭਾਣੇ ਵਰਤੇ ਆ, ਜੋ ਵੀ ਵਰਤਾਏ ਆ, ਇਹ ਦਾਤੇ ਨੇ, ਅਕਾਲ ਪੁਰਖ ਨੇ ਇਹ ਦੱਸਣ ਲਈ, ਇਹ ਦਰਸਾਉਣ ਲਈ ਵਰਤਾਏ ਆ ਕਿ ਮਨੁੱਖ ਜਿਹੜਾ ਆ, ਉਹ ਹੌਲੀ ਹੌਲੀ ਪਰਮ ਮਨੁੱਖ ਹੋਣ ਵੱਲੋਂ ਵੱਧ ਸਕਦਾ ਆ। ਰੂਹ ਦੇ ਵਿੱਚ ਬੰਨ ਕੇ ਸਾੜਿਆ, ਜਿੰਨੇ ਮਰਜ਼ੀ ਆਪਾਂ ਉਦਾਹਰਨਾਂ ਲੈ ਲਈਏ, ਭਾਈ ਤਾਰੂ ਸਿੰਘ ਜੀ ਦੀ ਖੋਪੜੀ ਉਤਾਰੀ, ਕਿਸੇ ਬੰਦੇ ਨੇ ਸੀ ਥੋੜੀ ਚਾਰ ਮੂੰਹ ਚੋਂ ਕੀਤੀ। ਬਾਬਾ ਬੰਦਾ ਸਿੰਘ ਬਹਾਦਰ ਦੀ ਜਿਹੜੀ ਸ਼ਹਾਦਤ ਹੋਈ ਆ, ਜਿੰਨੇ ਜ਼ਾਲਮਾਨਾ ਤਰੀਕੇ ਦੇ ਨਾਲ, ਹੁਣ ਮੇਰੇ ਅੱਖ 'ਚ ਮਾੜੀ ਜਿਹੀ ਉਂਗਲੀ ਲੱਗ ਜਾਵੇ, ਮੈਂ ਤਾਂ ਤੜਫ ਉੱਠਦਾ, ਮਾੜੀ ਜਿਹੀ ਸੂਈ ਕਿਤੇ ਪਿੰਨ ਲੱਗ ਜਾਵੇ, ਈਵਨ ਇੱਥੋਂ ਪਿੰਨ ਲਾਉਨੇ ਆਪਾਂ, ਉਹ ਪੱਗ ਦੇ ਵਿੱਚੋਂ ਕਈ ਵਾਰ ਥੱਲੇ ਮਾੜੀ ਜਿਹੀ ਟੱਚ ਕਰ ਜਾਂਦੀ ਸਿਰ ਦੇ ਨਾਲ, ਉੱਤੇ ਕੇਸ ਵੀ ਆ, ਪਰ ਫਿਰ ਵੀ ਇੱਕਦਮ ਪੇਨ ਹੁੰਦੀ ਆ, ਬਹੁਤ ਜ਼ਿਆਦਾ ਪੇਨ ਹੁੰਦੀ ਆ। ਜੇ ਅੱਖ ਦੇ ਵਿੱਚ ਮਾੜੀ ਜਿਹੀ ਉਂਗਲੀ ਲੱਗ ਜਾਏ, ਤਾਂ ਪਿੰਨ ਲੱਗ ਜਾਏ, ਤਾਂ ਮਤਲਬ ਕਹਿਣ ਦੀ ਗੱਲ ਨਹੀਂ ਕਿ ਜਿੰਨੀ ਪੇਨ ਹੁੰਦੀ ਆ। ਤੇ ਉਹ ਹੁਣ ਸਰੀਆ ਗਰਮ ਕੀਤਾ, ਲੋਹੇ ਦੀ ਰੋਡ, ਉਹ ਅੱਖ ਦੇ ਵਿੱਚ ਏਦਾਂ ਧੱਕ ਦਿੱਤੀ, ਫਿਰ ਦੂਜੇ ਅੱਖ ਦੇ ਵਿੱਚ ਧੱਕ ਦਿੱਤੀ, ਖੂਨ ਦੀਆਂ ਤਤੀਰੀਆਂ ਵਗ ਪਈਆਂ ਅੰਦਰੋਂ, ਪਰ ਬੰਦਾ ਜਿਹੜਾ ਆ, ਉਹਦੇ ਮੂੰਹ ਚੋਂ ਸੀ ਵੀ ਨਹੀਂ ਨਿਕਲੀ। ਉਹਦਾ ਬੱਚਾ ਤੜਫਦਾ ਆ, ਬੱਚਾ ਤੜਫਦਾ, ਉਹਦਾ ਇੱਥੋਂ ਪਾੜਿਆ, ਦਿਲ ਕੱਢ ਕੇ ਤੜਫਦਾ, ਉਹਦੇ ਮੂੰਹ ਦੇ ਵਿੱਚ ਧੱਕ ਦਿੱਤਾ। ਸਾਨੂੰ ਤਾਂ ਸੁਣ ਕੇ ਅੱਖਾਂ 'ਚੋਂ ਪਾਣੀ ਆ ਜਾਂਦਾ, ਸੁਣ ਕੇ ਅੰਦਰੋਂ ਨਾ ਦਿਲ ਛੋਟਾ ਜਿਹਾ ਹੋਣ ਲੱਗ ਪੈਂਦਾ। ਪਰ ਉਹ ਬੰਦੇ ਆਮ, ਇਹਦਾ ਮਤਲਬ ਤੁਸੀਂ ਸੋਚ ਕੇ ਦੇਖੋ, ਆਪਣੇ ਵਿਵੇਕ ਦੇ ਨਾਲ ਜਾਂ ਤਰਕ ਦੇ ਨਾਲ ਵੀ ਸੋਚ ਕੇ ਦੇਖੋ ਕਿ ਬੰਦੇ ਦੇ ਮੂੰਹ 'ਚੋਂ, ਚਲੋ ਦੁੱਖ ਸਹਿਣ ਦੀ, ਮੈਂ ਕਹਿੰਦਾ ਕਿ ਮੈਂ ਦੁੱਖ ਸਹਿ ਲਊਂਗਾ, ਪਰ ਸੀ ਵੀ ਨਾ ਨਿਕਲੇ, ਬਿਨਾਂ ਸੀ ਕਹੇ ਐਨੇ ਦੁੱਖ ਨੂੰ ਸਹਿ ਲੈਣਾ। ਉਹਨਾਂ ਦੇ ਅੰਦਰ ਉਹ ਕਿਹੜੀ ਚੀਜ਼ ਸੀ, ਕਿਹੜੀ ਤਾਕਤ ਸੀਗੀ, ਜਿਹੜੀ ਮਨੁੱਖਤਾ ਨੂੰ ਪਰਮ ਮਨੁੱਖਤਾ ਵੱਲ ਲੈ ਕੇ ਜਾਂਦੀ ਸੀਗੀ। ਜਦੋਂ ਛੋਟੇ ਸਾਹਿਬਜ਼ਾਦਿਆਂ ਦੇ ਉੱਤੇ ਜੋ ਜ਼ੁਲਮ ਹੋਏ ਆ, 2 ਰਾਤਾਂ 3 ਰਾਤਾਂ ਵਜੀਦ ਖਾਨ ਦੇ, ਫਿਰ ਉਹ ਤੋਂ ਬਾਅਦ ਉਹਨਾਂ ਦੇ ਫਿਰ ਸਰੀਰ ਚੀਰੇ, ਗੁਰੂ ਗੋਬਿੰਦ ਸਿੰਘ ਪਾਤਸ਼ਾਹ ਨੇ ਜ਼ਫ਼ਰਨਾਮੇ 'ਚ ਵੀ ਲਿਖਿਆ ਕਿ ਤੂੰ ਮੇਰੇ ਪੁੱਤਰਾਂ ਨੂੰ ਕੋਹ ਕੇ ਮਾਰਿਆ। ਹੁਣ ਕੋਹ ਕੇ ਮਾਰਨਾ ਕੀ ਹੁੰਦਾ? ਇੱਥੋਂ ਛੁਰੇ ਦੇ ਨਾਲ ਸਰੀਰ ਪਾੜ ਦੇਣਾ, ਉੱਤੇ ਛਾਤੀ ਤੇ ਗੋਡਾ ਰੱਖ ਕੇ ਛਾਹ ਕੱਟ ਦੇਣੀ। ਹੁਣ ਬੰਦਾ ਸੀ ਵੀ ਨਾ ਕਵੇ, ਜੀਂਦੇ ਨੀਹਾਂ 'ਚ ਚਿਣ ਹੋ ਜਾਣਾ। ਮਤਲਬ ਜਿੰਨੇ ਮਰਜ਼ੀ ਵੱਡੀਆਂ ਗਾਂਹ ਤੇ ਗਾਂਹ ਤੁਸੀਂ ਲਈ ਚੱਲੋ, ਕਿ ਮਨੁੱਖ ਦੇ ਮਨ ਦੇ ਵਿੱਚੋਂ ਇੱਕ ਸੀ ਵੀ ਨਹੀਂ ਨਿਕਲਦੀ, ਬਾਣੀ ਪੜ੍ਹੀ ਜਾ ਰਿਹਾ, ਤੇ ਉਹ ਅੰਦਰ ਇਹ ਤਾਕਤ ਜਿਹੜੀ ਆ, ਇਹ ਕਿੱਥੋਂ ਪੈਦਾ ਹੁੰਦੀ ਆ? ਇਹ ਗੁਰਬਾਣੀ ਦੇ ਰਾਹੀਂ ਪਰਮ ਮਨੁੱਖਤਾ ਵੱਲੋਂ, ਜਿਹਨੂੰ ਆਪਾਂ ਕਹਿੰਦੇ ਇਹ ਤਜਰਬੇ ਕੀਤੇ। ਫਿਰ ਜਿਹੜੇ ਹੁਣ ਮੈਂ ਬੁੱਕ ਪੜ੍ਹਦਾ ਸੀਗਾ, ਉਹਨਾਂ ਨੇ ਤਜਰਬੇ ਕੀਤੇ, ਜਿਹਨੂੰ ਕਹਿੰਦੇ ਆਪਾਂ ਬਾਣੀ 'ਚ ਪੜ੍ਹਦੇ ਦੇਹੀ ਗੁਪਤ ਵਿਦੇਹੀ ਦਿਸੈ। ਉਹ ਕਹਿੰਦੇ ਕਿ ਬੰਦਾ ਜਿਹੜਾ ਆ, ਆਪਣੇ ਆਪ ਨੂੰ, ਆਪਣੀ ਜ਼ਿੰਦਗੀ ਨੂੰ ਬਾਹਰ ਰੱਖ ਕੇ, ਤਾਂ ਫਿਰ ਇਹ ਸਰੀਰ ਨੂੰ ਦੇਖ ਸਕਦਾ ਕਿ ਮੇਰੇ ਸਰੀਰ ਨਾਲ ਕੀ ਵਾਪਰਦਾ ਪਿਆ ਹੋਊਗਾ। ਇਹ ਮਨੁੱਖ ਏਦਾਂ ਹੀ ਕਰਦੇ ਹੋਣੇ ਆ ਕਿ ਬਾਹਰ ਰਹਿ ਕੇ ਦੇਖਦੇ ਹੋਗੇ ਕਿ ਮੇਰੇ ਸਰੀਰ ਦੇ ਨਾਲ ਕੀ ਵਾਪਰਦਾ ਪਿਆ। ਜਿੰਨੀ ਦੇਰ ਅੰਦਰ ਆ, ਉਨੀ ਦੇਰ ਸੀ ਵੀ ਨਾ ਕੋਈ ਉਚਰੇ, ਉਹ ਇਹ ਨਹੀਂ ਹੋ ਸਕਦਾ। ਤੇ ਉਹਨਾਂ ਨੇ ਫਿਰ ਤਜਰਬੇ ਕੀਤੇ, ਪਰ ਕਿਉਂਕਿ ਅਸੀਂ ਆਪਣੇ
ਧਰਮ ਦੀ ਜਿਹੜੀ ਇਹ ਗੱਲਾਂ ਸੀਗੀਆਂ ਇਹਨੂੰ ਸੰਸਾਰ ਤੱਕ ਪਹੁੰਚਾ ਨਹੀਂ ਸਕੇ ਕਿ ਸਾਡੇ ਧਰਮ ਦੇ ਅੰਦਰ ਏਦਾਂ ਦੇ ਮਨੁੱਖ ਵੀ ਪੈਦਾ ਹੋਏ ਆ ਜਿਹਨੇ ਇੰਨਾ ਸਭ ਕੁਝ ਸਹਿੰਦੇ ਹੋਏ ਵੀ ਸੀ ਤੱਕ ਨਹੀਂ ਉਚਾਰੀ। ਉਹਨਾਂ ਨੇ ਲੈ ਕੇ ਬੋਧੀ, ਉਹ ਕਹਿੰਦੇ ਇਹ ਬੰਦੇ ਬੜੇ ਮੈਡੀਟੇਸ਼ਨ ਕਰਦੇ ਆ, ਕਿਉਂਕਿ ਅਸੀਂ ਤਰਕ ਦੇ ਵਿੱਚ ਆ ਕੇ ਉਹ ਭਗਤੀ ਭਾਵ, ਉਹ ਗੁਰਬਾਣੀ ਦੀ ਰੂਹਾਨੀਅਤ, ਗੁਰਬਾਣੀ ਦੇ ਉਹ ਡੂੰਘੇ ਅਰਥ ਜਿਹੜੇ ਅਜੇ ਮਨੁੱਖਤਾ ਨੇ ਸਮਝਣੇ ਪਰਮ ਮਨੁੱਖ ਬਣਨ ਦੇ ਲਈ, ਉਹਨਾਂ ਚੀਜ਼ਾਂ ਨੂੰ ਅਸੀਂ ਅਜੇ ਸੰਸਾਰ ਦੇ ਸਾਹਮਣੇ ਅਸੀਂ ਲਿਆਏ ਨਹੀਂ ਸਕੇ। ਸਾਡਾ ਪ੍ਰਚਾਰ ਜਿਹੜਾ ਤਰਕ ਦੇ ਉੱਪਰ ਆਧਾਰਿਤ ਹੋ ਗਿਆ। ਫਿਰ ਉਹਨਾਂ ਨੇ ਸਿੱਖੀ ਚੋਂ ਨਹੀਂ ਚੁਣੇ ਕਿ ਸਿੱਖੀ ਦੇ ਵਿੱਚ ਜੋ ਭਗਤੀ ਦੀ ਜਾਂ ਬਾਣੀ ਪੜ੍ਹਨ ਨਾਲ ਜਿਹੜੀ ਤਾਕਤ ਆਉਂਦੀ ਆ। ਹੁਣੇ ਤੁਸੀਂ ਦੇਖੋ ਭਾਈ ਅਨੋਖ ਸਿੰਘ ਬੱਬਰ ਦੇ ਨਾਲ ਜੋ ਵਰਤਿਆ, ਉੱਥੇ ਇਹਨੇ ਸਮੇਧ ਸੈਣੀ ਨੇ ਸਭ ਕੁਝ ਕੀਤਾ ਸੀਗਾ, ਔਰ ਉਹਦੇ ਨਾਲ ਵੀ ਆਪ ਜੀ ਪੜ੍ਹ ਕੇ ਦੇਖ ਸਕਦੇ ਜੋ ਜੋ ਵਾਪਰਿਆ। ਮੇਰੇ ਕੋਲ ਸਮਾਂ ਘੱਟ ਆ ਕਿ ਅੱਜ ਵੀ ਉਹ ਪਰਮ ਮਨੁੱਖ ਇਦਾਂ ਦੇ ਕਈ ਹੈਗੇ ਆ ਜਿਹੜੇ ਸਭ ਕੁਝ ਸਹਿ ਲੈਂਦੇ ਆ, ਸਭ ਕੁਝ ਸਹਿ ਲੈਂਦੇ ਆ। ਫਿਰ ਉਹਨਾਂ ਨੇ ਲੈ ਬੋਧੀ, ਕਹਿੰਦੇ ਇਹ ਮੈਡੀਟੇਸ਼ਨ ਬਹੁਤ ਕਰਦੇ, ਨਾ ਉਹਨਾਂ ਨੂੰ ਸਾਈਆਂ ਉਹਨਾਂ ਦੇ ਮਨ ਚ ਆਇਆ, ਨਾ ਹਿੰਦੂ ਆਇਆ, ਬੋਧੀ ਆਇਆ ਕਿ ਬੜੀ ਮੈਡੀਟੇਸ਼ਨ ਕਰਦੇ ਆ। ਉਹਨਾਂ ਨੇ ਫਿਰ ਮੈਡੀਟੇਸ਼ਨ ਦੇ ਇਫੈਕਟ ਜਿਹੜੇ ਆ ਉਹ ਡੈਨਮਾਰਕ ਦੀ ਯੂਨੀਵਰਸਿਟੀ ਦੇ ਪ੍ਰੋਫੈਸਰ ਨੇ ਉਹਨਾਂ ਨੇ ਉਹਨੂੰ ਪ੍ਰੈਕਟੀਕਲੀ ਕਰਨ ਦੇ ਦੇਖਿਆ ਕਿ ਪਹਿਲਾਂ ਦੇਖਿਆ ਕਿ ਹੁੰਦਾ ਕੀ ਆ। ਉਹਨੇ ਬੰਦੇ ਦੇ ਉੱਤੇ ਗਲਵ ਚੜਾ ਦਿੱਤਾ, ਉਹਦੇ ਉੱਤੇ ਸੱਟ ਮਾਰੀ, ਉਹਨੂੰ ਪੇਨ ਹੋਈ। ਫਿਰ ਉਹਨੇ ਗਲਵ ਏਦਾਂ ਖਿੱਚ ਦਿੱਤਾ, ਗਲਵ ਸ਼ੀਸ਼ੇ ਦੇ ਦੂਜੇ ਪਾਸੇ ਲੈ ਕੇ, ਟਰਾਂਸਪੇਰੈਂਟ ਗਲਾਸ ਸੀਗਾ, ਤੇ ਇੱਧਰ ਹੱਥ ਆ ਉੱਧਰ ਗਲਾਵ ਆ, ਉਹਨੇ ਗਲਾਵ ਦੇ ਉੱਪਰ ਥੋੜੀ ਮਾਰੀ ਬਹੁਤ ਜ਼ੋਰ ਨਾਲ, ਤੇ ਬੰਦੇ ਨੇ ਇੱਥੋਂ ਹੱਥ ਖਿੱਚ ਲਿਆ, ਉਹਨੂੰ ਪੇਨ ਮਹਿਸੂਸ ਹੋਈ। ਇੱਧਰ ਲੱਗੀਆਂ ਸੀਗੀਆਂ ਸਾਰੀਆਂ ਉਹਦੇ ਟੁੱਟੀਆਂ, ਉਹ ਜਿਹੜੇ EEG ਵਾਲੇ ਸਾਰੇ ਦਿਮਾਗ ਦੇ ਅੰਦਰ, ਔਰ ਦਿਮਾਗ ਪੇਨ ਫੀਲ ਕਰ ਰਿਹਾ ਸੀਗਾ। ਇਹਦਾ ਮਤਲਬ ਕਿ ਹੁਣ ਗਲਵ ਤਾਂ ਉੱਧਰ ਪਿਆ, ਇਹਦੇ ਹੱਥ ਨਾਲ ਕੋਈ ਉਹਦਾ ਕਨੈਕਸ਼ਨ ਵੀ ਨਹੀਂ, ਬਟ ਸਟਿਲ ਦਿਮਾਗ ਨੇ ਜਿਹੜੀ ਆ ਉਹ ਪੇਨ ਫੀਲ ਕੀਤੀ। ਮਤਲਬ ਬੋਧੀ ਕਹਿੰਦੇ ਕਿ ਅਸੀਂ ਆਪਣੀ ਆਤਮਾ ਨੂੰ ਬਾਹਰ ਲੈ ਜਾਂਦੇ ਦੇਹ ਤੋਂ, ਪਰ ਬੋਧੀਆਂ ਦੀ ਮੈਡੀਟੇਸ਼ਨ ਚੋਂ ਕੁਝ ਉਹਨਾਂ ਦੇ ਤਜਰਬੇ ਫੇਲ ਵੀ ਹੋਏ, ਕਿ ਕੁਝ ਬਹੁਤ ਸਾਰੇ ਤਜਰਬੇ ਉਹਨਾਂ ਦੇ ਪਾਸ ਵੀ ਹੋਏ ਕਿ ਇਹ ਸਰੀਰ ਦੇ ਬਾਹਰ ਕਿੱਦਾਂ ਪੇਨ ਮਹਿਸੂਸ ਕਰ ਰਿਹਾ, ਸਰੀਰ ਸੱਟ ਮੈਂ ਉੱਧਰ ਮਾਰ ਰਿਹਾ ਤੇ ਸਰੀਰ ਇੱਥੇ ਕਿਵੇਂ ਪੇਨ ਮਹਿਸੂਸ ਕਰ ਰਿਹਾ। ਇਹਦੇ ਤੇ ਇੱਕ ਬਹੁਤ ਵੱਡਾ ਰਿਸਰਚ ਪੀਸ ਅੱਜ ਵੀ ਉਹ ਈਗੋ ਟਨਲ ਬੁੱਕ ਦੇ ਵਿੱਚ ਆਪਾਂ ਪੜ੍ਹ ਸਕਦੇ ਹਾਂ, ਜਿਹੜਾ ਉਹਨਾਂ ਨੇ ਕੀਤਾ। ਉਹ ਸਾਰਾ ਉਹਨਾਂ ਨੇ ਤਜਰਬੇ ਉੱਥੇ ਲਿਖੇ ਹੋਏ ਆ। ਇਹ ਜਰਮਨ ਦੀ ਬੁੱਕ ਹੈ ਈਗੋ ਟਨਲ, ਲੇਟੈਸਟ ਆ, ਫਿਲਾਸਫੀ ਦੇ ਉੱਤੇ, ਸਾਈਕੋਲੋਜੀ ਦੇ ਉੱਤੇ, ਪੇਨ ਦੇ ਉੱਪਰ, ਜਿਹਨੂੰ ਆਪਾਂ ਮੋਹ ਕਹਿੰਦੇ ਆ, ਜਿਹੜੇ ਆਪਾਂ ਪਹਿਲਾਂ ਗੱਲ ਕੀਤੀ ਕਿ ਇਹ ਸਾਰੀਆਂ ਗੱਲਾਂ ਮਨੁੱਖ ਦੇ ਅੰਦਰੋਂ ਹੌਲੀ ਹੌਲੀ ਨਿਕਲ ਰਹੀਆਂ, ਜਿਹੜੀਆਂ ਜਿਹਦੇ ਨਾਲ ਮਨੁੱਖਤਾ ਦਾ ਭਵਿੱਖ ਖਤਰੇ 'ਚ ਪੈ ਰਿਹਾ, ਉਹ ਸਾਰੀਆਂ ਗੱਲਾਂ ਜਿਹੜੀਆਂ ਆ ਉਹ ਉਸ ਬੁੱਕ ਦੇ ਵਿੱਚ ਲਿਖੀਆਂ। ਤਜਰਬੇ ਵੀ ਉਹਨੇ ਡੈਨਮਾਰਕ ਯੂਨੀਵਰਸਿਟੀ ਦੇ ਇਹ ਸਾਰੇ ਨਾਲ ਲਿਖੇ ਹੋਏ ਆ। ਪਰ ਬਾਣੀ ਨੇ ਇਹਨਾਂ ਚੀਜ਼ਾਂ ਨੂੰ ਬਹੁਤ ਪਹਿਲੇ ਗੁਰਸਿੱਖਾਂ ਨੇ ਸਾਬਤ ਕਰਕੇ ਦਿਖਾਇਆ ਸੀਗਾ, ਪਰ ਉਹ ਕਿਉਂਕਿ ਸਾਇੰਟੀਫਿਕਲੀ ਜੇ ਅੱਜ ਦੀ ਜਿਹੜੀ ਵਿੱਦਿਆ ਸਾਇੰਟੀਫਿਕਲੀ ਪ੍ਰੂਫ ਮੰਗਦੀ ਆ ਨਾ, ਤੇ ਉਹ ਸਾਡੇ ਉਦੋਂ ਦੇ ਕੋਈ ਨਾ ਵੀਡੀਓ ਆ, ਉਸ ਵੇਲੇ ਕਿਹੜਾ ਵੀਡੀਓ ਹੁੰਦੇ ਸੀਗਾ, ਇਤਿਹਾਸ ਜਿਹੜਾ ਆ ਉਹ ਅਸੀਂ ਸਾਰੀ ਮਨੁੱਖਤਾ ਤੱਕ ਨਹੀਂ ਪਹੁੰਚਾ ਸਕੇ। ਤੇ ਇਹ ਬਾਣੀ ਦੀ ਜਿਹੜੀ ਮੈਡੀਟੇਟਿਵ ਪਾਵਰ ਆ, ਬਾਣੀ ਦੀ ਜਿਹੜੀ ਰੂਹਾਨੀਅਤ ਵਾਲੀ ਪਾਵਰ ਆ, ਬਾਣੀ ਦੀ ਜਿਹੜੇ ਜਿਹਦੇ ਆਸਰੇ ਬੰਦਿਆਂ ਨੇ ਇੰਨੇ ਵੱਡੇ ਵੱਡੇ ਦੁੱਖ ਸਹਿ ਲਏ, ਉਹ ਜਿਹੜੀ ਚੀਜ਼ ਆ ਉਹ ਅਜੇ ਆਪਾਂ ਲੋਕਾਂ ਦੇ ਮਨੁੱਖਤਾ ਦੇ ਸਾਹਮਣੇ ਉਹ ਪੇਸ਼ ਕਰਨੀ ਕਿ ਉਹ ਪਰਮ ਮਨੁੱਖਤਾ ਵੱਲੋਂ ਕਿਵੇਂ ਇਹ ਮਨੁੱਖਤਾ ਜਿਹੜੀ ਆ ਉਹ ਵੱਧ ਸਕਦੀ ਆ। ਜੇਕਰ ਅਸੀਂ ਸੰਸਾਰ ਦੇ ਸਾਹਮਣੇ ਇਹ ਸਾਰਾ ਕੁਝ ਪੇਸ਼ ਕਰਨ ਦੇ ਯੋਗ ਹੋ ਜਾਵਾਂਗੇ ਤੇ ਫਿਰ ਤੇ ਠੀਕ ਆ। ਉਹ ਆਪਾਂ ਤਰਕ ਦੇ ਵਿੱਚ ਆ ਕੇ ਉਹ ਰੂਹਾਨੀਅਤ ਵਾਲੀ ਜਾਂ ਉਹ ਚੀਜ਼ ਆ ਜਿਹੜੀ ਉਹਨੂੰ ਛੱਡਦੇ ਜਾ ਰਹੇ ਆ, ਉਹਨੂੰ ਮੁੜ ਕੇ ਸਾਨੂੰ ਵਾਪਸ ਲਿਆਉਣਾ ਪਏਗਾ, ਵਿਵੇਕੀ ਬਣਨਾ ਪਏਗਾ, ਤਰਕਸ਼ੀਲ ਤੋਂ ਵਿਵੇਕਸ਼ੀਲ ਵੱਲ ਨੂੰ ਸਾਨੂੰ ਵਧਣਾ ਪਏਗਾ। ਮੇਰਾ ਟਾਈਮ ਕਿੰਨਾ ਰਹਿੰਦਾ ਵੀਰ ਜੀ? ਆਲਮੋਸਟ ਟਾਈਮ ਤਾਂ ਹੋਇਆ ਲਾਸਟ ਸਲਾਈਡ ਤੇ ਆਪਾਂ ਆ ਜਾਈਏ, ਫਿਰ ਬਸ ਥੋੜਾ ਜਿਹਾ ਸਮਾਂ ਹੋਰ ਲੈਣਾ। ਲਾਸਟ ਸਲਾਈਡ ਚੌਥੀ। ਹੁਣ ਆਪਾਂ ਅਕਾਲ ਪੁਰਖ ਦੀ ਗੱਲ ਕਰਦੇ। ਬਾਣੀ ਦੇ ਅੰਦਰ ਅਕਾਲ ਪੁਰਖ ਦੀ ਜਿਹੜੀ ਸਿਰਜਣਾ ਕੀਤੀ, ਏਵੀ ਲੋਇਬ ਇਹਨੇ ਇਸ ਸਾਲ ਦੇ ਵਿੱਚ ਇੱਕ ਬਹੁਤ ਵੱਡੀ ਗਰਾਊਂਡ ਬ੍ਰੇਕਿੰਗ ਖੋਜ ਕੀਤੀ, ਡਿਸਕਵਰੀ ਕੀਤੀ। ਏਵੀ ਲੋਇਬ ਆ, ਬੈਸਟ ਸੈਲਰ ਆਥਰ ਆ। ਇਹ ਹਾਰਵਰਡ ਯੂਨੀਵਰਸਿਟੀ ਦਾ ਐਸਟ੍ਰੋਨੋਮੀ ਡਿਪਾਰਟਮੈਂਟ ਦਾ ਪਹਿਲਾਂ ਹੈੱਡ ਹੁੰਦਾ ਸੀ। ਐਸਟ੍ਰੋਨੋਮੀ ਮਤਲਬ ਜਿਹੜੀ ਖਗੋਲ ਵਿਗਿਆਨ, ਬ੍ਰਹਿਮੰਡ ਦੀ ਖੋਜ ਕਰਦੀ ਆ। ਇਹ ਕਹਿੰਦਾ ਕਿ ਅਸੀਂ C ਕਲਾਸ ਮਨੁੱਖ ਆ। ਜਿਹੜਾ ਆਪਾਂ ਪਰਮ ਮਨੁੱਖ ਕੀਤਾ ਨਾ, ਪਰਮ ਮਨੁੱਖ ਦੀ ਗੱਲ ਵੀ ਕਰਦੇ ਆ। ਫਿਰ ਕਹਿੰਦਾ ਹੌਲੀ ਹੌਲੀ ਇਹ B ਕਲਾਸ ਮਨੁੱਖ ਦੀ ਇੱਕ ਸਭਿਅਤਾ ਆ ਮਨੁੱਖਾਂ ਦੀ, ਔਰ ਉਹ ਤੋਂ ਬਾਅਦ ਫਿਰ A ਕਲਾਸ, ਜਦ ਉਹ ਕਹਿੰਦਾ ਇੱਕ ਮਨੁੱਖ ਆ ਜਾਂ ਇੱਕ ਤਾਕਤ ਆ ਜਿਹਨੇ ਆਊਟ ਆਫ ਨਥਿੰਗ ਇਹ ਸਾਰਾ ਬ੍ਰਹਿਮੰਡ, ਕਹਿੰਦਾ ਏਦਾਂ ਨਹੀਂ ਬਣ ਗਿਆ ਜਿੱਦਾਂ ਸਾਇੰਟਿਸਟ ਕਹਿੰਦੇ ਕਿ ਆਪਣੇ ਆਪ ਹੀ ਬਣ ਗਿਆ। ਉਹ ਕਹਿੰਦਾ ਉਹਨੇ ਆਊਟ ਆਫ ਨਥਿੰਗ ਲੈਬ ਦੇ ਵਿੱਚ ਜਿੱਦਾਂ ਬਣਾਈਦਾ ਇਦਾਂ ਸਾਰਾ ਬ੍ਰਹਿਮੰਡ ਪੈਦਾ ਕੀਤਾ। ਇਹ 2021 ਦੀ ਖੋਜ ਇਹਨੇ ਕੀਤੀ ਆ ਕਿ ਆਪਣੇ ਆਪ ਨਹੀਂ, ਇਹ
ਉਹਨੇ ਆਊਟ ਆਫ ਨਥਿੰਗ, ਜਿਹਨੂੰ ਆਪਾਂ ਸਹਿਬੰਗ ਕਹਿੰਦੇ ਆ ਕਿ ਆਪਣੇ ਆਪ ਤੋਂ ਟੁੱਟ ਕੇ, ਪਹਿਲਾਂ ਆਪੀ ਨੇ ਆਪ ਸਾਜਿਓ, ਆਪੀ ਨੇ ਰਚਿਓ ਨਾਉ, ਦੋਈ ਕੁਦਰਤ ਸਾਜੀਏ। ਫਿਰ ਕੁਦਰਤ ਕਹਿੰਦਾ ਸਾਜੀ, ਉਹਨੇ ਲੈਬ ਦੇ ਵਿੱਚ ਪਹਿਲਾਂ ਆਪਣੇ ਆਪ ਤੋਂ ਆਪਣੇ ਆਪ ਨੂੰ ਪੈਦਾ ਕੀਤਾ, ਫਿਰ ਲੈਬ ਦੇ ਵਿੱਚ ਸਾਰਾ ਉਹਨੇ ਸਾਰੀਆਂ ਤਾਕਤਾਂ, ਕਹਿੰਦਾ ਉਦਾਂ ਏਦਾਂ ਫਿੱਟ ਨਹੀਂ ਹੋ ਸਕਦੀਆਂ। ਹੁਣ ਧਰਤੀ ਦੁਆਲੇ ਚੰਦ ਘੁਮਾਈ ਜਾਂਦਾ ਵਾਹਿਗੁਰੂ, ਜੇ ਚੰਦ ਮਾੜਾ ਜਿਹਾ ਆਪਣਾ ਪਾਥ ਚੇਂਜ ਕਰ ਲਵੇ ਜਾਂ ਚੰਦ ਹੋਵੇ ਹੀ ਨਾ, ਤੇ ਧਰਤੀ ਸਾਰੀ ਕਲੈਪਸ ਹੋ ਜਾਣੀ। ਧਰਤੀ ਸੂਰਜ ਦੁਆਲੇ ਘੁੰਮਦੀ ਆ, ਸੂਰਜ ਪੂਰੀ ਚੀਜ਼ ਜਿਹੜੀ ਆ ਸਾਰੀ ਫਿੱਟ ਕੀਤੀ। ਉਹ ਕਿੱਥੇ ਪਹਾੜ ਬਣਨੇ ਜੇ ਧਰਤੀ ਦੀ ਆਪਾਂ ਗੱਲ ਕਰੀਏ, ਕਿੱਥੇ ਪਾਣੀ ਬਣਨਾ, ਜਿਵੇਂ ਉਹ ਸਾਰੀ ਚੀਜ਼ ਸੈੱਟ ਕਰਨੀ ਆ। ਸਰੀਰ ਦੇ ਅੰਦਰ ਤੁਸੀਂ ਦੇਖੋ ਕਿ ਲਗਾਤਾਰ ਦਿਲ ਆ, ਹੁਣ ਕੋਈ ਵੀ ਮਸ਼ੀਨ ਇਦਾਂ ਦੀ ਬਣਾ ਕੇ ਦਿਖਾ ਦਿਓ ਜਿਹੜੀ ਇੰਨਾ ਚਿਰ ਲਗਾਤਾਰ 60-65 ਸਾਲ ਚੱਲੀ ਜਾਵੇ, ਉਹਨੂੰ ਕੋਈ ਬਾਹਰੋਂ એનર્ਜੀ ਥੋੜੀ ਮਿਲਦੀ, ਅੰਦਰੋਂ એનર્ਜੀ, ਜਿਹੜਾ ਭੋਜਨ ਖਾਂਦੇ ਆਪਾਂ, ਚਾਹੇ ਰੋਟੀ ਖਾ ਲਈਏ, ਚਾਹੇ ਫਰੂਟ ਖਾ ਲਈਏ, ਚਾਹੇ ਕੋਈ, ਉਹਨੂੰ એનર્ਜੀ ਚੋਂ ਕਨਵਰਟ ਕਰ ਲੈਂਦਾ। ਕਿਡਨੀਆਂ ਜੇ ਆਪਾਂ ਬਿਲਕੁਲ ਸਹੀ ਜ਼ਿੰਦਗੀ ਜੀਂਦੇ ਰਹੀਏ ਤੇ ਕਿੰਨਾ ਚਿਰ ਆਪੇ ਹੀ ਕੰਮ ਕਰਦੀਆਂ ਰਹਿੰਦੀਆਂ, ਬਲੱਡ ਆਪੇ ਹੀ ਕੰਮ ਕਰੀ ਜਾਂਦਾ। ਔਰ ਬਹੁਤ ਸਾਰੀਆਂ ਚੀਜ਼ਾਂ ਹੈਰਾਨੀ ਪੈਦਾ ਕਰਦੀਆਂ ਕਿ ਕਿਵੇਂ ਦਿਮਾਗ ਤੋਂ ਸਾਰਾ ਕੁਝ ਕੰਟਰੋਲ ਕਰਦਾ ਪਿਆ, ਇਹਨੂੰ ਕਿਹੜੀ ਚੀਜ਼ ਆ ਦਿਮਾਗ ਦੇ ਅੰਦਰ। ਤੇ ਜਦੋਂ ਮਰ ਜਾਂਦੇ ਉਦੋਂ ਕਿਹੜੀ ਚੀਜ਼ ਨਿਕਲ ਜਾਂਦੀ ਦਿਮਾਗ ਦੇ ਅੰਦਰੋਂ ਕਿ ਸਾਰੇ ਅੰਗ ਆਪਣੇ ਆਪ ਉਹ ਮੈਸੇਜ ਭੇਜਣੇ ਬੰਦ ਹੋ ਜਾਂਦੇ। ਸੋਡੀਅਮ ਪੋਟੈਸ਼ੀਅਮ ਦੇ ਉਹ ਸਾਰੇ ਨਿਊਰੋਨ ਆਪਣੇ ਆਪ ਕੰਮ ਕਰਨੇ ਬੰਦ ਹੋ ਜਾਂਦੇ ਆ। ਉਹ ਕਹਿੰਦਾ ਕਿ ਚੀਜ਼ਾਂ ਆਪਣੇ ਆਪ ਨਹੀਂ ਹੋ ਸਕਦੀਆਂ ਕਦੀ ਵੀ, ਇੰਨਾ ਪਰਫੈਕਟਲੀ ਮਸ਼ੀਨ ਜਿਹੜੀ ਬੰਦੇ ਦੇ ਸਰੀਰ ਦੀ ਬਣਾਈ ਹੋ ਆ। ਅੱਖਾਂ ਦਾ 576 ਮੈਗਾਪਿਕਸਲ ਦਾ ਕੈਮਰਾ ਆ, ਜਿੰਨੀ ਮਰਜ਼ੀ ਵਧੀਆ ਫੋਟੋ ਖਿੱਚ ਲਈਏ, ਜਿਵੇਂ ਅਸੀਂ ਅੱਖਾਂ ਨਾਲ ਦੇਖਦੇ ਹਾਂ ਕੋਈ ਚੀਜ਼, ਉਨੀ ਚੀਜ਼ ਫੋਟੋ ਦੇ ਵਿੱਚ ਕਲੀਅਰ ਆਪਾਂ ਨਹੀਂ ਦੇਖ ਪਾਉਂਦੇ। 576 ਮੈਗਾਪਿਕਸਲ ਕੈਮਰਾ ਸਾਡੀਆਂ ਅੱਖਾਂ ਦੇ ਹਰੇਕ ਲੈਂਜ ਦੇ ਵਿੱਚ, ਤੇ 1152 ਮੈਗਾਪਿਕਸਲ ਬਣ ਜਾਂਦੇ ਦੋਨੋਂ। ਤੇ ਸਾਡੇ ਕੋਲ 16, 48 ਤੇ 100 ਮੈਗਾਪਿਕਸਲ ਦਾ ਕੈਮਰਾ ਹੋਵੇ ਫੋਨ 'ਚ, ਆਪਾਂ ਕਹਿੰਦੇ ਲੱਖਾਂ ਕਰੋੜਾਂ ਦਾ। ਤੇ ਸਾਡੀ ਅੱਖਾਂ ਦੀ ਕੀਮਤ ਦੇਖ ਲਓ, ਤੇ ਪਿੱਛੇ ਜੁੜੀਆਂ ਹੈ ਨਾ ਉਹਦੇ ਨਾਲ। ਤੇ ਇਸ ਤਰੀਕੇ ਦੇ ਨਾਲ ਉਹ ਕਹਿੰਦਾ ਕਿ ਇਹ ਸਾਰਾ ਕੁਝ ਜਿਹੜਾ ਆ, ਇੱਕ ਤਰ੍ਹਾਂ ਲੈਬ ਦੇ ਵਿੱਚ ਕਿਤੇ ਬਣਾਇਆ ਕਿਸੇ ਬੰਦੇ ਨੇ ਬੈਠ ਕੇ, ਔਰ ਉਹ A ਕਲਾਸ ਦਾ ਮਨੁੱਖ ਹੋਊਗਾ, ਅਸੀਂ C ਕਲਾਸ ਦੇ ਮਨੁੱਖ ਆ। ਜਦੋਂ ਜਿੱਦਾਂ ਅਸੀਂ ਅੱਗੇ ਵਧਾਂਗੇ ਫਿਰ ਸਾਨੂੰ ਉਹ ਸਮਝ ਲੱਗਣੀ ਸ਼ੁਰੂ ਹੋਏਗੀ। ਪਹਿਲਾਂ B ਕਲਾਸ ਵੱਲ ਜਾਵਾਂਗੇ, ਫਿਰ C ਕਲਾਸ ਵਾਲੇ। ਪੂਰੀ ਦੀ ਪੂਰੀ ਥਿਊਰੀ ਆਪ ਗੂਗਲ ਤੋਂ ਕੱਢ ਕੇ ਪੜ੍ਹ ਸਕਦੇ ਹੋ, ਜੇ ਕਹੋ ਤਾਂ ਮੈਂ ਸੁਪਰੀਮ ਕਾਉਂਸਲ ਜਾਂ ਕਲਾਸ ਦੇ ਵਿੱਚ ਥਿਊਰੀ ਦੀ ਥੋੜਾ ਹਿੱਸਾ ਮੈਂ ਕੀਤਾ ਆ ਡਾਊਨਲੋਡ, ਉਹ ਮੈਂ ਪਾ ਦਾਂਗਾ ਮੈਂ ਜੀ ਤੇ ਪੂਰੀ ਰਿਸਰਚ ਜਿਹੜੀ ਆ ਉਹ ਕਰਦਾ ਪਿਆ। ਇਹ ਫਿਰ ਹੌਲੀ ਹੌਲੀ ਆਪਾਂ ਪਰਮ ਮਨੁੱਖ ਵੱਲੋਂ ਮੜਾਂਗੇ ਨਾ ਕਿ ਰਾਮ ਕਬੀਰਾ ਏਕ ਭਏ ਹੈ, ਕੋਈ ਨਾ ਸਕੇ ਪਛਾਣੀ। ਜਦੋਂ ਮਨੁੱਖ ਤੇ ਆਤਮਾ ਤੇ ਪਰਮਾਤਮਾ ਦਾ ਮੇਲ ਹੋ ਜਾਊ, ਸ਼ਬਦ ਤੇ ਸੁਰਤ ਦਾ ਮੇਲ ਹੋ ਜਾਊ, ਦੋਨੋਂ ਵਾਹਿਗੁਰੂ A ਕਲਾਸ ਤੇ C ਕਲਾਸ ਆਪਾਂ ਦੋਨੋਂ ਇੱਕ ਹੋ ਜਾਵਾਂਗੇ। ਇਹ ਵੀ ਕਹਿੰਦਾ ਉਧਰ ਨੂੰ ਮਨੁੱਖਤਾ ਨੂੰ ਵਧਣਾ ਪਏਗਾ। ਤੇ ਬਾਣੀ ਵੀ ਇਹੀ ਕਹਿੰਦੀ ਹੈ ਕਿ ਪਰ ਇਹਨਾਂ ਨੂੰ ਤਰੀਕਾ ਨਹੀਂ, ਇਹ ਕਹਿੰਦਾ ਸਾਡੇ ਕੋਲ ਤਰੀਕਾ ਨਹੀਂ ਹੈਗਾ ਕਿ ਕਿੱਦਾਂ ਵੱਧ ਸਕਦੇ ਹਾਂ। ਪਰ ਬਾਣੀ ਜ਼ਰੂਰ ਦੱਸਦੀ ਕਿ ਸੇਵਾ, ਸਿਮਰਨ, ਪਰਉਪਕਾਰ ਦੀ ਭਾਵਨਾ, ਬਾਣੀ ਪੜ੍ਹਨੀ, ਬਾਣੀ ਵਿਚਾਰਨੀ। ਹੌਲੀ ਹੌਲੀ ਬਾਣੀ ਪੜ੍ਹਦਿਆਂ ਗੁਰਬਾਣੀ ਬਣੀ ਹੈ। ਬਾਣੀ ਕਹਿੰਦੀ ਫਿਰ ਬੰਦਾ ਗੁਰਬਾਣੀ ਦਾ ਰੂਪ ਹੋ ਜਾਂਦਾ, ਤੇ ਫਿਰ ਗੁਰਬਾਣੀ ਦਾ ਰੂਪ ਹੋਇਆ ਫਿਰ ਇੱਕ ਦਿਨ ਅਕਾਲ ਪੁਰਖ ਦਾ ਰੂਪ ਹੋ ਜਾਂਦਾ, ਜਿਹੜੀ ਬੰਦੇ ਦੀ ਮੰਜ਼ਿਲ ਆ। ਇਹ ਵੀ ਇਹੀ ਦੱਸਦਾ ਕਿ A ਕਲਾਸ ਬਣਨਾ ਜਿਹੜੀ ਇਹ ਮਨੁੱਖਤਾ ਦੀ ਮੰਜ਼ਿਲ ਆ। ਬਾਣੀ ਦੀ ਮੰਜ਼ਿਲ ਤੇ ਜਿਹੜੀਆਂ ਲੇਟੈਸਟ ਡਿਸਕਵਰੀਜ਼ ਹੋ ਰਹੀਆਂ ਉਹ ਮਨੁੱਖਤਾ ਦੀ ਮੰਜ਼ਿਲ ਦੋਨੋਂ ਸੇਮ ਹੀ ਦੱਸ ਰਹੀਆਂ ਆ। ਹੋਰ ਵੀ ਹਾਰਵਰਡ ਵਿੱਚ ਬਹੁਤ ਸਾਰੀਆਂ ਇਦਾਂ ਦੀਆਂ ਖੋਜਾਂ ਹੋਈਆਂ ਜਿਹੜੀਆਂ ਫਿਰ ਕਲਾਸ ਲੱਗੀ ਆਪਾਂ, ਫਿਰ ਜਿਹਨੂੰ ਆਪਾਂ ਪੁਨਰ ਜਨਮ ਕਹਿੰਦੇ, ਅਸੀਂ ਕਹਿੰਦੇ ਹੁੰਦਾ ਨਹੀਂ। ਪਰ ਹਾਰਵਰਡ ਦੇ ਪ੍ਰੋਫੈਸਰ ਦੀ ਇੱਕ ਮੈਂ ਤੁਹਾਡੇ ਨਾਲ ਫੇਕ ਖੋਜ ਸਾਂਝੀ ਕਰੂੰਗਾ। ਉਹ ਕਹਿੰਦਾ ਕਿ ਪ੍ਰੋਟੀਨ ਦਾ ਇੱਕ ਮੋਲੀਕਿਊਲ ਹੁੰਦਾ ਜਿਹੜਾ ਮਰਨ ਤੋਂ ਬਾਅਦ ਵੀ ਨਹੀਂ ਉਹ ਖਤਮ ਨਹੀਂ ਹੁੰਦਾ, ਹਵਾ ਦੇ ਵਿੱਚ ਰਲ ਜਾਂਦਾ ਜਾ ਕੇ, ਉਹ ਗਾਂ ਫੇਕ ਤੇ ਸੈੱਟ ਹੁੰਦਾ। ਫਿਰ ਉਹ ਜਿੱਥੇ ਵੀ ਸੈੱਟ ਹੋ ਜਾਂਦਾ ਉਹ ਫਿਰ ਉਸ ਜੀਵ ਦੇ ਵਿੱਚ ਉਸ ਤਰ੍ਹਾਂ ਦੀ ਉਹਦੀ ਪਰਸਨੈਲਿਟੀ ਬਣਾ ਦਿੰਦਾ। ਮੰਨ ਲਓ ਥੋੜਾ ਜਿਹਾ ਉਹ ਪੁਨਰ ਜਨਮ ਵੱਲ ਨੂੰ ਅੱਗੇ ਵੱਧ ਗਿਆ। ਤੇ ਆਪਾਂ ਕਹਿੰਦੇ ਕਿ ਵਾਹਿਗੁਰੂ ਸਾਡੇ ਕਰਮਾਂ ਦੇ ਅਨੁਸਾਰ, ਹੁਣ ਹੋ ਸਕਦਾ ਉਹ ਪ੍ਰੋਟੀਨ ਦੇ ਜਿਹੜਾ ਮੋਲੀਕਿਊਲ ਉਹਨੇ ਲੱਭਿਆ ਉਹਦੇ ਵਿੱਚ ਸਾਡੀ ਸਾਰੀ ਸੂਚਨਾ ਜਮ੍ਹਾਂ ਹੁੰਦੀ ਹੋਵੇ, ਉਹ ਸੂਚਨਾ ਦੇ ਆਧਾਰਿਤ ਉਹ ਉੱਥੇ ਜਾ ਕੇ ਕਲਿੱਕ ਕਰਦਾ ਹੋਵੇ ਫ੍ਰੀਕੁਐਂਸੀ ਮੈਚ ਕਰਕੇ, ਜੇ ਸਾਇੰਟੀਫਿਕਲੀ ਕਹੀਏ। ਤੇ ਜੇ ਬਾਣੀ ਅਨੁਸਾਰ ਕਹੀਏ ਤੇ ਹੋਰ ਤਰੀਕੇ ਨਾਲ। ਉਹ ਵੀ ਹਾਰਵਰਡ ਦੇ ਵਿੱਚ ਖੋਜ ਜਿਹੜੀ ਆ ਉਹ ਹੋ ਚੁੱਕੀ ਆ। ਸੋ ਜੇ ਤਾਂ ਇਹ ਖੋਜਾਂ ਇਹਨਾਂ ਲੋਕਾਂ ਨੇ ਫਿਰ ਪੇਸ਼ ਕੀਤੀਆਂ, ਫਿਰ ਉਹ ਸਾਡੀ ਖੋਜ ਨਹੀਂ ਰਹੇਗੀ। ਜੇਕਰ ਅਸੀਂ ਮਨੁੱਖਤਾ ਦੇ ਸਾਹਮਣੇ ਰੱਖਦੇ ਹਾਂ ਇਹਨਾਂ ਸਾਰੀਆਂ ਵਿਚਾਰਾਂ ਨੂੰ, ਇੱਕ ਥੀਸਿਸ ਬਣਾ ਕੇ, ਇੱਕ ਸਿੰਥੇਸਿਸ ਬਣਾ ਕੇ, ਇੱਕ ਖੋਜ ਕੇਂਦਰ ਦੇ ਵਿੱਚੋਂ ਇਹ ਸਾਰੀਆਂ ਪਬਲੀਕੇਸ਼ਨ ਕਰਕੇ, ਥਿਊਰੀਆਂ ਬਣਾ ਕੇ, ਤਾਂ ਫਿਰ ਹਾਰਵਰਡ ਵਾਲੇ ਇਹ ਕਹਿਣਗੇ ਕਿ ਹਾਂ ਜਿਹੜੀ ਉਹ ਥਿਊਰੀ ਪੇਸ਼ ਕੀਤੀ, ਜੇ ਇਹਨੇ ਆਪਣੀ ਖੋਜ ਵੀ ਕੀਤੀ ਆਪਣੇ ਯੰਤਰਾਂ ਨਾਲ, ਤੇ ਉਹ ਥਿਊਰੀ ਜਿਹੜੀ ਸੀਗੀ ਉਹ ਸਹੀ ਸੀਗੀ, ਕਿਉਂਕਿ ਬਾਣੀ ਨਹੀਂ ਪੜ੍ਹਨੀ ਉਹਨਾਂ ਨੇ। ਫਿਰ ਇਹ ਖੋਜ ਜਿਹੜੀ ਆ ਉਹ ਆਪਾਂ ਉੱਥੇ ਤੱਕ ਪਹੁੰਚਾ ਸਕਦੇ ਹਾਂ, ਉਹ ਆਪਾਂ ਯੂਨੀਵਰਸਿਟੀਆਂ ਤੱਕ ਜਾਂ ਕਾਲਜਾਂ ਤੱਕ, ਵੱਡੇ ਵੱਡੇ ਕਾਲਜਾਂ ਤੱਕ ਉਹ ਪਹੁੰਚਾ ਸਕਦੇ ਹਾਂ। ਇਹਦੇ ਨਾਲ ਫਿਰ ਸਾਰਾ ਹੀ ਜਿਹੜੀ ਮਨੁੱਖਤਾ ਆ ਇਹ ਧਰਮ ਪ੍ਰਚਾਰ ਦੇ ਵੱਲੋਂ ਵਧੇਗੀ। ਤੇ ਸਾਨੂੰ ਆਪਣੇ ਪ੍ਰਚਾਰਕਾਂ ਨੂੰ ਪੜ੍ਹੇ ਲਿਖੇ ਬਣਾਉਣਾ ਪਏਗਾ, ਤਰਕਸ਼ੀਲ ਤੋਂ ਵਿਵੇਕਸ਼ੀਲ ਬਣਾਉਣਾ ਪਏਗਾ। ਗੁਰਬਾਣੀ ਦਾ ਜਿਹੜਾ ਅਸਲੀ ਤੱਥ ਆ, ਜਿਹੜਾ ਅਸਲੀ ਐਲਿਗਜ਼ਰ ਆ ਗੁਰਬਾਣੀ ਦਾ ਨਾ, ਇਸੈਂਸ ਆ ਜਿਹੜਾ, ਉਹ ਦੁਨੀਆ ਤੱਕ, ਸਾਰੀ ਦੁਨੀਆ ਤੱਕ ਪਹੁੰਚਾਉਣਾ ਪਏਗਾ। ਸਿਰਫ ਸਿੱਖਾਂ ਤੱਕ ਜਿਹੜਾ ਸਾਨੂੰ
ਉਹ ਕਾਇਮ ਨਹੀਂ ਰੱਖਣਾ ਪਏਗਾ। ਇਹ ਟੂਲ ਜਿਹੜੇ ਆ ਸਾਡੇ ਹੋ ਸਕਦੇ ਸਾਰੀ ਦੁਨੀਆ ਤੱਕ ਸਿੱਖ ਧਰਮ ਨੂੰ ਲੈ ਕੇ ਜਾਣ ਦੇ। ਸੋ ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ। ਹੋ ਸਕਦਾ ਮੈਂ ਆਪ ਜੀ ਸ਼ਾਨ ਦੇ ਖਿਲਾਫ ਜਾਂ ਕੁਝ ਹੋਰ ਐਸਾ ਬੋਲ ਗਿਆ ਹੋਵਾਂ ਜਿਹੜਾ ਤੁਹਾਨੂੰ ਪਸੰਦ ਨਾ ਆਇਆ ਹੋਵੇ, ਤੇ ਆਪ ਜੀ ਮਾਫ ਕਰ ਦਿਓ। ਫਤਿਹ ਦੀ ਸਾਂਝ ਪਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।